हाँ जी, ਅੱਜ ਦੇ ਪ੍ਰੋਗਰਾਮ ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਜੋ ਮਿੰਨੀ ਕਹਾਣੀ ਪਾਠ ਤੇ ਚਰਚਾ ਪ੍ਰੋਗਰਾਮ ਦੀ ਲੜੀ ਸ਼ੁਰੂ ਕੀਤੀ ਗਈ ਹੈ, ਇਸ ਦਾ ਅੱਜ ਚੌਥਾ ਪ੍ਰੋਗਰਾਮ ਹੈ। ਕੋਰੋਨਾ ਸੰਕਟ ਦੇ ਦੌਰਾਨ ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਜਿੱਥੇ ਮਿੰਨੀ ਕਹਾਣੀ ਵਿਧਾ ਦੇ ਉੱਪਰ ਚਰਚਾ ਕੀਤੀ ਗਈ ਹੈ, ਉੱਥੇ ਇਸ ਸੰਕਟ ਦੌਰਾਨ ਸਾਹਿਤਕਾਰਾਂ ਦੀ ਕੀ ਭੂਮਿਕਾ ਬਣਦੀ ਹੈਗੀ ਹੈ, ਇਹਦੇ ਬਾਰੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੈਬੀਨਾਰ ਕੀਤਾ ਗਿਆ ਸੀ। ਅੱਜ ਦਾ ਜੋ ਪ੍ਰੋਗਰਾਮ ਹੈ, ਇਸ ਦੇ ਵਿੱਚ ਅਸੀਂ ਮਿੰਨੀ ਦਾ ਜੋ ਨਵਾਂ ਅੰਕ ਹੈ 127ਵਾਂ ਅੰਕ ਹੈ, ਕਿਉਂਕਿ ਮਿੰਨੀ ਪ੍ਰਕਾਸ਼ਨ ਦੇ 32 ਵਰੇ ਪੂਰੇ ਹੋ ਗਏ ਹਨ। 127ਵਾਂ ਅੰਕ ਅੱਜ ਰਿਲੀਜ਼ ਕਰਨਾ ਹੈ। ਇਸ ਤੋਂ ਬਿਨਾਂ ਡਾਕਟਰ ਦੀਪਤੀ ਹੋਰਾਂ ਦੀ ਸੁਖਬੀਰ ਬਾਰੇ ਇੱਕ ਪੁਸਤਕ ਆਈ ਹੈ, ਉਹ ਪੁਸਤਕ ਨੂੰ ਵੀ ਆਪਾਂ ਰਿਲੀਜ਼ ਕਰਾਂਗੇ। ਹਰਭਜਨ ਖੇਮਕਰਨੀ ਜੀ ਦੀ ਤੀਸਰਾ ਮਿੰਨੀ ਕਹਾਣੀ ਸੰਗ੍ਰਹਿ ਕੁਰਦੀਆਂ ਪੈੜਾਂ ਵੀ ਪ੍ਰਕਾਸ਼ਿਤ ਹੋ ਕੇ ਆਇਆ ਹੈ, ਇਸ ਪੁਸਤਕ ਨੂੰ ਵੀ ਆਪਾਂ ਰਿਲੀਜ਼ ਕਰਾਂਗੇ। ਇਸ ਤੋਂ ਬਿਨਾਂ 6 ਮਿੰਨੀ ਕਹਾਣੀ ਲੇਖਕ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕਰਨਗੇ ਤੇ ਉਹਨਾਂ ਦੇ ਉੱਪਰ ਦੋ ਸਾਡੇ ਵਿਦਵਾਨ ਆਲੋਚਕ ਨੇ, ਡਾਕਟਰ ਭੀਮਿੰਦਰ ਜੀ ਤੇ ਡਾਕਟਰ ਕੁਲਦੀਪ ਸਿੰਘ ਦੀਪ ਜੀ, ਜਿਨ੍ਹਾਂ ਦਾ ਵਿਸ਼ਾਲ ਅਨੁਭਵ ਹੈ, ਵੱਡੀ ਸੋਚ ਹੈ। ਅਸੀਂ ਉਹਨਾਂ ਦੇ ਵਿਚਾਰ ਸੁਣਾਂਗੇ ਮਿੰਨੀ ਕਹਾਣੀ ਨੂੰ ਲੈ ਕੇ। ਹੁਣ ਸਭ ਤੋਂ ਪਹਿਲਾਂ ਮੈਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਪਹਿਲਾਂ ਜਿਹੜੇ ਸਾਡੇ ਨਾਲ ਸਾਥੀ ਜੁੜੇ ਨੇ, ਲੇਖਕ ਜੁੜੇ ਨੇ, ਉਹਨਾਂ ਦਾ ਸਵਾਗਤ ਕਰੀਏ। ਉਸ ਤੋਂ ਬਾਅਦ ਜਿਹੜੇ ਸਾਡੇ ਅੰਕ ਨੇ ਅਸੀਂ ਇਹਨਾਂ ਨੂੰ ਰਿਲੀਜ਼ ਕਰਾਂਗੇ, ਫਿਰ ਅਸੀਂ ਮਿੰਨੀ ਕਹਾਣੀ ਪਾਠ ਤੇ ਚਰਚਾ ਪ੍ਰੋਗਰਾਮ ਨੂੰ ਸ਼ੁਰੂਆਤ ਕਰਾਂਗੇ। ਬੇਨਤੀ ਕਰਦਾ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੂੰ, ਜੋ ਕਿ ਮਿੰਨੀ ਦੇ ਸੰਪਾਦਕ ਨੇ, ਕਿ ਉਹ ਲੇਖਕਾਂ ਨੂੰ ਜੀ ਆਇਆਂ ਨੂੰ ਕਹਿਣ, ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਕਹਿਣ। ਡਾਕਟਰ ਸ਼ਾਮ ਸੁੰਦਰ ਦੀਪਤੀ ਜੀ। ਸਾਥੀਓ, ਅਸੀਂ ਜਿਹੜਾ ਆਨਲਾਈਨ ਅੱਜ ਚੌਥਾ ਪ੍ਰੋਗਰਾਮ ਕਰਾ ਰਹੇ ਹਾਂ, ਜਿਵੇਂ ਕੁੜੀਆਂ ਉਹਨਾਂ ਨੇ ਦੱਸਿਆ, ਜਦੋਂ ਪਹਿਲਾ ਪ੍ਰੋਗਰਾਮ ਕੀਤਾ ਗਿਆ ਸੀ, ਮੈਂ ਉਸ ਦਿਨ ਇਹ ਇੱਛਾ ਵੀ ਜ਼ਾਹਰ ਕੀਤੀ ਸੀਗੀ ਕਿ ਇਹ ਬਹੁਤ ਲੰਮਾ ਸਮਾਂ ਨਾ ਚੱਲੇ, ਨਾ ਆਪਾਂ ਇਹਨੂੰ ਰੂਟੀਨ ਬਣਾਈਏ। ਤੇ ਮੈਂ ਖਾਸ ਕਰਦਾ ਸੀਗਾ ਕਿ ਜਿਹੜਾ ਇਹ ਅੰਕ ਹੈ, ਜਿਹੜਾ ਜੁਲਾਈ ਵਾਲਾ ਅੰਕ, ਅਸੀਂ ਕਿਤੇ ਨਾ ਕਿਤੇ ਮਿਲ ਬੈਠ ਕੇ ਕਰਾਂਗੇ। ਤੇ ਠੀਕ ਹੈ ਕਿ ਪਤਾ ਸੀਗਾ ਕਿ ਹਾਲਾਤ ਇੰਨੀ ਛੇਤੀ ਜਿਹੜੇ ਨੇ ਸਾਵੇਂ ਨਹੀਂ ਹੋਣਗੇ, ਪਰ ਇਹ ਉਮੀਦ ਸੀ ਕਿ ਅਸੀਂ 15, 20, 25 ਜਿੰਨੇ ਲੋਕ ਅਸੀਂ ਅਕਸਰ ਇਕੱਠੇ ਹੁੰਦੇ ਆ, ਜ਼ਰੂਰ ਇਕੱਠੇ ਹੋ ਕੇ ਮਤਲਬ ਕਿ ਇਹ ਅੰਕ ਰਿਲੀਜ਼ ਕਰਾਂਗੇ। ਪਰ ਉਹ ਸਬਬ ਬਣਿਆ ਨਹੀਂ, ਸਗੋਂ ਹੌਲੀ ਹੌਲੀ ਕੁਛ ਜਿਹੜੀਆਂ ਨੇ ਸਰਕਾਰੀ ਹਦਾਇਤਾਂ ਹੋਰ ਮਤਲਬ ਕਿ ਸਖਤ ਹੁੰਦੀਆਂ ਗਈਆਂ ਨੇ, ਤੇ ਅੱਜ ਆਪਾਂ ਦੇਖਦੇ ਹਾਂ ਕਿ ਸਗੋਂ 144 ਲੱਗਾ ਹੋਇਆ ਵੀ 5 ਬੰਦੇ ਵੀ ਇਕੱਠੇ ਨਹੀਂ ਹੋ ਸਕਦੇ। ਚਲੋ ਫਿਰ ਵੀ ਅਸੀਂ ਜੋ ਇਸ ਨੂੰ ਇੱਕ ਜਰੀਆ ਬਣਾਇਆ ਹੈ, ਮੈਂ ਫਿਰ ਆਸ ਕਰਦਾ ਕਿ ਅਸੀਂ ਇਸ ਨੂੰ ਕੋਈ ਪੱਕਾ ਜਰੀਆ ਨਹੀਂ ਬਣਾਵਾਂਗੇ। ਇਹ ਠੀਕ ਹੈ ਕਿ ਹੁਣ ਅਸੀਂ ਇਹਦੇ ਜਰੀਆ ਜੋ ਅਨੁਭਵ ਕੀਤਾ ਹੈਗਾ, ਜੋ ਤਜਰਬਾ ਕਰ ਰਹੇ ਹਾਂ, ਅਸੀਂ ਇਸ ਨੂੰ ਨਾਲ ਜਾਰੀ ਰੱਖਾਂਗੇ। ਪਰ ਪ੍ਰੋਗਰਾਮ ਪਹਿਲੇ ਸ਼ੁਰੂ ਕੀਤਾ ਹੈਗਾ, ਉਸ ਵਿੱਚ ਵੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ, ਸਾਡਾ ਇਹ ਮੰਚ ਤੋਂ ਕੋਸ਼ਿਸ਼ ਹੈਗੀ ਹੈ ਕਿ ਅਸੀਂ ਮਿੰਨੀ ਕਹਾਣੀਆਂ ਪੜ੍ਹਨ ਦੇ ਨਾਲ ਨਾਲ ਇਸ ਦੀ ਆਲੋਚਨਾ ਵਿੱਚ ਮਤਲਬ ਕਿ ਜ਼ਿਆਦਾ ਰੁਚੀ ਆਪਾਂ ਲਈਏ ਤੇ ਕੁਝ ਸਿੱਖੀਏ। ਖਾਸ ਤੌਰ ਤੇ ਜਿਵੇਂ ਕਈ ਵਿਦਵਾਨ ਆਪਾਂ ਨੂੰ ਮਤਲਬ ਕਿ ਦੂਰ ਬੈਠੇ ਨੇ ਵੀ ਅਸੀਂ ਵਿਦਵਾਨਾਂ ਨੂੰ ਇਸ ਜਰੀਏ ਇੱਥੇ ਬੁਲਾ ਸਕਦੇ ਹਾਂ, ਉਹਨਾਂ ਦੀ ਗੱਲ ਸੁਣ ਸਕਦੇ ਹਾਂ। ਇਸ ਕਰਕੇ ਉਹ ਜਿਹੜਾ ਫੋਕਸ ਹੈਗਾ ਉਹ ਹੈਗਾ ਅਸੀਂ ਆਲੋਚਕਾਂ ਨੂੰ ਅਸੀਂ ਇਹਦੇ ਵਿੱਚ ਬੁਲਾਈਏ ਤੇ ਉਹਨਾਂ ਦੀ ਆਪਾਂ ਗੱਲ ਸੁਣੀਏ। ਜੇ ਆਪਾਂ ਮਿੰਨੀ ਕਹਾਣੀ ਦੇ ਸੰਦਰਭ ਦੇ ਵਿੱਚ ਮਿੰਨੀ ਕਹਾਣੀ ਆਲੋਚਨਾ ਦੀ ਗੱਲ ਕਰੀਏ, ਇਸ 5 ਦਹਾਕਿਆਂ ਦੀ ਜਿਹੜੀ ਵਿਧਾ ਹੈਗੀ ਹੈ, ਆਪਾਂ ਕਈ ਵਾਰੀ ਕਹਿੰਦੇ ਕਿ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ, ਪਰ ਬਹੁਤ ਘੱਟ ਸਮਾਂ ਵੀ ਨਹੀਂ ਹੋਇਆ। ਪਰ ਮਿੰਨੀ ਕਹਾਣੀ ਜਿਹੜੀ ਵਿਧਾ ਹੈ, ਇਸ ਨੂੰ ਆਲੋਚਕਾਂ ਦੀ ਹਮੇਸ਼ਾ ਹੀ ਆਪਾਂ ਕਹਿ ਸਕਦੇ ਹੈਗੇ ਆ ਕਿ ਇਸ ਗੰਭੀਰ ਸੰਜੀਦਾ ਆਲੋਚਕਾਂ ਦੀ ਹਮੇਸ਼ਾ ਹੀ ਘਾਟ ਰਹੀ ਹੈ। ਬਹੁਤ ਵਾਰੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਜਿਹੜੇ ਮਿੰਨੀ ਕਹਾਣੀ ਦੇ ਲੇਖਕ ਨੇ, ਉਹ ਖੁਦ ਹੀ ਆਲੋਚਕ ਬਣ ਕੇ ਇਹਦੇ ਵਿੱਚ ਆਪਣਾ ਪੈਰ ਧਰਦੇ ਰਹੇ ਨੇ। ਉਸਦਾ ਥੋੜਾ ਬਹੁਤਾ ਜਿੰਨਾ ਫਾਇਦਾ ਹੋਇਆ ਹੈਗਾ, ਪਰ ਇੱਕ ਹਮੇਸ਼ਾ ਮਤਲਬ ਕਿ ਇਹ ਖਦਸ਼ਾ ਬਣਿਆ ਰਹਿੰਦਾ ਹੈਗਾ ਕਿ ਜਦੋਂ ਵੀ ਕੋਈ ਮਿੰਨੀ ਕਹਾਣੀ ਲੇਖਕ ਆਪ ਆਲੋਚਕ ਬੰਦਾ ਹੈਗਾ, ਜਾਂ ਕਿਸੇ ਵੀ ਵਿਧਾ ਦਾ ਕੋਈ ਵੀ ਲੇਖਕ ਜਦੋਂ ਆਪ ਉਸੇ ਵਿਧਾ ਦਾ ਆਲੋਚਕ ਬੰਦਾ ਹੈ, ਤਾਂ ਉਹਦੇ ਮਨ ਦੇ ਵਿੱਚ ਉਹ ਆਪਣੀ ਰਚਨਾ ਵਿੱਚ ਜੋ ਗੁਣਵੱਤਾ ਨੂੰ ਨਜ਼ਰ ਆਉਂਦੀ ਹੈ, ਉਸ ਨੂੰ ਹੀ ਉਹ ਪੈਮਾਨਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਇਸ ਖਤਰੇ ਤੋਂ ਬਚਿਆ ਨਹੀਂ ਜਾ ਸਕਦਾ। ਇਹ ਮਨੋਵਿਗਿਆਨਿਕ ਜਾਂ ਸਚੇਤ ਅਚੇਤ ਦੇ ਵਿੱਚ ਆ ਜਾਂਦਾ ਹੈਗਾ। ਇਹ ਦੇਖਣ 'ਚ ਵੀ ਆਇਆ ਹੈ। ਮੈਂ ਆਪਣੇ ਬਾਰੇ ਵੀ ਕਹਿ ਸਕਦਾ ਕਿ ਜੋ ਮੈਂ ਲਿਖਦਾ ਰਿਹਾ, ਤੇ ਕਦੇ ਮੈਂ ਆਲੋਚਨਾ ਦੇ ਉੱਤੇ ਜਦੋਂ ਗੱਲ ਥੋੜੀ ਬਹੁਤੀ 1-2 ਲੇਖ ਲਿਖ ਕੇ ਤੇ ਮੈਂ ਇਸ ਨੂੰ ਫਿਰ ਬਹੁਤਾ ਤਰਜੀਹ ਨਹੀਂ ਦਿੱਤੀ। ਮੈਂ ਵੀ ਸੋਚਦਾ ਸੀਗਾ ਵੀ ਜੋ ਮੈਂ ਲਿਖਦਾ ਉਸ ਤੋਂ ਵਧੀਆ ਕੁਛ ਨਹੀਂ ਹੈਗਾ।
ਇਹ ਮਤਲਬ ਕਿ ਹਿੰਦੀ ਦੇ ਵਿੱਚ ਮੈਂ ਜਦੋਂ ਹਿੰਦੀ ਦੇ ਆਲੋਚਕਾਂ ਦੀ ਗੱਲ ਕਰਦਾ ਉੱਥੇ ਵੀ ਬਹੁਤ ਵੱਡੀ ਪਰੰਪਰਾ ਲੇਖਕਾਂ ਦੀ ਆਲੋਚਕਾਂ ਬਣੀ ਹੋਈ ਹੈ। ਉਹਦੇ ਵਿੱਚ ਤੁਸੀਂ ਬਿਲਕੁਲ ਸਾਫ਼ ਸਪਸ਼ਟ ਨਜ਼ਰ ਆਉਂਦਾ ਹੈਗਾ, ਕਿਉਂਕਿ ਉੱਥੇ ਦਾਇਰਾ ਵੱਡਾ ਹੈਗਾ, ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੇਖਕ ਨੇ ਤੇ ਉੱਥੇ ਉਸੇ ਤਰੀਕੇ ਨਾਲ ਹੀ ਬਹੁਤ ਵੱਡਾ ਇੱਕ ਗਰੁੱਪ ਆਲੋਚਕਾਂ ਦਾ ਵੀ ਹੈਗਾ ਤੇ ਉਹਨਾਂ ਦੇ ਆਪਸੀ ਆਲੋਚਕਾਂ ਦੀ ਵੀ ਜਿਹੜੀ ਗੱਲ ਹੈਗੀ ਹੈ ਉਹ ਆਪਸ ਵਿੱਚ ਨਹੀਂ ਮੇਲ ਖਾਂਦੀ, ਕਿਉਂਕਿ ਉਹਨਾਂ ਦੇ ਵਿੱਚ ਲੇਖਕ ਭਾਰੂ ਹੈਗਾ। ਸਾਡੀ ਸ਼ੁਰੂ ਤੋਂ ਹੀ ਵੈਸੇ ਮੈਂ ਕਹਾਂਗਾ ਕਿ ਭਾਵੇਂ ਲੇਖਕ ਜਿਹੜੇ ਨੇ ਉਹ ਆਲੋਚਕ ਬੰਦੇ ਰਹੇ ਨੇ, ਪਰ ਸਾਨੂੰ ਨਾਲ ਨਾਲ ਨਿਰੋਲ ਆਲੋਚਕ ਵੀ ਮਿਲਦੇ ਰਹੇ ਨੇ। ਜੇ ਮੈਂ ਕਹਾਂ ਤਾਂ ਸਭ ਤੋਂ ਪਹਿਲਾਂ ਕਾਫੀ ਕੰਮ ਕੀਤਾ ਡਾਕਟਰ ਅਨੂਪ ਸਿੰਘ ਨੇ, ਉਹ ਕਿਸੇ ਨੂੰ ਜਿਵੇਂ ਕਰਕੇ ਥੋੜਾ ਜਿਹਾ ਪੈਰ ਪਿੱਛੇ ਖਿੱਚ ਗਏ, ਪਰ ਡਾਕਟਰ ਕੁਲਦੀਪ ਸਿੰਘ ਦੀ ਸਾਡੇ ਨਾਲ ਲਗਾਤਾਰ ਇਸ ਵਿਧਾ ਦੇ ਨਾਲ ਜੁੜੇ ਰਹੇ ਨੇ। ਉਸ ਤੋਂ ਬਾਅਦ ਜੇ ਮੈਂ ਕਹਾਂ ਕਿ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਦੋ ਆਲੋਚਕ ਬੁਲਾਏ ਸੀਗੇ, ਉਹ ਵੀ ਨਿਰੋਲ ਦੋਵੇਂ ਆਲੋਚਕ ਮਿੰਨੀ ਕਹਾਣੀ ਆਪ ਨਹੀਂ ਲਿਖਦੇ ਸੀਗੇ, ਡਾਕਟਰ ਗੁਰਦੀਪ ਢਿੱਲੋਂ ਤੇ ਰਵਿੰਦਰ ਸੰਧੂ। ਤੇ ਅੱਜ ਵੀ ਮੈਨੂੰ ਖੁਸ਼ੀ ਹੈ ਕਿ ਅਸੀਂ ਸਾਡੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਰਹੀ ਹੈ ਕਿ ਡਾਕਟਰ ਕੁਲਦੀਪ ਦੀਪ ਵੀ ਸਾਡੇ ਨਾਲ ਜੁੜੇ ਨੇ ਤੇ ਡਾਕਟਰ ਪੀ ਮਿੰਦਰ ਪਹਿਲੀ ਵਾਰੀ ਮਤਲਬ ਕਿ ਚਾਹੇ ਜੁੜੇ ਨੇ, ਪਰ ਇਹਨਾਂ ਦੇ ਨਾਲ ਮਿੰਨੀ ਕਹਾਣੀ ਉੱਤੇ ਅਕਸਰ ਗੱਲ ਹੁੰਦੀ ਰਹੀ ਹੈਗੀ ਹੈ। ਤੇ ਅੱਜ ਕੱਲ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਅਧਿਐਨ ਦੇ ਮੁਖੀ ਵੀ ਨੇ ਤੇ ਅਸੀਂ ਮਤਲਬ ਕਿ ਆਸ ਵੀ ਕੀਤੀ ਸੀ, ਇਹਨਾਂ ਨਾਲ ਗੱਲ ਵੀ ਕੀਤੀ ਹੈ ਕਿ ਇਹ ਮਿੰਨੀ ਕਹਾਣੀ ਦੇ ਹੁਣ ਤੱਕ 50 ਸਾਲ ਦੇ ਇੱਕ ਵਧੀਆ ਕੰਮ ਜਿਹੜਾ ਹੋਇਆ ਹੈ ਉਹਨੂੰ ਸਾਹਮਣੇ ਰੱਖ ਕੇ ਕੋਈ ਨਾ ਕੋਈ ਇਹਨੂੰ ਯੂਨੀਵਰਸਿਟੀ ਪੱਧਰ ਦਾ ਕੋਈ ਖੋਜ ਕਾਰਜ ਵੀ ਕਰਵਾਉਣਗੇ। ਭਾਵੇਂ ਕਿ ਕੁਝ ਕਾਰਜ ਹੋਏ ਨੇ, ਡਾਕਟਰ ਨੈਬ ਸਿੰਘ ਮੰਡੇਰ ਉਹਨਾਂ ਨੇ ਕੀਤਾ ਹੈ ਅਤੇ ਹਰਪ੍ਰੀਤ ਰਾਣਾ ਨੇ ਕੀਤਾ ਹੈ, ਪਰ ਉਹ ਜਿਹੜਾ ਹੈ ਪੰਜਾਬੀ ਯੂਨੀਵਰਸਿਟੀ ਤੇ ਜਿਹੜੇ ਸਾਨੂੰ ਕੋਈ ਵਧੀਆ ਜਿਹੜੇ ਸਾਡੇ ਸਾਥੀ ਆਲੋਚਕ ਨੇ ਉਹ ਮਤਲਬ ਕਿ ਇਸ ਦੇ ਉੱਤੇ ਕੰਮ ਕਰਾਉਣਗੇ ਤਾਂ ਇੱਕ ਵਧੀਆ ਸਾਨੂੰ ਆਸ ਹੈਗੀ ਹੈ ਕਿ ਇਸ ਦਿਸ਼ਾ ਦੇ ਵਿੱਚ ਕੁਝ ਕੰਮ ਹੋਊਗਾ। ਅਸੀਂ ਪਿਛਲੇ ਦਿਨੀ ਗੌਰਤਲਬ ਮਿੰਨੀ ਕਹਾਣੀਆਂ ਦੀ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਹੈ ਇਸ ਮੰਚ ਵੱਲੋਂ, ਤੇ ਉਸ ਮੰਚ ਦੇ ਵੱਲੋਂ ਸਾਡੀ ਇਹ ਕੋਸ਼ਿਸ਼ ਹੈਗੀ ਹੈ ਕਿ ਉਹਦੇ ਵਿੱਚ ਜਿਹੜੇ ਆਲੋਚਕ ਨੇ ਜਿਹੜੇ ਉਹਦੇ ਤੇ ਬਾਹਰ ਦੋ ਚਾਰ ਭੂਮਿਕਾ ਦੇ ਪੇਜ ਲਿਖਣ, ਉਹ ਨਿਰੋਲ ਆਲੋਚਕ ਹੀ ਲਿਖਣ, ਉਹਦੇ ਵਿੱਚ ਕਿਸੇ ਉਸ ਮਤਲਬ ਕਿ ਆਲੋਚਕ ਲੇਖਕ ਨਾਲ ਗੱਲ ਨਾ ਕੀਤੀ ਜਾਵੇ। ਤੇ ਜਿਹੜੀ ਗੱਲ ਮੈਂ ਹੁਣ ਇੱਕ ਹੋਰ ਜੋੜਨਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਕਿ ਮਿੰਨੀ ਤੇ ਇਸ ਅੰਕ ਦੇ ਨਾਲ ਅਸੀਂ 127ਵੇਂ ਅੰਕ ਦੇ ਜਿਹੜਾ ਪ੍ਰਵੇਸ਼ ਕਰ ਰਹੇ ਹੈਗੇ ਆ, ਇਸ ਦੇ ਨਾਲ ਸਾਡੇ ਮਿੰਨੀ ਕਹਾਣੀ ਦਾ 32 ਸਾਲ ਦਾ ਜਿਹੜਾ ਸਫ਼ਰ ਹੈ ਉਹ ਪੂਰਾ ਹੁੰਦਾ ਹੈਗਾ। ਤੇ ਇਹ ਸਾਡਾ ਪਹਿਲਾ ਅੰਕ ਹੈ ਮਿੰਨੀ ਦਾ ਜੋ 1988 ਵਿੱਚ ਆਇਆ ਸੀਗਾ। ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਪਹਿਲਾ ਪੇਜ ਹੁੰਦਾ ਸੀਗਾ ਤੇ ਅੰਦਰਲੇ ਪੇਜ ਹੁੰਦੇ ਸੀਗੇ ਉਹ ਬਿਲਕੁਲ ਹੀ ਉਸੇ ਕਾਗਜ਼ ਤੇ ਉਸੇ ਸਿਆਹੀ ਦੇ ਉਸੇ ਤਰ੍ਹਾਂ ਦੇ ਹੁੰਦੇ ਸੀਗੇ। ਉਹ ਇੱਕ ਸਿੰਪਲ ਸਧਾਰਨ ਜੀ ਮਤਲਬ ਕਿ ਅਸੀਂ ਜਦੋਂ 24 ਪੇਜ ਦੀ ਪੱਤਰਿਕਾ ਸ਼ੁਰੂ ਕੀਤੀ ਸੀਗੀ ਤੇ ਹੁਣ ਅਸੀਂ 127ਵੇਂ ਅੰਕ ਦੇ ਵਿੱਚ ਉਹਨੂੰ ਨਵੇਂ ਰੂਪ ਦੇ ਵਿੱਚ ਕਲਰ ਟਾਈਟਲ ਭਾਵੇਂ ਅਸੀਂ 25-26ਵੇਂ ਅੰਕ ਤੋਂ ਸ਼ੁਰੂ ਕਰਤਾ ਸੀਗਾ, ਪਰ 4 ਕਲਰ ਦਾ ਟਾਈਟਲ ਤੇ ਅੰਦਰ ਜਿਹੜੇ ਹੁਣ ਕਾਲਮ ਨੇ ਵਿਦੇਸ਼ੀ ਮਿੰਨੀ ਕਹਾਣੀਆਂ, ਮਹਿਮਾਨ ਮਿੰਨੀ ਕਹਾਣੀਆਂ, ਮਹਿਮਾਨ ਰਚਨਾਕਾਰ ਤੇ ਆਲੋਚਕ ਦੇ ਤੌਰ ਦੇ ਉੱਤੇ ਇੱਕ ਵੱਡਾ 10-12 ਪੇਜ ਦਾ ਆਲੋਚਨਾ ਦਾ ਇੱਕ ਲੇਖ ਹੈਗਾ ਉਹ ਹੁੰਦਾ ਹੈਗਾ ਤੇ ਇਸੇ ਤਰੀਕੇ ਨਾਲ ਹੋਰ ਉਹਦੇ ਕਾਲਮ ਹੁੰਦੇ ਨੇ ਤੇ 72 ਪੇਜ ਦਾ ਹੁਣ ਇਹ ਮਿੰਨੀ ਕਹਾਣੀ ਦਾ ਜਿਹੜਾ ਹੈ ਮੈਗਜ਼ੀਨ ਨਿਕਲਦਾ ਹੈਗਾ, ਜਿਸ 'ਚ ਇਹ ਸਾਰਾ ਦਾ ਸਾਰਾ ਯੋਗਦਾਨ ਜਿਹੜਾ ਹੈਗਾ ਉਹ ਸਾਡੇ ਪਾਠਕਾਂ ਦਾ ਵੀ ਹੈਗਾ, ਉਹਨਾਂ ਲੇਖਕਾਂ ਦਾ ਵੀ ਹੈਗਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿੱਤੀ ਹੈ। ਤੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜੋ ਸੁਝਾਅ ਆਏ ਨੇ ਤੇ ਅਸੀਂ ਇਸ ਨੂੰ ਪਹਿਲੇ ਅੰਕ ਤੋਂ ਲੈ ਕੇ 127ਵੇਂ ਤੱਕ ਤੇ ਮੈਨੂੰ ਆਸ ਹੈਗੀ ਹੈ ਕਿ ਜਿਸ ਅਸੀਂ ਗਤੀ ਦੇ ਨਾਲ ਜਾਂ ਜਿਸ ਮਤਲਬ ਕਿ ਸਮਝ ਦੇ ਨਾਲ ਇਸ ਵਿਧਾ ਨੂੰ ਸਮਝਣ ਦੇ ਵਾਸਤੇ ਇਹਦੇ ਮਿੰਨੀ ਦਾ ਆਪਣਾ ਯੋਗਦਾਨ ਪਾ ਸਕੇ ਹੈਗੇ ਆ, ਇਹ ਨਿਰੰਤਰ ਜਾਰੀ ਰਹੇਗਾ। ਮੈਨੂੰ ਆਪਣੇ ਜਿਹੜੇ ਨੌਜਵਾਨ ਜਿਹੜੇ ਲੇਖਕ ਨੇ, ਜਿਹੜੀ ਅਗਲੀ ਪੀੜ੍ਹੀ ਹੈਗੀ ਆ ਜਾਂ ਉਸ ਤੋਂ ਵੀ ਜਿਸ 'ਚ ਜਗਦੀਸ਼ ਕੁਲਰੀਆ ਹੈ, ਜਿਸ 'ਚ ਕੁਲਵਿੰਦਰ ਕੌਸ਼ਲ ਹੈ ਤੇ ਹੋਰ ਸਾਡੇ ਸਾਥੀ ਨੇ, ਉਹ ਮਤਲਬ ਕਿ ਇਸ ਪਰੰਪਰਾ ਨੂੰ ਜਾਰੀ ਰੱਖਣਗੇ। ਅਜੇ ਤਾਂ ਚਲੋ ਅਸੀਂ ਇਸ ਸਫ਼ਰ ਦੇ ਵਿੱਚ ਸਾਰੇ ਇਕੱਠੇ ਹੀ ਹੈਗੇ ਆ ਤੇ ਇੰਨੀਆਂ ਕੁ ਗੱਲਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਖਾਸ ਤੌਰ ਤੇ ਡਾਕਟਰ ਕੁਲਦੀਪ ਦੀਪ ਹੋਰਾਂ ਦਾ ਤੇ ਡਾਕਟਰ ਪੀ ਮਿੰਦਰ ਹੋਰਾਂ ਦਾ ਤੇ ਇਸ ਤੋਂ ਇਲਾਵਾ ਜਿਹੜੇ 6 ਅੱਜ ਮਿੰਨੀ ਕਹਾਣੀਆਂ ਪੜ੍ਹੀਆਂ ਜਾਣੀਆਂ ਨੇ ਤੇ ਫਿਰ ਜਿਹੜਾ ਦਾ ਮੰਤਵ ਹੈਗਾ ਉਹਨਾਂ 6 ਮਿੰਨੀ ਕਹਾਣੀਆਂ ਦੇ ਬਹਾਨੇ ਅਸੀਂ ਇਹਨਾਂ ਦੋ ਵਿਦਵਾਨ ਆਲੋਚਕਾਂ ਦੇ ਜਿਹੜੇ ਨੇ ਉਹ ਵਿਚਾਰ ਸੁਣਾਂਗੇ ਤੇ ਜ਼ਰੂਰ ਹੀ ਕੁਛ ਨਾ ਕੁਛ ਜਿਹੜਾ ਹੈ ਅਸੀਂ ਇਸ ਵਿੱਚੋਂ ਦੀ ਹਾਸਲ ਕਰਾਂਗੇ। ਜਿਸ ਤਰ੍ਹਾਂ ਸਾਡਾ ਪਿਛਲਾ ਪ੍ਰੋਗਰਾਮ ਜਿਸ ਤੇ ਮੈਂ ਕਹਿ ਰਿਹਾ ਫਿਰ ਕਿ ਜਿਹੜੇ ਸਾਡੇ ਨਿਰੋਲ ਦੋ ਆਲੋਚਕ ਇਸ 'ਚ ਸ਼ਾਮਲ ਹੋਏ ਸੀਗੇ ਤੇ ਉਹਨਾਂ ਨੇ ਬੜੇ ਵਧੀਆ ਨੁਕਤੇ ਜਿਹੜੇ ਸੀਗੇ ਨਵੇਂ ਜਾਵੀਏ ਤੋਂ, ਨਵੇਂ ਨਜ਼ਰੀਏ ਤੋਂ ਸਾਡੇ ਸਾਹਮਣੇ ਪੇਸ਼ ਕੀਤੇ ਜੋ ਕਰ ਰਹੇ ਨੇ ਤੇ ਅਸੀਂ ਇਹ ਸਫ਼ਰ ਨਿਰੰਤਰ ਜਾਰੀ ਰੱਖਾਂਗੇ। ਤੇ ਇੱਕ ਵਾਰੀ ਫਿਰ ਸਾਡਾ ਸਾਰਿਆਂ ਦਾ ਧੰਨਵਾਦ ਤੇ ਹੁਣ ਅਸੀਂ ਇਹਨੂੰ ਵਿਧੀਵਤ ਕੁਲਦੀਆਂ ਇਹਨਾਂ ਨੂੰ ਜਾਰੀ ਰੱਖਣਗੇ, ਕੁਛ ਜਿਹੜੇ ਰਿਲੀਜ਼ ਕਰਨੇ ਹੈ ਤੇ ਫਿਰ ਅਸੀਂ ਚਰਚਾ ਤੇ ਪਾਠ ਕਰਨਾ ਹੈ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਜਿਨ੍ਹਾਂ ਨੇ ਮਿੰਨੀ ਤ੍ਰੈਮਾਸਿਕ ਦੇ ਸਫ਼ਰ ਦੇ 32 ਸਾਲਾਂ ਦੇ ਸਫ਼ਰ ਦੀ ਗੱਲਬਾਤ ਕੀਤੀ ਤੇ ਜੋ ਕਿ ਸੰਦਰਭ ਦੇ ਵਿੱਚ ਪੰਜਾਬੀ ਮਿੰਨੀ ਕਹਾਣੀ ਦੀ ਕੀ ਸਥਿਤੀ ਹੈ ਉਹਨਾਂ ਪੱਖਾਂ ਨੂੰ ਵੀ ਛੂਹਿਆ। ਹੁਣ ਅਸੀਂ ਜੋ ਮਿੰਨੀ ਦਾ 127ਵਾਂ ਅੰਕ ਹੈ ਉਸ ਨੂੰ ਰਿਲੀਜ਼ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਇਸ ਵਾਰ ਮਹਿਮਾਨ ਰਚਨਾਕਾਰ ਦੇ ਤੌਰ ਤੇ ਹਿੰਦੀ ਦੇ ਪ੍ਰਸਿੱਧ ਲੇਖਕ ਸ਼੍ਰੀ ਸੁਕੇਤ ਸਾਹਨੀ ਜੀ ਨੂੰ ਸ਼ਾਮਲ ਕੀਤਾ ਗਿਆ ਹੈ। ਪਛਾਣ ਦੇ ਤੌਰ ਤੇ ਸੁਰਿੰਦਰ ਕੈਲੇ ਜੀ, ਰਚਨਾ ਪ੍ਰਕਿਰਿਆ ਗੁਰਸੇਵਕ ਸਿੰਘ ਰੋੜਕੀ ਜੀ, 10 ਸਵਾਲ ਡਾਕਟਰ ਜੋਗਿੰਦਰ ਸਿੰਘ ਨਰਾਲਾ ਜੀ ਤੋਂ ਪੁੱਛੇ ਗਏ ਨੇ ਤੇ ਇੱਕ ਮਿੰਨੀ ਕਹਾਣੀ ਨੂੰ ਲੈ ਕੇ ਆਲੋਚਨਾਤਮਕ ਜਿਹੜਾ ਲੇਖ ਹੈ ਉਹ ਲਤਾ ਅਗਰਵਾਲ ਜੋ ਹਿੰਦੀ ਦੇ ਲੇਖਕਾਂ ਨੇ ਉਹਨਾਂ ਦਾ ਹੈ। ਹਰ ਅੰਕ ਦੀ ਤਰ੍ਹਾਂ ਵਿਦੇਸ਼ੀ ਮਿੰਨੀ ਕਹਾਣੀਆਂ, ਮਹਿਮਾਨ ਮਿੰਨੀ ਕਹਾਣੀਆਂ, ਸਿਲਸਿਲਾ ਕਾਲਮ ਦੇ ਵਿੱਚ ਜਸਵੀਰ ਟੰਡ, ਸ਼ਰਨ ਕੌਰ, ਅਮਰ ਕੌਰ ਵੇਦੀ, ਵੀਰਿੰਦਰ ਭਨਮੌਰੀ, ਦਰਸ਼ਨ ਸਿੰਘ ਬਰੇਟਾ, ਮਾਸਟਰ ਸੁਖਵਿੰਦਰ ਦਾਨਗੜ੍ਹ, ਤਰਸੇਮ ਬਸ਼ਰ, ਕੁਲਵਿੰਦਰ ਕੌਸ਼ਲ, ਬਲਜੀਤ ਮੌਜੀਆ, ਸੁਖਦੇਵ ਸਿੰਘ ਸ਼ਾਂਤ ਹੋਰਾਂ ਦੀਆਂ ਮਿੰਨੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਅੰਕ ਪ੍ਰਕਾਸ਼ਿਤ ਹੋ ਚੁੱਕਿਆ ਹੈ। ਕੁਝ ਦਿਨਾਂ ਦੇ ਵਿੱਚ ਹੀ ਸਾਰੇ ਸਾਥੀਆਂ ਨੂੰ ਜੋ ਪਾਠਕ ਨੇ, ਇਸ ਦੇ ਮੈਂਬਰ ਨੇ, ਬਾਏ ਪੋਸਟ ਉਹਨਾਂ ਤੱਕ ਭੇਜ ਦਿੱਤਾ ਜਾਵੇਗਾ। ਬੰਦ ਹੋ ਜਾਂਦਾ ਪਿੱਛੇ ਬੰਦ ਹੋ ਜਾਂਦੀ ਆਵਾਜ਼। ਮਿੰਨੀ ਦਾ ਇਹ ਅੰਕ ਸੀ ਜੋ ਆਪਾਂ ਅੱਜ ਲੋਕ ਅਰਪਣ ਕੀਤਾ ਹੈ। ਇਸ ਤੋਂ ਬਾਅਦ ਸਾਡੇ ਕੋਲ ਡਾਕਟਰ ਦੀਪਤੀ ਜੀ ਵੱਲੋਂ ਸੁਖਵੀਰ ਤੇ ਸਾਹਿਤ ਕੁਝ ਰੰਗ ਇੱਕ ਪੁਸਤਕ ਦੀ ਸੰਪਾਦਨਾ ਕੀਤੀ ਗਈ ਹੈ। ਇਹਦੇ ਵਿੱਚ ਸੁਖਵੀਰ ਜੀ ਦੇ ਮਿੰਨੀ ਕਹਾਣੀ ਬਾਰੇ ਤੇ ਸਮਾਜਿਕ ਹੋਰ ਸਮਾਜਿਕ ਗੱਲਾਂ ਬਾਰੇ ਵਿਚਾਰ ਨੇ ਤੇ ਇੱਕ ਉਹਨਾਂ ਨਾਲ ਇੰਟਰਵਿਊ ਕੀਤੀ ਗਈ ਹੈ। ਇਸ ਪੁਸਤਕ ਦਾ ਭਾਗ ਹੈ। ਇਹ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਇਸ ਦੇ ਲਈ ਡਾਕਟਰ ਦੀਪਤੀ ਜੀ ਨੂੰ ਬਹੁਤ ਬਹੁਤ ਵਧਾਈ, ਕਿਉਂਕਿ ਇੱਕ ਨਵੇਕਲੀ ਗੱਲ ਹੈ ਸੁਖਵੀਰ ਜੀ ਦੇ ਮਿੰਨੀ ਕਹਾਣੀ ਬਾਰੇ ਵਿਚਾਰ ਜਾਣਨੇ ਤੇ ਉਹਨਾਂ ਦਾ ਨਜ਼ਰੀਆ ਜਾਣਨਾ। ਜੋ ਸਾਡੇ ਨਵੇਂ ਲੇਖਕ ਨੇ ਉਹ ਇਸ ਪੁਸਤਕ ਦੇ ਜ਼ਰੀਏ ਪੜ੍ਹ ਕੇ ਜਾਣ ਸਕਦੇ ਹਨ ਕਿ ਉਹਨਾਂ ਦੇ ਇਸ ਵਿਧਾ ਬਾਰੇ ਕੀ ਵਿਚਾਰ ਰਹੇ ਹਨ। ਹਰਭਜਨ ਖੇਮਕਰਨੀ ਜੀ ਮਿੰਨੀ ਕਹਾਣੀ ਦੇ ਪ੍ਰੋੜ ਹਸਤਾਖਰ ਨੇ, ਜਿਨ੍ਹਾਂ ਦੇ ਪਹਿਲਾਂ 2 ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਨੇ, ਸਿੰਧਾ ਘੜਾ ਤੇ ਚਾਨਣ। ਇਸ ਤੋਂ ਬਿਨਾਂ ਇਹਨਾਂ ਦੀਆਂ ਮਿੰਨੀ ਕਹਾਣੀਆਂ ਹੋਰ ਕਈ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋਈਆਂ ਹਨ। ਇਹਨਾਂ ਦਾ ਹੁਣ ਤੀਸਰਾ ਮਿੰਨੀ ਕਹਾਣੀ ਸੰਗ੍ਰਹਿ ਹੈ ਖੁਰਦੀਆਂ ਪੈੜਾਂ ਪ੍ਰਕਾਸ਼ਿਤ ਹੋਇਆ ਹੈ। ਇਸ ਨੂੰ ਵੀ ਅੱਜ ਲੋਕ ਅਰਪਣ ਕਰਨ ਦੀ ਆਪਾਂ ਖੁਸ਼ੀ ਹਾਸਲ ਕਰ ਰਹੇ ਹਾਂ। ਇਸ ਪੁਸਤਕ ਵਿੱਚ ਖੇਮਕਰਨੀ ਹੋਰਾਂ ਦੀਆਂ 68 ਮਿੰਨੀ ਕਹਾਣੀਆਂ ਹਨ, ਨਵੀਆਂ ਮਿੰਨੀ ਕਹਾਣੀਆਂ ਨੇ, ਜਿਨ੍ਹਾਂ ਨੂੰ ਅਸੀਂ ਪੜ੍ਹਾਂਗੇ ਤੇ ਜੋ ਨਵੀਂ ਮਿੰਨੀ ਕਹਾਣੀ ਲਿਖੀ ਜਾ ਰਹੀ ਹੈ ਉਸ ਬਾਰੇ ਜਾਣਾਂਗੇ। ਇਸ ਤੋਂ ਬਿਨਾਂ ਪੁਸਤਕ ਦੇ ਆਖਰ ਦੇ ਵਿੱਚ ਖੇਮਕਰਨੀ ਜੀ ਦੀਆਂ ਕਹਾਣੀਆਂ ਆਲੋਚਕਾਂ ਦੀ ਨਜ਼ਰ ਦੇ ਵਿੱਚ ਕਿਹੋ ਜਿਹੀਆਂ ਨੇ, ਉਹਨਾਂ ਦੇ ਵਿਚਾਰ ਨੇ ਵੱਖ-ਵੱਖ ਆਲੋਚਕਾਂ ਦੇ, ਲੇਖਕਾਂ ਦੇ। ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਇਸ ਦੇ ਲੋਕ ਅਰਪਣ ਤੇ ਅਸੀਂ
ਮਿੰਨੀ ਕਹਾਣੀ ਲੇਖ ਮੰਚ ਵੱਲੋਂ ਤੇ ਸਮੁੱਚੇ ਲੇਖਕਾਂ ਵੱਲੋਂ ਹਰਭਜਨ ਸਿੰਘ ਖੇਮਕਰਨੀ ਜੀ ਨੂੰ ਠੀਕ ਆ। ਬਹੁਤ ਬਹੁਤ ਵਧਾਈ ਦਿੰਦੇ ਹਾਂ। ਹੁਣ ਅਸੀਂ ਪ੍ਰੋਗਰਾਮ ਦਾ ਜੋ ਅਗਲਾ ਪੜਾਅ ਹੈ ਉਸ ਵੱਲ ਵਧਦੇ ਹਾਂ, ਕਿਉਂਕਿ ਜੋ ਸਾਡਾ ਪ੍ਰੋਗਰਾਮ ਦਾ ਪਹਿਲਾ ਸੈਸ਼ਨ ਸੀ ਉਹ 3 ਮਿੰਨੀ ਸਮੇਤ 2 ਕਿਤਾਬਾਂ ਨੂੰ ਰਿਲੀਜ਼ ਕਰਨ ਦਾ ਸੀ। ਕਿਤਾਬਾਂ ਨੂੰ ਅਸੀਂ ਰਿਲੀਜ਼ ਕਰ ਚੁੱਕੇ ਹਾਂ। ਮਿੰਨੀ ਦੇ ਜਿਹੜਾ ਅੰਕ ਹੈ ਉਹਨੂੰ ਵੀ ਲੋਕ ਅਰਪਣ ਕੀਤਾ ਜਾ ਚੁੱਕਿਆ ਹੈ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਹਰਭਜਨ ਖੇਮਕਰਨੀ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਹਰਭਜਨ ਖੇਮਕਰਨੀ ਜੀ, ਜਿਨ੍ਹਾਂ ਸਾਥੀਆਂ ਦੇ ਫੋਨ ਅਨਮਿਊਟ ਨੇ ਕਿਰਪਾ ਕਰਕੇ ਉਹ ਇੱਕ ਵਾਰ ਮਿਊਟ ਕਰ ਦੇਣ ਤਾਂ ਕਿ ਸਮੁੱਚੇ ਪ੍ਰੋਗਰਾਮ ਦਾ ਵਧੀਆ ਆਨੰਦ ਮਾਣਿਆ ਜਾ ਸਕੇ। ਸਾਰਾ ਸਮੁੱਚਾ ਪ੍ਰੋਗਰਾਮ ਇਹ ਰਿਕਾਰਡ ਕੀਤਾ ਜਾ ਰਿਹਾ ਹੈ, ਜਿਹਨੂੰ ਜਲਦੀ ਅਸੀਂ YouTube ਦੇ ਉੱਪਰ ਅਪਲੋਡ ਕਰ ਦਾਂਗੇ। ਹਰਭਜਨ ਖੇਮਕਰਨੀ ਜੀ, ਤੁਸੀਂ ਆਪਣਾ ਫੋਨ ਅਨਮਿਊਟ ਕਰ ਲਓ, ਮਾਈਕ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਰਚਨਾ ਦਾ ਪਾਠ ਕਰੋ ਜੀ। ਠੀਕ ਹੈ ਜੀ। ਹਾਜ਼ਰ ਮੇਰੀ ਮਿੰਨੀ ਕਹਾਣੀ ਵਰਦੀ। ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮਾਇਤੀਆਂ ਨਾਲ ਸੰਬੰਧੀ ਸਲਾਹ ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਕੱਸੀ ਮਿੱਤਰ ਮੰਡਲੀ ਵਿੱਚ ਬੈਠਾ ਚਟਕਾਰੇ ਲੈ ਲੈ ਕੇ ਰਮਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ ਕਿ ਇਤਨੇ ਨੂੰ ਪਿੰਡ ਛੁੱਟੀ ਆਇਆ। ਸੂਬੇਦਾਰ ਨਿਸ਼ਾਨ ਸਿੰਘ ਵਿਹੜੇ ਨੂੰ ਜਾਣ ਲਈ ਹਵੇਲੀ ਅੱਗਿਓਂ ਲੰਘਣ ਲੱਗਾ ਤਾਂ ਸਰਪੰਚ ਤੇ ਮੁੰਡੇ ਨੇ ਉੱਠ ਕੇ ਠਾਹ ਕਰਦਾ ਸਲੂਟ ਮਾਰਿਆ। ਸਲੂਟ ਦਾ ਉੱਤਰ ਦੇ ਕੇ ਜਦੋਂ ਸੂਬੇਦਾਰ ਥੋੜਾ ਜਿਹਾ ਅੱਗੇ ਚਲਾ ਗਿਆ ਤਾਂ ਪਿਛਲੇ ਪਾਸਿਓਂ ਕਿਸੇ ਨੇ ਸ਼ਬਦਾਂ ਦਾ ਵਾਰ ਕੀਤਾ, ਆਜ਼ਾਦੀ ਤਾਂ ਇਹਨਾਂ ਨੂੰ ਮਿਲੀ ਆ, ਵੇਖਿਆ ਸੂਬੇਦਾਰ ਦਾ ਟੌਰ। ਸਰਪੰਚ ਦਾ ਮੁੰਡਾ ਵੀ ਸਲੂਟਾ ਮਾਰਦਾ। ਭਾਊ ਜੀ, ਬੰਦੇ ਨੂੰ ਕੌਣ ਪੁੱਛਦੇ ਆ, ਇਹ ਤਾਂ ਮੋਢੇ ਤੇ ਲੱਗੇ ਫੁੱਲਾਂ ਦੀ ਇੱਜ਼ਤ ਆ। ਕੋਈ ਨਹੀਂ, ਸੂਬੇਦਾਰ ਨੂੰ ਸੁਨਾਹ ਭੇਜ ਦਿੰਦੇ ਆ ਕਿ ਹੁਣ ਵਰਦੀ ਪਾ ਕੇ ਪਿੰਡ ਨਾ ਆਇਆ ਕਰੇ। ਸਰਪੰਚ ਨੇ ਖਲਾ ਨੂੰ ਘੂਰਦਿਆਂ ਕਿਹਾ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਹਰਭਜਨ ਖੇਮਕਰਨੀ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਵਰਦੀ ਦਾ ਪਾਠ ਕੀਤਾ। ਸਾਡੇ ਦਰਮਿਆਨ ਡਾਕਟਰ ਬਲਦੇਵ ਸਿੰਘ ਖਹਿਰਾ ਜੀ ਤੇ ਹੋਰ ਸਾਥੀ ਵੀ ਜੁੜੇ ਨੇ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹੈਗੇ ਹਾਂ। ਹੁਣ ਬੇਨਤੀ ਕਰਦੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਮੋਹ ਦਾ ਪਾਠ ਕਰਨ। ਡਾਕਟਰ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸ੍ਰੀ ਜਗਦੀਸ਼ ਰਾਏ ਕੁਲਰ ਜੀ, ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ, ਸਰਦਾਰ ਹਰਭਜਨ ਸਿੰਘ ਖੇਮਕਰਨੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ ਹੈ ਤੇ ਮੈਂ ਤੁਹਾਡੇ ਸਾਹਮਣੇ ਆਪਣੀ ਮਿੰਨੀ ਕਹਾਣੀ ਪ੍ਰਸਤੁਤ ਕਰਨ ਲੱਗੀ। ਮੇਰੀ ਕਹਾਣੀ ਹੈ ਜੀ ਮਿੰਨੀ ਕਹਾਣੀ ਮੋਹ। ਪਾਪਾ, ਤੁਸੀਂ ਸਾਡੇ ਘਰ ਆ ਕੇ ਹੀ ਰਹਿ ਲਓ, ਸਾਡੇ ਨਾਲ ਰਹੋਗੇ ਤੁਹਾਡਾ ਮਨ ਲੱਗਿਆ ਰਹੇਗਾ, ਤੁਹਾਡਾ ਦੋਤਾ ਵੀ ਖੁਸ਼ ਹੋ ਜਾਏਗਾ। ਮੈਂ ਛੁੱਟੀ ਵਾਲੇ ਦਿਨ ਹੀ ਤੁਹਾਨੂੰ ਮਿਲਣ ਆਉਂਦੀ ਹਾਂ। ਹਰ ਰੋਜ਼ ਮੇਰਾ ਧਿਆਨ ਤੁਹਾਡੇ ਵੱਲ ਹੀ ਰਹਿੰਦਾ ਹੈ। ਮੈਂ ਜਦੋਂ ਕੋਈ ਖਾਸ ਚੀਜ਼ ਬਣਾਉਂਦੀ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਪਤਾ ਨਹੀਂ ਪਾਪਾ ਨੇ ਰੋਟੀ ਖਾਧੀ ਵੀ ਹੈ ਜਾਂ ਨਹੀਂ। ਨੌਕਰ ਭਾਵੇਂ ਜਿੰਨਾ ਮਰਜ਼ੀ ਧਿਆਨ ਰੱਖ ਲੈਣ, ਫਿਰ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਮੈਂ ਤੁਹਾਨੂੰ ਦੇਖ ਨਹੀਂ ਲੈਂਦੀ। ਮਨ ਭਟਕਿਆ ਹੀ ਰਹਿੰਦਾ ਹੈ। ਬੜਾ ਸੋਚ ਕੇ ਮਮਤਾ ਨੇ ਪਾਪਾ ਨੂੰ ਕਹਿ ਹੀ ਦਿੱਤਾ, ਬੇਟਾ ਤੇਰੀ ਸੱਸ ਤੇਰੇ ਨਾਲ ਰਹਿੰਦੀ ਹੈ, ਤੇਰੇ ਘਰ ਆਇਆ ਗਿਆ ਵੀ ਲੱਗਿਆ ਰਹਿੰਦਾ ਹੈ, ਸਮਾਜ ਕੀ ਕਹੇਗਾ। ਭਾਵੇਂ ਤੇਰਾ ਜਵਾਈ ਮੇਰਾ ਬਹੁਤ ਧਿਆਨ ਰੱਖਦਾ ਹੈ, ਫਿਰ ਵੀ ਧੀ ਦੇ ਘਰ ਰਹਿਣਾ ਠੀਕ ਨਹੀਂ ਲੱਗਦਾ। ਤੇਰੀ ਮੰਮੀ ਦੇ ਹੁੰਦਿਆਂ ਤਾਂ ਮੈਨੂੰ ਕਦੇ ਇਕੱਲਾਪਨ ਮਹਿਸੂਸ ਨਹੀਂ ਸੀ ਹੋਇਆ। ਹੁਣ ਵੀ ਵਕਤ ਠੀਕ ਲੰਘ ਰਿਹਾ ਹੈ। ਤੇਰਾ ਭਰਾ ਵੀ ਅਮਰੀਕਾ ਤੋਂ 2-3 ਸਾਲ ਬਾਅਦ ਆ ਕੇ ਗੇੜਾ ਮਾਰ ਹੀ ਲੈਂਦਾ ਹੈ। ਪਿਤਾ ਨੇ ਜਵਾਬ ਦਿੱਤਾ। ਪਾਪਾ, ਮੇਰੇ ਪਤੀ ਨੂੰ ਕਿਉਂ ਕੋਈ ਇਤਰਾਜ਼ ਹੋਵੇਗਾ। ਮੈਂ ਆਪਣੀ ਸੱਸ ਦਾ ਬਹੁਤ ਖਿਆਲ ਰੱਖਦੀ ਹਾਂ। ਤੁਸੀਂ ਵੀ ਗਰਮ ਖਾਣਾ ਖਾ ਲਿਆ ਕਰੋਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਤੁਸੀਂ ਮੈਨੂੰ ਫੁੱਲਾਂ ਵਾਂਗ ਪਾਲਿਆ ਹੈ, ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਹੁਣ ਮੇਰੀ ਵਾਰੀ ਹੈ, ਮੈਂ ਤੁਹਾਨੂੰ ਇੱਥੇ ਇਕੱਲੇ ਨਹੀਂ ਰਹਿਣ ਦੇਣਾ, ਤੁਸੀਂ ਮੇਰੇ ਕੋਲ ਹੀ ਆ ਕੇ ਰਹਿਣਾ ਹੈ। ਮੈਂ ਇਹਨਾਂ ਨੂੰ ਕਹਾਂਗੀ ਤੁਹਾਨੂੰ ਆਪਣੇ ਨਾਲ ਹੀ ਲੈ ਕੇ ਆਣ, ਮੈਂ ਕੁਝ ਹੋਰ ਨਹੀਂ ਸੁਣਨਾ। ਸ਼ਾਮ ਸਿੰਘ ਨੂੰ ਲੱਗਿਆ ਜਿਵੇਂ ਉਸਦੇ ਮਨ ਤੋਂ ਕੋਈ ਬੋਝ ਉਤਰ ਗਿਆ ਹੋਵੇ। ਰੱਬ ਸਭ ਨੂੰ ਇਹੋ ਜਿਹੀ ਬੇਟੀ ਦੇਵੇ। ਬੇਟਾ ਇੱਥੇ ਹੁੰਦਾ ਭਾਵੇਂ ਉਹ ਮੇਰਾ ਇੰਨਾ ਖਿਆਲ ਨਾ ਰੱਖਦਾ, ਮੇਰੀ ਬੇਟੀ ਮੇਰੇ ਬਾਰੇ ਇੰਨਾ ਸੋਚਦੀ ਹੈ। ਉਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਨਿਕਲਣ ਲੱਗੇ ਤੇ ਉਹ ਜਾਣ ਦੀ ਤਿਆਰੀ ਕਰਨ ਲੱਗਾ। ਥੈਂਕ ਯੂ। ਹਾਂਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਡਾਕਟਰ ਸਾਹਿਬ ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਮੋਹ ਦਾ ਪਾਠ ਕੀਤਾ। ਹੁਣ ਬੇਨਤੀ ਕਰਾਂਗੇ ਡਾਕਟਰ ਸਾਧੂ ਰਾਮ ਲੰਗਿਆਣਾ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਡਾਕਟਰ ਸਾਧੂ ਰਾਮ ਲੰਗਿਆਣਾ ਜੀ, ਇਸ ਤੋਂ ਬਾਅਦ ਮੈਡਮ ਸੀਮਾ ਭਾਟੀਆ ਜੀ ਤਿਆਰ ਰਹਿਣ। ਡਾਕਟਰ ਸਾਧੂ ਰਾਮ ਲੰਗਿਆਣਾ ਜੀ।
ਹਾਂਜੀ, ਪਹਿਲਾਂ ਮੇਰੀ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ, ਮਿੰਨੀ ਕਹਾਣੀ ਆ ਜੀ, ਪੁੱਠੀ ਚਪੇੜ। ਬੰਤੀ ਘਰੋਂ ਭਾਵੇਂ ਗਰੀਬ ਸੀ, ਪਰ ਰੰਗ ਰੂਪ ਪੱਖੋਂ ਹੁਸਨਾਂ ਦੀ ਮਲਕਾ ਸੀ। ਉਹ ਪਿਛਲੇ 1.5 ਮਹੀਨੇ ਤੋਂ ਜਗੀਰੇ ਲੰਬੜਦਾਰ ਕੇ ਘਰ ਚੁੱਲ੍ਹੇ ਚੌਂਕੇ ਦੇ ਕੰਮ ਦੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਪਤੀ ਨਾਲ ਹੱਥ ਵਟਾ ਰਹੀ ਸੀ। ਜਗੀਰੇ ਦੀ ਪਤਨੀ, ਜਿਸ ਦਾ ਨਾਂ ਲక్ష్ਮੀ ਸੀ, ਪਰੰਤੂ ਉਸ ਨੂੰ ਸਾਰਿਆਂ ਵੱਲੋਂ ਲੱਛੋ ਕਹਿ ਕੇ ਪੁਕਾਰਿਆ ਜਾਂਦਾ ਸੀ, ਅਤੇ ਜੋ ਇੱਕ ਸਕੂਲ ਅਧਿਆਪਕਾ ਸੀ, ਉਸ ਵੱਲੋਂ ਦਿੱਤਾ ਗਿਆ ਫੁਲਕਾਰੀ ਸੂਟ ਬੰਤੀ ਨੇ ਜਿਉਂ ਹੀ ਪਹਿਨਿਆ ਤਾਂ ਉਹ ਪਹਿਲਾਂ ਨਾਲੋਂ ਵੀ ਸੁਨੱਖੀ ਜਾਪ ਰਹੀ ਸੀ। ਉਪਰੰਤ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਜਗੀਰੇ ਕੇ ਘਰ ਆਈ ਤਾਂ ਜਗੀਰੇ ਦੀਆਂ ਅੱਖਾਂ ਅੱਗੇ ਨਾਲੋਂ ਵੀ ਜ਼ਿਆਦਾ ਟੱਡੀਆਂ ਰਹਿ ਗਈਆਂ, ਕਿਉਂਕਿ ਉਹ ਤਾਂ ਪਹਿਲਾਂ ਹੀ ਬੰਤੀ ਉੱਪਰ ਅੰਦਰੋਂ ਅੰਦਰੀ ਆਪਣੀ ਨੀਅਤ ਬਦਨੀਅਤ ਕਰੀ ਬੈਠਾ ਸੀ, ਤੇ ਕਈ ਵਾਰੀ ਗੱਲੀ ਬਾਤੀ ਕਮੀਣੀਆਂ ਜਿਹੀਆਂ ਹਰਕਤਾਂ ਵੀ ਉਸ ਨਾਲ ਕਰ ਗਿਆ ਸੀ। ਬੰਤੀਏ, ਅੱਜ ਤਾਂ ਤੂੰ ਮੈਨੂੰ ਮੇਰੀ ਲੱਛੋ ਹੀ ਜਾਪ ਰਹੀ ਹੈ। ਸਰਦਾਰ ਜੀ, ਗੱਲ ਤੁਹਾਡੀ ਪੂਰੇ 16 ਆਨੇ ਆ। ਹਾਏ, ਫੇਰ ਬੰਤ ਗਏ, ਦੇਰ ਕਿਹੜੀ ਗੱਲ ਦੀ? ਤੂੰ ਲੱਛੋ ਤੇ ਮੈਂ ਜਗੀਰਾ, ਤੇ ਆ ਜਾ ਫਿਰ ਮੇਰੀਆਂ ਬਾਹਾਂ ਵਿੱਚ। ਸਰਦਾਰ ਜੀ, ਘਰੋਂ ਤੁਰਨ ਸਮੇਂ ਮੇਰੇ ਸ਼ਾਮੇ ਪਤੀ ਨੇ ਅੱਜ ਮੈਨੂੰ 3-4 ਵਾਰ ਕਲਾਵੇ ਵਿੱਚ ਲਿਆ, ਤੇ ਅੱਜ ਤਾਂ ਉਹ ਮੈਨੂੰ ਇੱਧਰ ਆਉਣ ਹੀ ਨਹੀਂ ਦੇ ਰਿਹਾ ਸੀ। ਮਸਾਂ ਖੜਾ ਛੜਾ ਕੇ ਆਈ ਆ। ਹੈਂ, ਸ਼ਾਮਾਂ ਕਿਹੜੀ ਗੱਲੋਂ ਤੈਨੂੰ ਆਉਣ ਤੋਂ ਵਰਦਾ ਸੀ? ਬੰਤ ਕੇ ਤੂੰ ਮੂੰਹੋਂ ਘੁੱਟ ਕੇ ਦੱਸ ਮੈਨੂੰ, ਨਾਲੇ ਤੈਨੂੰ ਕੀ ਚਾਹੀਦਾ? ਸਰਦਾਰ ਜੀ, ਕੀ ਦੱਸਾਂ? ਮੈਨੂੰ ਸ਼ਾਮਾਂ ਕਹਿੰਦਾ ਸੀ ਨਾ ਕਿ ਬੰਤ ਗਏ, ਅੱਜ ਤਾਂ ਤੂੰ ਮੈਨੂੰ ਜਮਾਂ ਹੀ ਜਗੀਰੇ ਲੰਬੜਦਾਰਾਂ ਕੀ ਲੱਛੋ ਜਾਪਦੀਆਂ ਲੱਛੋ, ਤੇ ਨਾਲੇ ਉਹਨੇ ਮੈਨੂੰ ਘੁੱਟ ਕੇ ਕਲਾਵੇ ਚ ਲੈਂਦਿਆਂ ਆਪਣੀ ਹਿੱਕ ਨਾਲ ਲਾ ਲਿਆ ਸੀ। ਹੁਣ ਅੱਗੋਂ ਬੁੱਤ ਬਣੇ ਜੰਗੀਰੇ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਧੂ ਰਾਮ ਲੰਗੇਣਾ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਪੁੱਠੀ ਚਪੇੜ ਦਾ ਪਾਠ ਕੀਤਾ। ਇਸ ਤੋਂ ਬਾਅਦ ਬੇਨਤੀ ਕਰਾਂਗੇ ਮੈਡਮ ਸੀਮਾ ਭਾਟੀਆ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਇਸ ਤੋਂ ਬਾਅਦ ਵਿਵੇਕ ਜੀ ਤਿਆਰ ਰਹਿਣ। ਨਮਸਤੇ ਸਾਰਿਆਂ ਨੂੰ। ਪੰਜਾਬੀ ਚ ਬੋਲਣ ਦਾ ਮੇਰਾ ਅਨੁਭਵ ਨਹੀਂ ਹੈ, ਮੈਂ ਹਿੰਦੀ ਤੋਂ ਹੀ ਲਿਖਣੀ ਆ ਤੇ ਹਿੰਦੀ ਦੀ ਹੀ ਆਪਣੀ ਇੱਕ ਰਚਨਾ ਅਨੁਵਾਦ ਕੀਤੀ ਹੈ। ਧੰਨਵਾਦ ਦੀਪਤੀ ਸਰ ਨੂੰ ਇਹ ਅਵਸਰ ਦੇਣ ਲਈ। ਮੈਂ ਆਪਣੀ ਰਚਨਾ ਪੜ੍ਹ ਰਹੀ ਹਾਂ, ਫੁੱਲਾਂ ਵਾਲੀ ਸ਼ਾਲ। ਅੱਜ ਮਾਂ ਦੀ ਅਲਮਾਰੀ ਖੋਲ ਕੇ ਉਸਦੇ ਸਮਾਨ ਦਾ ਬਟਵਾਰਾ ਹੋਣਾ ਸੀ। 13ਵੀਂ ਤੋਂ ਬਾਅਦ ਸਾਰੇ ਰਿਸ਼ਤੇਦਾਰ ਵਾਪਸ ਟੁਰ ਗਏ ਸਨ। ਪਿੱਛੇ ਰਹਿ ਗਏ ਸਨ ਦੋਵੇਂ ਮੁੰਡੇ, ਨੂੰਹਾਂ, ਧੀ ਤੇ ਜਵਾਈ। ਜੋਤੀ ਤੇ ਵੀਨਾ ਚੌਧਰ ਬਣੀਆਂ ਸਾਰਾ ਸਮਾਨ ਨਿਕਾਲ ਕੇ ਬਿਸਤਰ ਤੇ ਰੱਖੀ ਜਾਂਦੀਆਂ ਸਨ। ਸਮਾਨ ਵਿੱਚ ਹੈ ਵੀ ਕੀ ਸੀ? ਕੁਝ ਘਿਸੇ ਪਿਟੇ ਸੂਟ, 2-4 ਜੋੜੀ ਚੱਪਲਾਂ, 3-4 ਸਵੈਟਰ, ਜੋ ਕਿਸੇ ਦੇ ਵੀ ਨਾਪ ਦੀਆਂ ਨਹੀਂ ਸਨ। ਸੋ ਇਹ ਤੈਅ ਹੋਇਆ ਕਿ ਇਹ ਸਾਰਾ ਸਮਾਨ ਮੰਗਤਿਆਂ ਨੂੰ ਦਾਨ ਕਰ ਦਿੱਤਾ ਜਾਵੇਗਾ। ਹੱਥ ਵਿੱਚ ਪਾਏ ਇੱਕ ਜੋੜੀ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ ਨੂੰਹਾਂ ਨੇ ਅੰਤਮ ਸੰਸਕਾਰ ਵੇਲੇ ਹੀ ਕਬਜ਼ਾ ਕਰ ਲਿਆ ਸੀ। ਹਾਂ ਸ਼ੁਭਾ, ਵੇਖ ਲੈ, ਇਹ ਕੱਪੜੇ ਤੇ ਜੁੱਤੀਆਂ ਤੇਰੇ ਕਿਸੇ ਕੰਮ ਦੀਆਂ ਨਹੀਂ। ਮਾਂ ਨੂੰ ਤੇ ਉਂਝ ਵੀ ਕੱਪੜਿਆਂ ਤੇ ਜੁੱਤੀਆਂ ਦਾ ਸ਼ੌਕ ਹੀ ਕਿੱਥੇ ਸੀ। ਫੇਰ ਵੀ ਵੇਖ ਲੈ, ਕੁਛ ਲੈ ਕੇ ਜਾਣਾ ਹੈ ਤਾਂ ਮਾਂ ਦੀ ਨਿਸ਼ਾਨੀ ਲਈ ਲੈ ਜਾ। ਵੱਡੇ ਭਰਾ ਵਿਵੇਕ ਨੇ ਵਡੱਪਨ ਦਿਖਾਉਂਦੇ ਹੋਏ ਕਿਹਾ। ਸ਼ੁਭਾ ਨੂੰ ਪਤਾ ਸੀ ਕਿ 5 ਸਾਲ ਪਹਿਲਾਂ ਬਾਪੂ ਦੇ ਚਲੇ ਜਾਣ ਤੋਂ ਬਾਅਦ ਮਾਂ ਦੀ ਕੱਪੜਿਆਂ ਤੇ ਜੁੱਤਿਆਂ ਦੀ ਖਵਾਇਸ਼ਾਂ ਨੂੰ ਉਸ ਦੀਆਂ ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਦੇ ਖਰਚਿਆਂ ਦੀ ਦੁਹਾਈ ਦੇ ਕੇ ਦਬਾ ਦਿੱਤਾ ਗਿਆ ਸੀ। ਉਸਨੂੰ ਯਾਦ ਆਇਆ ਕਿ 3 ਸਾਲ ਪਹਿਲੇ ਵਿਨੋਦ ਨਾਲ ਵਿਆਹ ਤੋਂ ਬਾਅਦ ਹਨੀਮੂਨ ਤੋਂ ਕਸ਼ਮੀਰ ਤੋਂ ਘੁੰਮ ਕੇ ਵਾਪਸ ਆਉਂਦਿਆਂ ਵੇਲੇ ਉਹਨੇ ਭਰਾ ਤੇ ਭਰਜਾਈਆਂ ਲਈ ਤੋਹਫਿਆਂ ਤੇ ਨਾਲ ਨਾਲ ਮਾਂ ਲਈ ਇੱਕ ਫੁੱਲਾਂ ਵਾਲੀ ਸ਼ਾਲ ਵੀ, ਕਢਾਈ ਵਾਲੀ ਸ਼ਾਲ ਵੀ ਲਈ ਸੀ। ਸਰਲਾ ਦੇਵੀ ਨੇ ਉਦੋਂ ਕਿੰਨਾ ਗੁੱਸਾ ਕੀਤਾ ਸੀ। ਪਾਗਲ ਜਿਹੀ ਨਾ ਹੋਵੇ, ਕਿਤੇ ਮਾਵਾਂ ਵੀ ਧੀ ਜਵਾਈਆਂ ਤੋਂ ਤੋਹਫੇ ਲੈਂਦੀਆਂ ਚੰਗੀਆਂ ਲੱਗਦੀਆਂ ਨੇ। ਪਰ ਜਿੱਦ ਕਰਨ ਤੇ ਮਾਂ ਨੇ ਉਹ ਸ਼ਾਲ ਲੈ ਲਈ ਸੀ। ਉਸ ਤੋਂ ਬਾਅਦ ਜਦੋਂ ਵੀ ਉਹ ਵੱਡਿਆਂ ਦਿਨਾਂ ਦੀ ਛੁੱਟੀਆਂ 'ਚ ਪੇਕੇ ਆਉਂਦੀ, ਮਾਂ ਉਸਨੂੰ ਵਿਖਾਉਣ ਲਈ ਉਹੀ ਸ਼ਾਲ ਬੁੱਕਲ ਮਾਰੇ ਰੱਖਦੀ ਸੀ। ਕੀ ਲੱਭ ਰਹੀ ਹੈ ਸ਼ੁਭਾ? ਛੋਟੇ ਭਰਾ ਸਾਹਿਲ ਦੀਆਂ ਅੱਖਾਂ ਤੋਂ ਕੁਝ ਵੀ ਨਹੀਂ ਸੀ ਲੁਕਿਆ। ਕੁਝ ਨਹੀਂ ਵੀਰੇ, ਬਸ ਉਹ ਫੁੱਲਾਂ ਵਾਲੀ ਸ਼ਾਲ ਵੇਖ ਰਹੀ ਸੀ, ਕਿਤੇ ਦਿਖ ਨਹੀਂ ਰਹੀ। ਮਾਂ ਨੂੰ ਮੈਂ ਬਸ ਇੱਕ ਹੀ ਤਾਂ ਤੋਹਫਾ ਦਿੱਤਾ ਸੀ ਸਾਰੀ ਜ਼ਿੰਦਗੀ 'ਚ, ਬਸ ਉਸਦੇ ਅਹਿਸਾਸਾਂ ਨੂੰ ਉਸੇ ਸ਼ਾਲ ਵਿੱਚ ਲਪੇਟ ਕੇ ਆਪਣੇ ਨਾਲ ਵਾਪਸ ਲੈ ਜਾਣਾ ਚਾਹੁੰਦੀ ਹਾਂ। ਰੁਲਾਈ ਟੁੱਟ ਗਈ ਸੀ ਸ਼ੁਭਾ ਦੀ।
ਉਧਰੋਂ ਜੋਤੀ ਦੇ ਇਸ਼ਾਰਾ ਕਰਨ ਤੇ ਵੀਨਾ ਪਹਿਲੇ ਹੀ ਸ਼ਰਮਿੰਦਾ ਹੋ ਕੇ ਆਪਣੇ ਕਮਰੇ ਵਿੱਚ ਲੁਕੋ ਕੇ ਰੱਖੀ ਉਹ ਫੁੱਲਾਂ ਵਾਲੀ ਸ਼ਾਲ ਲੈਣ ਲਈ ਤੁਰ ਗਈ ਸੀ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਡਮ ਸੀਮਾ ਭਾਟੀਆ ਜੀ, ਜਿਨ੍ਹਾਂ ਨੇ ਆਪਣੀ ਰਚਨਾ ਫੁੱਲਾਂ ਵਾਲੀ ਸ਼ਾਲ ਸਾਡੇ ਨਾਲ ਸਾਂਝੀ ਕੀਤੀ। ਗੁਰਦੀਪ ਜੀ ਤੁਸੀਂ ਆਪਣੀ ਮਿੰਨੀ ਕਹਾਣੀ ਸੁਣਾ ਦਿਓ ਇੰਨੀ ਦੇਰ ਚ। ਠੀਕ ਹੈ ਜੀ, ਠੀਕ ਹੈ। ਮਿੰਨੀ ਕਹਾਣੀ ਦਾ ਨਾਮ ਹੈ ਰੁਦਨ। ਰਾਤ ਪਸਰ ਚੁੱਕੀ ਸੀ ਤੇ ਉਹ ਰੋਜ਼ ਵਾਂਗ ਜ਼ੋਰ-ਜ਼ੋਰ ਨਾਲ ਰੋਣ ਲੱਗਿਆ। ਕਦੇ ਆਪਦਾ ਸਿਰ ਜ਼ੋਰ ਨਾਲ ਕੰਧ ਤੇ ਮਾਰਦਾ ਤੇ ਕਦੇ ਇੱਕ ਪਾਸੇ ਭੱਜਦਾ ਤੇ ਕਦੇ ਦੂਜੇ ਪਾਸੇ, ਪਾਗਲਾਂ ਵਾਂਗ। ਪਰ ਉਹ ਪਾਗਲ ਨਹੀਂ ਸੀ। ਉਹਦੇ ਕੋਲ ਨਾ ਕੋਈ ਆਉਂਦਾ ਤੇ ਨਾ ਕੋਈ ਜਾਂਦਾ। ਜਦੋਂ ਦੇ ਮਾਂ-ਬਾਪ ਜਹਾਨੋਂ ਤੁਰੇ ਨੇ, ਉਦੋਂ ਤੋਂ ਪਿੰਡ ਵਾਲੇ ਹੀ ਤਰਸ ਖਾ ਕੇ ਦੂਰੋਂ ਹੀ ਰੋਟੀ ਸੁੱਟ ਦਿੰਦੇ ਨੇ। ਸਾਰਾ ਦਿਨ ਤਾਂ ਪਿਆ ਰਹਿੰਦਾ ਹੈ, ਪਰ ਜਿਵੇਂ ਜਿਵੇਂ ਹਨੇਰਾ ਹੋਣ ਲੱਗਦਾ ਹੈ ਉਹਦਾ ਰੁਦਨ ਸ਼ੁਰੂ ਹੋ ਜਾਂਦਾ। ਉਹ ਕੰਧਾਂ ਨਾਲ ਗੱਲਾਂ ਕਰਨ ਲੱਗਦਾ ਹੈ। ਹੋਰ ਹੈ ਵੀ ਕੌਣ ਜਿਹਦੇ ਨਾਲ ਉਹ ਬੋਲੇ। ਅੱਜ ਵੀ ਉਹੀਓ ਕੁਝ ਕਰ ਰਿਹਾ ਹੈ। ਤੁਸੀਂ ਵੀ ਸੁਣੋ। ਮੈਂ ਕੋਈ ਪਾਗਲ ਹਾਂ? ਮੈਂ ਤਾਂ ਬਹੁਤ ਸਿਆਣਾ ਮੁੰਡਾ ਸੀ। ਇਹਦੇ ਵਿੱਚ ਭਲਾ ਮੇਰਾ ਕੀ ਕਸੂਰ ਜੇ ਮੇਰੀ ਚਾਲ ਢਾਲ ਕੁੜੀਆਂ ਵਰਗੀ ਸੀ। ਉਸਨੇ ਜ਼ੋਰ ਦੀ ਚੀਕ ਮਾਰੀ, ਫਿਰ ਬਾਂਹ ਨਾਲ ਨੱਕ ਨੂੰ ਪੂੰਝਦੇ ਹੋਏ ਕੰਧ ਨਾਲ ਦੁਬਾਰਾ ਬੋਲਣ ਲੱਗਿਆ। ਮੈਨੂੰ ਸਾਰੇ ਜਨਾਨਾ ਕਹਿ ਕੇ ਛੇੜਦੇ। ਮੇਰੇ ਵਿੱਚੋਂ ਦੱਸ ਕੀ ਘਾਟ ਸੀ। ਸਾਰੇ ਅੰਗ ਸਾਬਤ ਹੋਣ ਦੇ ਬਾਵਜੂਦ ਵੀ ਮੈਨੂੰ ਮਜ਼ਾਕ ਦਾ ਪੱਤਰ ਬਣਨਾ ਪੈਂਦਾ। ਥੋੜਾ ਜਵਾਨ ਹੋਇਆ ਤਾਂ ਮੁੰਡੇ ਮੇਰੇ ਨਾਲ ਸੰਗ ਕਰਨਾ ਲੋਚਦੇ। ਤੂੰ ਦੱਸ ਮੈਂ ਕੀ ਕਰਦਾ? ਦੱਸ ਤਾਂ ਸਹੀ ਕੀ ਕਰਦਾ? ਉਸਨੇ ਜ਼ੋਰ ਦੀ ਇੱਕ ਮੁੱਠੀ ਵੱਟ ਕੇ ਕੰਧ ਤੇ ਮਾਰੀ। ਫਿਰ ਕਹਿਣ ਲੱਗਿਆ, ਮੈਂ ਸੋਚ ਲਿਆ ਸੀ ਕੁਝ ਕਰਨ ਨੂੰ। ਇੱਕ ਦਿਨ ਪਿੰਡ ਵਿੱਚ ਵਧਾਈ ਲੈਣ ਆਏ ਮਹੰਤਾਂ ਦੀ ਟੋਲੀ ਦੇ ਢੋਲ ਦੀ ਥਾਪ ਤੇ ਥਿਰਕਦਾ ਹੋਇਆ ਉਹਨਾਂ 'ਚ ਜਾ ਰਲਿਆ। ਉਦੋਂ ਤਾਂ ਮਾਂ-ਬਾਪ ਜਿਉਂਦੇ ਸੀ। ਬਥੇਰੀ ਮਿਹਨਤ ਕੀਤੀ, ਪਰ ਲੱਗਦਾ ਸੀ ਉਦੋਂ ਕਿਸੇ ਨੇ ਸਵਾਹ ਪਾ ਦਿੱਤੀ ਹੋਵੇ ਸਿਰ 'ਚ। ਮੈਂ ਇੱਕ ਨਾ ਸੁਣੀ ਕਿਸੇ ਦੀ। ਇਹ ਕਹਿੰਦੇ ਹੋਏ ਉਹਨੇ ਜ਼ੋਰ-ਜ਼ੋਰ ਦੀ ਮੱਥਾ ਕੰਧ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਥੱਕ ਗਿਆ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਸਮਾਜ ਦੇ ਤਾਨੇ ਮਿਹਣੇ ਵੀ ਕਈ ਵਾਰ ਬੰਦੇ ਨੂੰ ਵੱਡਾ ਕਦਮ ਚੁੱਕਣ ਵਾਸਤੇ ਮਜਬੂਰ ਕਰ ਦਿੰਦੇ ਨੇ। ਤੇ ਇਹ ਮਜਬੂਰੀ ਉਸ ਲਈ ਸਾਬਤ ਬੰਦਾ ਹੋਣ ਦੇ ਬਾਵਜੂਦ ਵੀ ਨਾ ਬੰਦੇ ਨਾ ਤੀਵੀਂ ਵਾਲੀ ਬਣ ਗਈ ਸੀ। ਅਚਾਨਕ ਉਹਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਤੇ ਉਹਨੇ ਜ਼ੋਰ ਨਾਲ ਤਾੜੀ ਮਾਰੀ ਤੇ ਬੋਲਣ ਲੱਗਿਆ। ਮੈਨੂੰ ਨਾਲ ਲਿਜਾ ਕੇ ਡੇਰੇ ਦਾ ਮਹੰਤ ਤਾਂ ਬੜਾ ਹੀ ਖੁਸ਼ ਹੋਇਆ ਸੀ। ਮੈਂ ਜਦੋਂ ਵੀ ਪਿੰਡ ਜਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਦਾ ਤਾਂ ਵੱਡੇ ਵੱਡਿਆਂ ਦੇ ਦਿਲ ਨੂੰ ਹੌਲ ਪੈਂਦੇ। ਪੈਸਿਆਂ ਦਾ ਮੀਂਹ ਵਰਨ ਲੱਗਦਾ। ਫੇਰ ਹੋਣ ਲੱਗਿਆ। ਕੰਧ ਤੇ ਹੌਲੀ ਹੌਲੀ ਹੱਥ ਫੇਰਦਾ ਹੋਇਆ ਕਹਿਣ ਲੱਗਿਆ, ਮੈਂ ਕੀ ਕਰਦਾ? ਮੇਰਾ ਉੱਥੇ ਵੀ ਮਨ ਨਹੀਂ ਲੱਗਿਆ। ਮੈਂ ਮਹੰਤ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ, ਪਰ ਬੋਲੇ ਇੱਕ ਸ਼ਬਦ ਵੀ ਨਹੀਂ, ਜਿਵੇਂ ਉਹਨਾਂ ਦੇ ਦਿਮਾਗ ਅੰਦਰ ਕੁਝ ਚੱਲਦਾ ਹੋਵੇ। ਅਸੀਂ ਸਾਰੇ ਜਣਿਆਂ ਨੇ ਉਸ ਰਾਤ ਖੂਬ ਦਾਰੂ ਪੀਤੀ ਤੇ ਉਸੇ ਰਾਤ ਮਹੰਤ ਨੇ ਤੇਜ਼ ਹਥਿਆਰ ਨਾਲ ਉਹਨੇ ਇੱਕ ਡੰਡਾ ਚੱਕਿਆ ਤੇ ਜ਼ੋਰ-ਜ਼ੋਰ ਨਾਲ ਕੰਧ ਤੇ ਮਾਰਨ ਲੱਗਿਆ। ਉਹ ਸਾਲੇ ਹਰਾਮਜ਼ਾਦੇ ਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਤੀ। ਕੀੜੇ ਪੈਣਗੇ। ਇਹ ਕੀ ਕੀਤਾ? ਮੇਰਾ ਸਮਾਨ ਮੈਨੂੰ ਵਾਪਸ। ਉਹ ਲਗਾਤਾਰ ਚੀਕ ਚਿਹਾੜਾ ਪਾ ਰਿਹਾ ਸੀ। ਉਸਦਾ ਰੁਦਨ ਚੁੱਪ ਰਾਤ ਨੂੰ ਚੀਰ ਰਿਹਾ ਸੀ, ਪਰ ਉਸਦੀ ਆਵਾਜ਼ ਸੁਣਨ ਵਾਲਾ ਰੋਜ਼ ਵਾਂਗ ਕੋਈ ਨਹੀਂ ਸੀ। ਸ਼ੁਕਰੀਆ, ਧੰਨਵਾਦ। ਹੁਣ ਵਿਵੇਕ ਨੂੰ ਬੇਨਤੀ ਹੈ ਵੀ ਉਹ ਉਹਨਾਂ ਦੀ ਕਹਾਣੀ ਰਹਿ ਗਈ ਸੀ, ਉਹ ਪਾਠ ਕਰਨ। ਵਿਵੇਕ ਕੋਟ ਇਸੇ ਖਾਨ। ਸ਼ੁਕਰੀਆ ਕੁਲਰੀਆ ਸਾਹਿਬ। ਸਭ ਤੋਂ ਪਹਿਲਾਂ ਤਾਂ ਪ੍ਰਬੰਧਕਾਂ ਨੂੰ ਤੇ ਸਾਡੇ ਸੀਨੀਅਰ ਸਾਹਿਤਕਾਰਾਂ ਨੂੰ ਨਮਸਕਾਰ ਜੀ। ਸਾਡੇ ਮਿੰਨੀ ਮੈਗਜ਼ੀਨ ਨੂੰ 32 ਸਾਲ ਹੋ ਗਏ। ਇਸ ਦੀ ਵਧਾਈ ਹਰਭਜਨ ਖੇਮਕਰ ਜੀ ਨੂੰ ਅਤੇ ਡਾਕਟਰ ਦੀਪਤੀ ਜੀ ਨੂੰ ਨਵੀਆਂ ਪੁਸਤਕਾਂ ਲਈ ਵਧਾਈ। ਸਾਥੀਓ, ਮੇਰੀ ਕਹਾਣੀ ਦਾ ਨਾਂ ਹੈ ਜੀ ਸਾਂਝ। ਨਾ ਮਾਰੀ 10 ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਹਾ, ਨਹੀਂ ਮੈਨੂੰ ਹੁਣੇ ਦੱਸਦੀ ਆ, ਹੁਣ ਖੇਡੇਗਾ ਉਹਦੇ ਨਾਲ? ਇੰਨਾ ਕਹਿੰਦਿਆਂ ਊਸ਼ਾ ਦੇਵੀ ਨੇ ਸੋਟੀ ਮੁੰਡੇ ਦੇ ਗਿੱਟਿਆਂ ਤੇ ਦੇ ਮਾਰੀ। ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸਦੇ ਪਤੀ ਪੰਡਤ ਕ੍ਰਿਸ਼ਨ ਕਾਂਤ ਨੇ ਉਹਦਾ ਹੱਥ ਫੜ ਲਿਆ। ਪਿਤਾ ਨੂੰ ਆਇਆ ਵੇਖ ਬਚਾ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ। ਹੁਣ ਕਿੱਧਰ ਜਾਣਾ? ਤੈਨੂੰ ਕਿੰਨੀ ਵਾਰੀ ਕਿਹਾ, ਪਰ ਤੇਰੇ ਤੇ ਕੋਈ ਅਸਰ ਨਹੀਂ। ਊਸ਼ਾ ਦੇਵੀ ਫਿਰ ਭੋਲੂ ਵੱਲ ਹੋਈ। ਕੀ ਗੱਲ ਹੋ ਗਈ?
ਕਿਉਂ ਮੁੰਡੇ ਨੂੰ ਮਾਰੀ ਜਾਨੀ ਆ? ਸਹਿਮੇ ਮੁੰਡੇ ਦੀ ਪਿੱਠ ਤੇ ਹੱਥ ਰੱਖ ਕ੍ਰਿਸ਼ਨ ਕਾਂਤ ਨੇ ਆਪਣੀ ਘਰਵਾਲੀ ਨੂੰ ਪੁੱਛਿਆ। ਹੋਣਾ ਕੀ ਹੈ, ਜਦੋਂ ਵੇਖੋ ਮਜਬੀਆਂ ਦੇ ਮੁੰਡੇ ਨਾਲ ਖੇਡਦਾ ਰਹਿੰਦਾ, ਉਹਦੀ ਬਾਹ ਪਾਇਆ ਫਿਰਦਾ। ਉਹ ਛੱਡ, ਇਹ ਕੀ ਗੱਲ ਹੋਈ? ਆਪਾਂ ਵੀ ਦਿਹਾੜੀ ਦੱਪਾ ਕਰਕੇ ਖਾਣ ਵਾਲੇ ਤੇ ਉਹ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ, ਆਪਾਂ ਵੀ ਗਰੀਬ ਉਹ ਵੀ ਗਰੀਬ। ਸਾਡੀ ਤਾਂ ਸਾਂਝ ਜਾਤ ਬਰਾਦਰੀ ਨੇ ਕਿਤੇ ਰੋਟੀ ਦੇਣੀ ਹੈ, ਮਿਹਨਤ ਮਜ਼ਦੂਰੀ ਕਰਕੇ ਖਾਣੀ ਆ। ਐਵੇਂ ਨਾ ਮੁੰਡੇ ਨੂੰ ਮਾਰਿਆ ਕਰ, ਖੇਡਣ ਦੇ ਜਿਹਦੇ ਨਾਲ ਖੇਡਦਾ। ਇਹਨਾਂ ਕਹਿ ਉਹਨੇ ਸੋਟੀ ਫੜ ਕੇ ਪਰਾਂ ਸੁੱਟ ਦਿੱਤੀ। ਧੰਨਵਾਦ ਜੀ। ਹਾਂਜੀ ਹਾਂਜੀ, ਸ਼ੁਕਰੀਆ ਵਿਵੇਕ ਜੀ, ਲਾਸਟ ਜੋ ਲੈਣਾ ਸੀ ਤੁਸੀਂ ਪੂਰੀਆਂ ਕਰ ਦਿੱਤੀਆਂ। ਤੇ ਹੁਣ ਜੋ ਸਾਡਾ ਅੱਜ ਦਾ ਮਿੰਨੀ ਕਹਾਣੀ ਪਾਠ ਦਾ ਪ੍ਰੋਗਰਾਮ ਸੀ 6 ਲੇਖਕਾਂ ਵੱਲੋਂ, ਉਹ ਅਸੀਂ ਪੂਰਾ ਕਰ ਲਿਆ ਹੈ। ਹੁਣ ਬੇਨਤੀ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਡਾਕਟਰ ਭੀਮਿੰਦਰ ਸਿੰਘ ਹੋਰਾਂ ਨੂੰ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਨੇ, ਚਿੰਤਕ ਨੇ, ਅੱਜ ਦੇ ਸਮਿਆਂ ਦੇ ਵੱਡੇ ਆਲੋਚਕ ਨੇ, ਕਿ ਉਹ ਆਪਣੀ ਇਹਨਾਂ ਕਹਾਣੀਆਂ ਦੇ ਉੱਪਰ ਰਾਏ ਰੱਖਣ। ਡਾਕਟਰ ਭੀਮਿੰਦਰ ਸਿੰਘ ਜੀ। ਤਾਂ ਮੈਂ ਮਿੰਨੀ ਕਹਾਣੀ ਮੰਚ ਪੰਜਾਬ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਕਿ 32 ਸਾਲਾਂ ਤੋਂ ਲਗਾਤਾਰ ਜੋ ਮਿੰਨੀ ਦਾ ਅੰਕ ਕੱਢ ਰਹੇ ਨੇ, ਔਰ ਬਹੁਤ ਇੱਕ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਲਗਾਤਾਰ ਬਹੁਤ ਸਾਰੇ ਮੈਗਜ਼ੀਨ ਨਿਕਲਦੇ ਦੇਖੇ ਆ ਔਰ ਬੰਦ ਹੁੰਦੇ ਦੇਖੇ ਆ ਬਹੁਤ, ਕਿਉਂਕਿ ਇਹਦੇ ਵਿੱਚ ਸਿਰਫ ਇਕੱਲੇ ਕਮਿਟਮੈਂਟ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਬਹੁਤ ਸਾਰੀਆਂ ਹੋਰ ਚੀਜ਼ਾਂ ਇਨਵੋਲਵ ਹੁੰਦੀਆਂ ਨੇ। ਇਹਦੇ ਵਿੱਚ ਪੈਸਾ ਇਨਵੋਲਵ ਹੁੰਦਾ, ਇਹਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਮਿਹਨਤ, ਸਰੀਰਕ ਮਿਹਨਤ ਜਿਹੜੀ ਹੈਗੀ ਆ ਉਹ ਇਨਵੋਲਵ ਹੁੰਦੀ ਹੈ। ਸੋ ਇੱਕ ਸਾਰੀਆਂ ਚੀਜ਼ਾਂ ਨੂੰ ਇਸ ਲੰਬੇ ਸਮੇਂ ਤੋਂ ਚਲਾਉਣਾ, ਔਰ ਮੈਂ ਇਹਦੀ ਸਲੂਟ ਕਰਦਾ ਤੁਹਾਨੂੰ ਸਾਰਿਆਂ ਨੂੰ, ਸਾਰੀ ਟੀਮ ਨੂੰ। ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕ। ਔਰ ਡਾਕਟਰ ਦੀਪਤੀ ਹੋਰਾਂ ਦੀ ਜਿਹੜੀ ਪੁਸਤਕ ਰਿਲੀਜ਼ ਹੋਈ ਹੈ ਉਹਨਾਂ ਨੂੰ ਵੀ ਮੁਬਾਰਕਾਂ, ਔਰ ਹਰਭਜਨ ਖੇਮਕਰਨੀ ਜੀ ਨੂੰ ਮੁਬਾਰਕਬਾਦ। ਮੈਂ ਦੱਸਣਾ ਚਾਹਣਾ ਕਿ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ, ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਆਪਣੀ ਮਿੰਨੀ ਕਹਾਣੀਆਂ ਲਿਖਣ ਤੋਂ ਸ਼ੁਰੂ ਕੀਤਾ। ਮੈਨੂੰ ਯਾਦ ਹੈ ਕਿ ਸਾਡਾ ਇੱਕ ਮੈਗਜ਼ੀਨ ਛਪਦਾ ਸੀਗਾ ਸਕੂਲ ਦੇ ਵਿੱਚ, ਡੈਫੋਡਿਲ, ਮੈਂ ਸੰਗਰੂਰ ਪੜ੍ਹਦਾ ਸੀਗਾ। ਉਹਦੇ ਵਿੱਚ ਮੇਰੀ 6ਵੀਂ 7ਵੀਂ ਕਹਾਣੀ ਦੇ ਵਿੱਚ ਕਲਾਸ ਦੇ ਵਿੱਚ ਇੱਕ ਕਹਾਣੀ ਛਪੀ ਸੀਗੀ। ਉਸ ਤੋਂ ਬਾਅਦ ਮੇਰਾ ਵਾਹ ਜਿਹੜਾ ਹੈਗਾ ਗੁਰਮੇਲ ਮਡਾਰ ਹੋਰਾਂ ਨਾਲ, ਮੋਹਨ ਸ਼ਰਮਾ ਜੀ ਨਾਲ ਪਿਆ, ਜਿਹੜੇ ਕਿ ਸਾਡੇ ਇਲਾਕੇ ਦੇ ਬਹੁਤ ਮਿੰਨੀ ਕਹਾਣੀ ਦੇ ਔਰ ਕਹਾਣੀ ਦੇ ਬਹੁਤ ਵੱਡੇ ਹਸਤਾਖਰ ਰਹੇ ਹੈ। ਉਹਨਾਂ ਨੇ ਮੇਰੀਆਂ ਕਹਾਣੀਆਂ ਨੂੰ ਛਾਪਿਆ। ਮੈਨੂੰ ਯਾਦ ਹੈ ਕਿ ਇੱਕ ਕੌਮੀ ਦੇਨ ਮੈਗਜ਼ੀਨ ਛਪਦਾ ਸੀਗਾ, ਉਹਦੇ ਵਿੱਚ ਮੇਰੀਆਂ ਕਹਾਣੀਆਂ ਛਪੀਆਂ। ਤੇ ਇਸੇ ਤਰ੍ਹਾਂ ਗੁਰਮੇਲ ਮਡਾਰ ਜੀ ਕੁਝ ਮੈਗਜ਼ੀਨ ਕੱਢਦੇ ਸੀ, ਉਹਨਾਂ ਨੇ ਆਪਣੀ ਮੈਗਜ਼ੀਨਾਂ ਛਾਪੀਆਂ। ਸੋ ਮੈਨੂੰ ਮਾਣ ਹੈ ਕਿ ਮੈਂ ਮਿੰਨੀ ਕਹਾਣੀ ਲਿਖਦਾ ਇੱਧਰ ਆਲੋਚਨਾ ਵੱਲ ਆਇਆ, ਤੇ ਆਲੋਚਨਾ ਨੇ ਮੇਰੀ ਉਹ ਜਿਹੜੀ ਕ੍ਰੀਏਟੀਵਿਟੀ ਹੈ, ਰਚਨਾਤਮਕਤਾ ਹੈ, ਉਹਨੂੰ ਕਿਤੇ ਨਾ ਕਿਤੇ ਪਿੱਛੇ ਤੱਕਤਾ। ਸੋ ਇਸ ਲਈ ਮੈਂ ਤੁਹਾਡੇ ਤੋਂ ਆਪਣੀ ਗੁਸਤਾਖੀ ਲਈ ਮਾਫੀ ਵੀ ਚਾਹਣਾ। ਜਿੱਥੋਂ ਤੱਕ ਮਿੰਨੀ ਕਹਾਣੀ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਜਿਵੇਂ ਦੀਪਤੀ ਸਾਹਿਬ ਨੇ ਕਿਹਾ ਸੀਗਾ ਕਿ ਪਿਛਲੇ 50 ਸਾਲਾਂ ਤੋਂ ਲਗਾਤਾਰ ਪੰਜਾਬੀ ਦੇ ਵਿੱਚ ਜਿਹੜੀ ਮਿੰਨੀ ਕਹਾਣੀ ਲਿਖੀ ਜਾ ਰਹੀ ਹੈ, ਔਰ ਇਹਦਾ ਅਸਰ ਇਹ ਹੋਇਆ ਹੈ, ਮੈਂ ਸਾਰੇ ਮਿੰਨੀ ਕਹਾਣੀ ਲੇਖਕਾਂ ਨੂੰ ਇਹ ਦੱਸਣਾ ਚਾਹਣਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਔਰ ਖਾਸ ਤੌਰ ਤੇ ਮੇਰੇ ਆਪਣੇ ਵਿਭਾਗ ਨੇ, ਔਰ ਇਸ ਤੋਂ ਵੀ ਵੱਡੀ ਗੱਲ ਕਿ ਜਦੋਂ ਮੈਂ ਪਿਛਲੇ ਸਾਲ ਮੁਖੀ ਬਣਿਆ ਤਾਂ ਮਿੰਨੀ ਕਹਾਣੀ ਦੀ ਵਿਧਾ ਦੇ ਉੱਤੇ, ਦੀ ਵਿਚਾਰਧਾਰਾ ਦੇ ਉੱਤੇ, ਤਾਂ ਜਿਹੜੇ ਡਾਕਟਰ ਸੂਰੀ ਨੇ, ਉਹਨਾਂ ਨੇ ਆਪਣਾ ਜਿਹੜਾ ਇੱਕ ਮਿੰਨੀ ਕਹਾਣੀ ਦੀ ਵਿਧਾ ਬਾਰੇ, ਵਿਚਾਰਧਾਰਾ ਬਾਰੇ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਨੇ, ਮੇਰੇ ਆਪਣੇ ਵਿਭਾਗ ਨੇ ਉਸ ਨੂੰ ਪ੍ਰਕਾਸ਼ਿਤ ਕੀਤਾ ਹੈ। ਔਰ ਪਿਛਲੇ ਸਾਲ ਉਹ ਅਸੀਂ ਰਿਲੀਜ਼ ਕਰ ਚੁੱਕੇ ਹਾਂ ਕਿਤਾਬ। ਉਸ ਤੁਹਾਨੂੰ ਸਾਰਿਆਂ ਨੂੰ, ਉਹ ਜਿਹੜੀ ਇੱਕ ਸਿਧਾਂਤਕ ਕਿਤਾਬ ਹੈ, ਮੈਨੂੰ ਲੱਗਦਾ ਹੈ ਯੂਨੀਵਰਸਿਟੀ ਵੱਲੋਂ ਛਾਪੀ ਗਈ ਪਹਿਲੀ ਮਿੰਨੀ ਕਹਾਣੀਆਂ ਬਾਰੇ, ਉਹ ਜ਼ਰੂਰ ਤੁਹਾਨੂੰ ਪੜ੍ਹਨੀ ਚਾਹੀਦੀ ਹੈ। ਔਰ ਮੈਨੂੰ ਉਸ ਪੁਸਤਕ ਨੂੰ ਸੋਧਣ ਦਾ ਜਾਂ ਉਹਦੀ ਪ੍ਰੂਫ ਰੀਡਿੰਗ ਕਰਨ ਦਾ ਵੀ ਮੌਕਾ ਮਿਲਿਆ। ਮੈਂ ਸੂਰੀ ਸਾਹਿਬ ਨਾਲ ਕਾਫੀ ਜਿਹੜੀਆਂ ਮੀਟਿੰਗਾਂ ਨੇ ਉਸ ਪੁਸਤਕ ਨੂੰ ਛਾਪਣ ਦੇ ਲਈ, ਉਹ ਮੈਂ ਉਹਨਾਂ ਦੇ ਉਸ ਮੀਟਿੰਗ ਦੇ ਵਿੱਚ, ਉਹਨਾਂ ਮੀਟਿੰਗਾਂ 'ਚ ਸ਼ਾਮਲ ਰਿਹਾ। ਸੋ ਪੰਜਾਬੀ ਯੂਨੀਵਰਸਿਟੀ ਨੂੰ ਮਾਣ ਜਾਂਦਾ ਹੈ ਕਿ ਮਿੰਨੀ ਕਹਾਣੀ ਦੇ ਉੱਤੇ ਜਿਹੜਾ ਲੰਮਾ ਸਮਾਂ ਉਹਨਾਂ ਨੇ ਬਹੁਤ ਸਾਰਾ ਹੁਣ ਤੱਕ ਹੋਇਆ ਖੋਜ ਕਾਰਜ, ਉਹ ਵੀ ਉਸ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਹੈ। ਔਰ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਸਿੱਧ ਮਿੰਨੀ ਕਹਾਣੀਕਾਰ ਨੇ, ਉਹਨਾਂ ਦੀਆਂ ਕੁਝ ਪ੍ਰਤੀਨਿਧ ਰਚਨਾਵਾਂ ਉਹਦੇ ਵਿੱਚ ਉਹ ਵੀ ਸ਼ਾਮਲ ਕੀਤੀਆਂ ਗਈਆਂ ਨੇ। ਤੋਂ ਇਸ ਤੋਂ ਇਲਾਵਾ ਜਿਹੜਾ ਉਹਦਾ ਮਿੰਨੀ ਕਹਾਣੀ ਦਾ ਇੱਕ ਕਾਵਿ ਸ਼ਾਸਤਰ ਉਸਾਰਨ ਦੀ ਲੋੜ ਹੈ, ਉਸ ਨੂੰ ਵੀ ਉਹਨਾਂ ਨੇ ਉਸ
ਆਪਣੀ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਹੈ। ਸੋ ਉਹਦੇ ਲਈ ਵੀ ਉਹਨਾਂ ਨੂੰ ਮੁਬਾਰਕਬਾਦ। ਤੇ ਮੈਂ ਜਿਹੜੀ ਹੈਗੀ ਹੈ, ਇਸ ਤੋਂ ਇਲਾਵਾ ਗੁੰਚਾ ਜਿਹੜਾ ਮੈਗਜ਼ੀਨ ਹੈ, ਸਾਡੇ ਇੱਥੇ ਮੇਰੇ ਸਾਥੀ ਬੈਠੇ ਨੇ ਡਾਕਟਰ ਹਰਪ੍ਰੀਤ ਰਾਣਾ ਜੀ, ਉਹਨਾਂ ਨੂੰ ਵੀ ਮੁਬਾਰਕਬਾਦ, ਬਹੁਤ ਲੰਮੇ ਸਮੇਂ ਤੋਂ ਕਰ ਰਹੇ ਨੇ। ਇਸੇ ਤਰ੍ਹਾਂ ਅਣੂ ਮੈਗਜ਼ੀਨ ਹੈ ਸੁਰਿੰਦਰ ਕਹਿਲੇ ਜੀ ਦਾ, ਲਗਾਤਾਰ ਮੇਰੇ ਕੋਲ ਪਹੁੰਚਦਾ ਹੈ, ਤੁਹਾਡੇ ਸਾਰਿਆਂ ਕੋਲੇ ਵੀ ਪਹੁੰਚਦਾ ਹੋਏਗਾ। ਉਹਨਾਂ ਦੀ ਅਣਥਕ ਮਿਹਨਤ ਨੂੰ ਮੈਂ ਸਲਾਮ ਕਰਦਾ। ਸੋ ਮਿੰਨੀ ਕਹਾਣੀ ਦਾ ਜਿਹੜਾ ਮੈਨੂੰ ਲੱਗਦਾ ਹੈ ਕਿ ਮੌਜੂਦਾ ਦੌਰ ਹੈ, ਜਿਹਦੇ ਵਿੱਚ ਆਪਾਂ ਜੇ ਅੱਜ ਦੇ ਕਰੋਨਾ ਸੰਕਟ ਦੀ ਗੱਲ ਕਰੀਏ, ਅਸੀਂ 6 ਮਿੰਨੀ ਕਹਾਣੀਆਂ ਜਿਹੜੀਆਂ ਨੇ ਅਸੀਂ ਸੁਣੀਆਂ ਨੇ, ਸਾਰਿਆਂ ਦੀਆਂ ਆਪਣੇ ਤੌਰ ਤੇ ਬਹੁਤ, ਮੈਨੂੰ ਲੱਗਦਾ ਕਿ ਮਨੁੱਖੀ ਮਾਨਸਿਕਤਾ ਦੇ ਜਿਹੜੇ ਵੱਖ-ਵੱਖ ਪਹਿਲੂ ਨੇ, ਇਹ ਮਿੰਨੀ ਕਹਾਣੀਆਂ ਜਿਹੜੀਆਂ 6 ਦੀਆਂ 6 ਅੱਜ ਪੜ੍ਹੀਆਂ ਗਈਆਂ ਨੇ, ਉਹਨੂੰ ਬਹੁਤ ਬਰੀਕੀ ਦੇ ਨਾਲ, ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਗਿਆ। ਇਹਦੇ ਬਾਰੇ ਵੀ ਮੈਂ ਗੱਲ ਕਰਾਂਗਾ। ਪਰ ਜੇ ਆਪਾਂ ਓਵਰਆਲ ਅੱਜ ਦੇ ਦੌਰ ਦੀ ਗੱਲ ਕਰੀਏ, ਤਾਂ ਕਰੋਨਾ ਦੇ ਸੰਕਟ ਤੋਂ ਬਾਅਦ ਜਿਹੜਾ ਇੱਕ ਨਵਾਂ ਦੌਰ ਸ਼ੁਰੂ ਹੋਣਾ ਹੈ, ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਮਿੰਨੀ ਕਹਾਣੀ ਬਾਕੀ ਵਿਧਾਵਾਂ ਦੇ ਮੁਕਾਬਲੇ ਇੱਕ ਵੱਡਾ ਰੋਲ ਅਦਾ ਕਰੇਗੀ। ਉਹਦਾ ਕਾਰਨ ਇਹ ਹੈ ਕਿ ਸਾਨੂੰ ਨਵੀਂ ਟੈਕਨੋਲੋਜੀ ਦੇ ਨਾਲ ਜੁੜਨਾ ਪੈਣਾ। ਅੱਜ ਵੀ ਅਸੀਂ ਜੁੜੇ ਹੋਏ ਹਾਂ ਨਵੀਂ ਟੈਕਨੋਲੋਜੀ ਦੇ ਰਾਹੀਂ। ਤੁਸੀਂ ਇਹਦੇ ਉੱਤੇ ਨੋਵਲ, ਵੱਡੀ ਕਹਾਣੀ ਜਾਂ ਹੋਰ ਜਿਹੜੀਆਂ ਵਿਧਾਵਾਂ ਨੇ, ਉਹ ਬਹੁਤੀਆਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਪੇਸ ਨਹੀਂ ਹੈ ਕਿ ਜਿਹੜੀ ਨਵੀਂ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਨੋਵਲ ਦੀ ਜਾਂ ਕਿੱਸੇ ਲਿਖਣੇ ਜਾਂ ਵੱਡੀਆਂ ਲੰਮੀਆਂ ਕਵਿਤਾਵਾਂ ਲਿਖਣੀਆਂ, ਉਹਨਾਂ ਦੀ ਨਾ ਤਾਂ ਸਪੇਸ ਹੈ, ਨਾ ਹੀ ਜਿਹੜਾ ਮੌਜੂਦਾ ਜਿਹੜਾ ਦੌਰ ਦਾ ਮਨੁੱਖ ਹੈ ਉਹਦੇ ਕੋਲ ਨਾ ਹੀ ਉਹ ਸਮਾਂ ਹੈ। ਸੋ ਸਪੇਸ ਔਰ ਸਮੇਂ ਦੀ ਸੀਮਾ ਕਰਕੇ ਮਿੰਨੀ ਕਹਾਣੀ ਜਿਹੜੀ ਹੈਗੀ ਹੈ, ਇਸ ਦੌਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਉੱਤਰ ਕਰੋਨਾ ਦਾ ਜਿਹੜਾ ਦੌਰ ਆਏਗਾ, ਨਵਾਂ ਇੱਕ ਦੌਰ ਚੱਲੇਗਾ, ਉਹਦੇ ਵਿੱਚ ਮਿੰਨੀ ਕਹਾਣੀ ਦੀ ਜਿਹੜੀ ਭੂਮਿਕਾ ਹੋਏਗੀ, ਉਹ ਬਾਕੀ ਸਾਹਿਤ ਦੀਆਂ ਵਿਧਾਵਾਂ ਦੇ ਮੁਕਾਬਲੇ ਬਹੁਤ ਵੱਡੀ ਭੂਮਿਕਾ ਹੋਣ ਜਾ ਰਹੀ ਹੈ। ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਮਿਲ ਕੇ ਮਿੰਨੀ ਕਹਾਣੀ ਦੀ ਜਿਹੜੀ ਹੋਰ ਸੰਜੀਦਗੀ ਹੈ, ਮੈਨੂੰ ਲੱਗਦਾ ਹੈ ਕਿ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਮਿੰਨੀ ਕਹਾਣੀ ਦਾ ਇੱਕ ਚੁਟਕਲੇ ਵਾਂਗ ਹੁੰਦੀ ਹੈ, ਔਰ ਮੈਨੂੰ ਇਹ ਲੱਗਦਾ ਕਿ ਚੁਟਕਲੇ ਨਾਲੋਂ, ਜਿਵੇਂ ਮੈਂ ਪਿੱਛੇ ਜੇ ਮੈਂ ਆਪਣਾ ਕੁਲਰੀਆਂ ਜੀ ਨੂੰ ਮੁਬਾਰਕਬਾਦ ਦਿੰਦਾ, ਉਹਨਾਂ ਦੀ ਪੁਸਤਕ ਆਈ ਸੀ ਜਦੋਂ ਇਤਿਹਾਸ ਬਣਦਾ ਹੈ, ਔਰ ਇਹ ਜਿਹੜੀ ਅੱਜ ਕਹਾਣੀ ਉਹਨਾਂ ਨੇ ਸੁਣਾਈ ਹੈ ਉਹਦੇ ਵਿੱਚੋਂ ਹੀ ਸੁਣਾਈ ਹੈ। ਔਰ ਉਹ ਕਹਾਣੀਆਂ ਜਦੋਂ ਮੈਂ ਪੜ੍ਹੀਆਂ ਤਾਂ ਉਹਦੇ ਵਿੱਚ ਉਹਨਾਂ ਦਾ ਇੱਕ ਸਵਾ ਕਥਨ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਸਵਾ ਕਥਨ ਹੈ ਕਿ ਮਿੰਨੀ ਕਹਾਣੀ ਦੇ ਰਾਹੀਂ ਵੀ ਅਸੀਂ ਆਪਣੇ ਸਮਾਜ ਨੂੰ ਸਮਝ ਕੇ ਇਹਨੂੰ ਨਵਾਂ ਸਮਾਜ ਸਿਰਜਣ ਦੇ ਲਈ, ਇਸ ਨੂੰ ਇੱਕ ਨਵਾਂ ਮਨੁੱਖ ਘੜਨ ਦੇ ਲਈ ਅਸੀਂ ਵਰਤ ਸਕਦੇ ਹਾਂ ਮਿੰਨੀ ਕਹਾਣੀ ਨੂੰ। ਸੋ ਮਿੰਨੀ ਕਹਾਣੀ ਦੇ ਵਿੱਚ ਅੱਜ ਇੰਨੀ ਤਾਕਤ ਹੈ ਕਿ ਉਹ ਇੱਕ ਨਵਾਂ ਸਮਾਜ, ਨਵਾਂ ਮਨੁੱਖ ਸਿਰਜਣ ਵੱਲ ਅਗਰਸਰ ਹੋ ਸਕਦੀ ਹੈ। ਸੋ ਆਪਾਂ ਨੂੰ ਮਿੰਨੀ ਕਹਾਣੀਆਂ ਨੂੰ ਬਹੁਤ ਹੋਰ ਸੰਜੀਦਗੀ ਨਾਲ ਲੈ ਕੇ, ਖਾਸ ਤੌਰ ਤੇ ਉਹਦੀ ਭਾਸ਼ਾ ਦੇ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਭਾਸ਼ਾ ਦੇ ਵਿੱਚ ਜਦੋਂ ਮੈਂ ਭਾਸ਼ਾ ਦੀ ਗੱਲ ਕਰਦਾ ਤਾਂ ਮੇਰਾ ਮਤਲਬ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਵਿਧਾ ਨੂੰ ਉਹਨੂੰ ਕਲਾਤਮਕ ਪੁੱਠ ਦੇਣੀ ਹੈ, ਉਹਦੀ ਕਲਾਤਮਕਤਾ ਨੂੰ ਅਸੀਂ ਮੱਦੇਨਜ਼ਰ ਰੱਖਣਾ ਹੈ, ਤਾਂ ਲਾਜ਼ਮੀ ਤੌਰ ਤੇ ਸਾਨੂੰ ਜਿਹੜੇ ਸ਼ਬਦ ਵਰਤਨੇ ਹੈ, ਸ਼ਬਦਾਂ ਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਮਿਹਨਤ ਕਰਨੀ ਪਏਗੀ, ਕਿਉਂਕਿ ਮਿੰਨੀ ਕਹਾਣੀ ਇੱਕ ਛੋਟੀ ਇੱਕ ਵਿਧਾ ਹੋਣ ਕਰਕੇ ਇਹਦੇ ਵਿੱਚ ਜਿੰਨੇ ਅਸੀਂ ਸ਼ਬਦ ਜਿਹੜੇ ਨੇ ਉਹ ਸੀਮਤ ਔਰ ਸੁਚੱਜੇ ਤੌਰ ਤੇ ਔਰ ਉਹਨੂੰ ਕਲਾਤਮਕ ਤੌਰ ਤੇ ਅਸੀਂ ਉਹਨਾਂ ਨੂੰ ਯੂਜ਼ ਕਰਾਂਗੇ, ਵਰਤਾਂਗੇ, ਤਾਂ ਲਾਜ਼ਮੀ ਤੌਰ ਤੇ ਉਹਦਾ ਜਿਹੜਾ ਅਸਰ ਹੋਏਗਾ ਉਹ ਬਹੁਤ ਦੂਰ ਅੰਦੇਸ਼ ਜਾਂ ਦੂਰਗਾਮੀ ਜਿਹੜਾ ਹੈਗਾ ਉਹਦਾ ਹੋਏਗਾ। ਸੋ ਇਸ ਕਰਕੇ ਸਿਰਫ ਵਿਚਾਰਾਂ ਦੇ ਨਾਲ ਸਾਨੂੰ ਜਿਹੜੀ ਉਹਦੀ ਕਲਾਤਮਕਤਾ ਹੈ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸੇ ਤਰ੍ਹਾਂ ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਦੀ ਹੈ, ਇਹ ਬਿਲਕੁਲ ਗੱਲ ਠੀਕ ਹੈ, ਪਰ ਮੈਂ ਇਹ ਕਹਿਣਾ ਕਿ ਅਸੀਂ ਮਿੰਨੀ ਕਹਾਣੀ ਨੂੰ ਜਦੋਂ ਅਸੀਂ ਲਿਖਦੇ ਹਾਂ ਤਾਂ ਅਸੀਂ ਇਹ ਨਾ ਸੋਚੀਏ ਕਿ ਇਹਦੇ ਵਿੱਚ ਬਹੁਤ ਅਸੀਂ ਸ਼ਾਰਟ ਕਰਨਾ ਹੈ, ਬਹੁਤ ਅਸੀਂ ਘੱਟ ਸ਼ਬਦ ਵਰਤਨੇ ਆ। ਇਹਦੇ ਨਾਲ ਸਾਨੂੰ ਜਿੱਥੇ ਸ਼ਬਦਾਂ ਦੀ ਲੋੜ ਪੈਂਦੀ ਹੈ ਤਾਂ ਉੱਥੇ ਸ਼ਬਦਾਂ ਨੂੰ ਵਰਤੀਏ ਵੀ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡਾ ਵਿਸ਼ਾ ਸ਼ਬਦਾਂ ਨੂੰ ਥੋੜਾ ਉਹਨੂੰ ਵਧਾਉਣ ਦੀ ਗੱਲ ਕਰਦਾ ਹੈ, ਉਹਨੂੰ ਵਿਸਥਾਰ ਦੇਣ ਦੀ ਮੰਗ ਕਰਦਾ ਹੈ, ਤਾਂ ਸਾਨੂੰ ਉੱਥੇ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਸੀਂ ਇੱਥੇ ਬਿਲਕੁਲ ਸ਼ਾਰਟ ਜਿਹੜੇ ਨੇ ਸ਼ਬਦ ਵਰਤਨੇ ਆ ਔਰ ਅਸੀਂ ਇਸ਼ਾਰਿਆਂ ਦੇ ਵਿੱਚ ਗੱਲਾਂ ਕਰਨੀਆਂ ਨੇ। ਸਾਨੂੰ ਇਹ ਨਹੀਂ ਹੋਣਾ ਚਾਹੀਦਾ। ਜਿੱਥੇ ਸਾਨੂੰ ਲੱਗਦਾ ਹੈ ਕਿ ਸ਼ਾਰਟ ਗੱਲ ਅਸੀਂ ਕਰ ਸਕਦੇ ਹਾਂ, ਅਸੀਂ ਆਪਣੇ ਇਸ਼ਾਰਿਆਂ ਦੇ ਨਾਲ ਜਾਂ ਅਲੰਕਾਰਾਂ ਦੇ ਨਾਲ ਜਾਂ ਪ੍ਰਤੀਕਾਂ ਦੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ, ਉੱਥੇ ਉਹ ਗੱਲ ਵੀ ਕਹਿਣੀ ਚਾਹੀਦੀ ਹੈ।
ਪਰ ਜਿੱਥੇ ਸਾਨੂੰ ਲੱਗਦਾ ਹੈ ਕਿ ਥੋੜਾ ਵਿਸਥਾਰ ਦੇਣ ਦੀ ਮੰਗ ਕਰਦੀ ਹੈ ਕਹਾਣੀ ਜਾਂ ਵਿਸ਼ਾ ਮੰਗ ਕਰ ਰਿਹਾ ਹੈ, ਤਾਂ ਲਾਜ਼ਮੀ ਤੌਰ ਤੇ ਥੋੜਾ ਬਹੁਤ ਵਿਸਥਾਰ ਸਾਨੂੰ ਦੇਣਾ ਚਾਹੀਦਾ ਹੈ, ਤਾਂ ਹੀ ਅਸੀਂ ਉਹਦਾ ਜਿਹੜਾ ਪ੍ਰਭਾਵ ਹੋਏਗਾ ਸੰਪੂਰਨ ਤੌਰ ਤੇ ਗੱਲ ਜਿਹੜੀ ਹੈਗੀ ਆਪਣੀ ਗੱਲ ਅਸੀਂ ਕਹਿ ਸਕਾਂਗੇ। ਸੋ ਗੱਲ ਮੇਰਾ ਮਤਲਬ ਹੈ ਕਿ ਜੇ ਅਸੀਂ ਬੈਲੈਂਸ ਕਰਕੇ ਚੱਲਾਂਗੇ ਆਪਣੇ ਵਿਚਾਰਾਂ ਦਾ ਔਰ ਆਪਣੀ ਕਲਾ ਦਾ, ਇਹ ਕਲਾ ਦਾ ਔਰ ਵਿਚਾਰਾਂ ਦਾ ਜਿੰਨੀ ਦੇਰ ਬੈਲੈਂਸ ਨਹੀਂ ਹੁੰਦਾ ਉਨੀ ਦੇਰ ਕਹਾਣੀ ਜਿਹੜੀ ਹੈਗੀ ਹੈ ਉਹ ਆਪਣਾ ਪ੍ਰਭਾਵ ਪਾਠਕ ਦੇ ਉੱਤੇ ਉਸ ਕਿਸਮ ਦੇ ਨਾਲ ਨਹੀਂ ਸਿਰਜ ਸਕਦੀ ਜਿਸ ਕਿਸਮ ਦਾ ਅਸੀਂ ਚਾਹਾਂਗੇ ਕਿ ਪਾਠਕ ਦੇ ਉੱਤੇ ਅਸਰ ਹੋਣਾ ਚਾਹੀਦਾ। ਸੋ ਅਗਲੀ ਗੱਲ ਮੈਂ ਜਿਹੜੀ ਕਰਨੀ ਚਾਹਣਾ ਹੈਗਾ, ਇਹ 6 ਕਹਾਣੀਆਂ ਦੇ ਬਾਰੇ। ਇਹਦੇ ਵਿੱਚ ਵਰਦੀ ਕਹਾਣੀ ਜਾਂ ਮੋਹ ਕਹਾਣੀ ਜਾਂ ਪੁੱਠੀ ਚਪੇੜ ਜਿਹੜੀ ਅਸੀਂ ਸਾਰੀਆਂ ਕਹਾਣੀਆਂ, ਸਾਂਝ ਕਹਾਣੀ, ਫੁੱਲਾਂ ਵਾਲੀ ਛਾਂ ਤੇ ਰੁਦਨ, ਇਹ ਕਹਾਣੀਆਂ ਅਸੀਂ ਸੁਣੀਆਂ ਨੇ। ਹੁਣ ਮੰਨ ਲਓ ਰੁਦਨ ਦੀ ਗੱਲ ਹੈ ਤਾਂ ਰੁਦਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਜਿਹੜੀ ਅਨਨੈਚੁਰਲ ਗੱਲ, ਚਾਹੇ ਕੁਦਰਤ ਨੇ ਉਸ ਪਾਤਰ ਨੂੰ ਬਹੁਤ ਮਤਲਬ ਅਸੀਂ ਕਹਿੰਦੇ ਕਿ ਇੱਕ ਸੰਕਟ ਦੇ ਸਥਿਤੀ ਦੇ ਵਿੱਚ ਪਾ ਦਿੱਤਾ ਹੈ। ਔਰ ਜਿਹੜੀ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਇਸ ਕਹਾਣੀ ਦੇ ਵਿੱਚ ਹੈ ਕਿ ਅਸੀਂ ਇਸ ਤਰ੍ਹਾਂ ਦੇ ਪਾਤਰਾਂ ਦੇ ਪ੍ਰਤੀ ਜਿਹੜਾ ਸਾਡਾ ਬਿਹੇਵੀਅਰ ਹੈ, ਵਰਤਾਓ ਹੈ, ਖਾਸ ਤੌਰ ਤੇ ਕੁਦਰਤ ਵੱਲੋਂ ਜੋ ਉਸ ਮਨੁੱਖ ਨੂੰ ਬਣਾਇਆ ਗਿਆ ਹੈ ਔਰ ਉਹਨੂੰ ਅਸੀਂ ਪਾਗਲ ਘੋਸ਼ਿਤ ਕੀਤਾ ਹੋਇਆ ਹੈ, ਔਰ ਉਸ ਬੰਦੇ ਨੂੰ, ਉਸ ਇਨਸਾਨ ਨੂੰ ਜਿਹੜੀ ਉਹਦੀ ਇਨਸਾਨੀਅਤ ਹੈ ਉਹ ਖਤਮ ਕਰਕੇ ਇੱਕ ਮਤਲਬ ਜਾਨਵਰਾਂ ਵਾਂਗ ਉਸ ਨੂੰ ਰੱਖਿਆ ਗਿਆ ਹੈ। ਉਹਨੂੰ ਰੋਟੀ ਉਸ ਤਰ੍ਹਾਂ ਸੁੱਟੀ ਜਾਂਦੀ ਹੈ ਜਿਵੇਂ ਅਸੀਂ ਜਾਨਵਰਾਂ ਨੂੰ ਸੁੱਟਦੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਮਨੁੱਖਤਾ ਦੀ ਜਿਹੜੀ ਗੈਰ ਮਨੁੱਖਤਾ ਹੈ ਸਾਡੇ ਸਮਾਜ ਦੀ, ਉਹਨੂੰ ਪੇਸ਼ ਕਰਨ ਦਾ ਬਹੁਤ ਖੂਬਸੂਰਤੀ ਦੇ ਨਾਲ ਕੁਲਰੀਆਂ ਜੀ ਨੇ ਇੱਕ ਯਤਨ ਕੀਤਾ ਹੈ ਕਿ ਸਾਨੂੰ ਜਿਹੜੀ ਉਸ ਗੈਰ ਮਨੁੱਖੀ ਸਾਡੀ ਜਿਹੜੀ ਅੰਦਰਲੀ ਸਾਡੀ ਭਾਵਨਾ ਹੈ ਉਹਨੂੰ ਅਸੀਂ ਖਤਮ ਕਰਕੇ ਉਹਨੂੰ ਇੱਕ ਇਨਸਾਨ ਦੇ ਤੌਰ ਤੇ ਇਨਸਾਨ ਨੂੰ ਸਮਝਿਆ ਜਾਵੇ। ਸੋ ਬਹੁਤ ਵਧੀਆ ਇੱਕ ਸੁਨੇਹਾ ਦੇ ਰਹੀ ਹੈ। ਇਸੇ ਤਰ੍ਹਾਂ ਵਰਦੀ ਕਹਾਣੀ ਤੁਸੀਂ ਸਾਰਿਆਂ ਨੇ ਸੁਣੀ ਹੈ ਕਿ ਵਰਦੀ ਦਾ ਕੀ ਮਹੱਤਵ ਹੈ, ਵਰਦੀ ਜਾਂ ਪਾ ਕੇ ਜਿਹੜਾ ਹੈਗਾ ਮਨੁੱਖ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਉਹਦਾ ਸਾਰੀ ਵਿਚਾਰਧਾਰਾ ਇੱਕ ਸਮਾਜ ਦੀ ਕਿਵੇਂ ਬਦਲ ਜਾਂਦੀ ਹੈ, ਔਰ ਉਹਦੀ ਜਿਹੜਾ ਇੱਜ਼ਤ ਮਾਣ ਹੁੰਦਾ ਹੈ ਉਹ ਸਿਰਫ ਸਟਾਰਾਂ ਦੇ ਨਾਲ ਹੁੰਦਾ ਹੈ, ਔਰ ਮਨੁੱਖ ਜਿਹੜਾ ਹੈਗਾ ਅੰਦਰੋਂ ਮਨਫੀ ਹੈ, ਪਰ ਜਿਹੜੇ ਸਟਾਰ ਹੁੰਦੇ ਨੇ, ਵਰਦੀ ਹੈ, ਉਹੀ ਉਹਦਾ ਮੁੱਲ ਜਿਹੜਾ ਹੈਗਾ ਮਨੁੱਖ ਦਾ ਉਹ ਸਮਾਜ ਦੇ ਵਿੱਚ ਉਹਦੇ ਰਾਹੀਂ ਪਾਇਆ ਜਾਂਦਾ ਹੈ। ਸੋ ਬਹੁਤ ਅੱਛੀ ਕਹਾਣੀ ਮੈਨੂੰ ਲੱਗੀ ਹੈ। ਇਸੇ ਤਰ੍ਹਾਂ ਮੋਹ ਕਹਾਣੀ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਜਿਹੜੀ ਔਰਤ ਦੀ ਜਿਹੜੀ ਭਾਵਨਾ ਹੈ, ਕਈ ਵਾਰੀ ਅਸੀਂ ਕਹਿ ਦਿੱਤਾ ਕਿਉਂਕਿ ਸਾਡਾ ਇੱਕ ਮਰਦ ਪ੍ਰਧਾਨ ਸਮਾਜ ਹੈ, ਇਹਦੇ ਵਿੱਚ ਜਿਹੜਾ ਹੈਗਾ ਮੁੰਡੇ ਦਾ ਪੈਦਾ ਹੋਣਾ ਬਹੁਤ ਉਹਨੂੰ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਔਰ ਇਹ ਸੋਚਿਆ ਜਾਂਦਾ ਕਿ ਮੁੰਡਾ ਜਿਹੜਾ ਹੈਗਾ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ, ਅਗਲੀ ਜਿਹੜੀ ਪੀੜ੍ਹੀ ਹੈ ਉਹਨੂੰ ਤੋਰਨ ਦੇ ਵਿੱਚ ਉਹ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੂੰ ਬਹੁਤ ਇੱਕ ਵੱਡਾ ਰੋਲ ਅਦਾ ਕਰਦਾ ਹੈ, ਕਿਉਂਕਿ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਇਹਦੇ ਵਿੱਚ ਜਿਹੜੀ ਔਰਤ ਦੀ ਜਿਹੜੀ ਮਮਤਾ ਹੈ, ਉਹਦਾ ਮੋਹ ਹੈ, ਉਹ ਕਿਤੇ ਨਾ ਕਿਤੇ ਮੰਨਫੀ ਹੋਇਆ ਪਿਛਲੇ ਲੰਮੇ ਸਮੇਂ ਤੋਂ। ਖਾਸ ਤੌਰ ਤੇ ਜਾਂ ਹਰਿਆਣਾ ਦੀਆਂ ਜਿਹੜੀਆਂ ਸੁਸਾਇਟੀਜ਼ ਨੇ ਜਿੱਥੇ ਜਾਗੀਰਦਾਰੀ ਅਜੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ, ਉੱਥੇ ਇਸ ਕਿਸਮ ਦਾ ਜਿਹੜਾ ਸੋਚ ਹੈ ਉਹ ਇੱਕ ਬਹੁਤ ਮਤਲਬ ਇਹ ਮੰਨੀ ਜਾਂਦੀ ਹੈ ਕਿ ਆਪਣੀ ਲੜਕੀ ਦੇ ਘਰ ਰਹਿਣਾ, ਆਪਣੀ ਲੜਕੀ ਦਾ ਫੋਨ ਆਉਣਾ, ਆਪਣੀ ਲੜਕੀ ਨਾਲ ਗੱਲਾਂ ਕਰਨੀਆਂ, ਇਹ ਬਹੁਤੀਆਂ ਚੰਗੀਆਂ ਨਹੀਂ ਸਮਝੀਆਂ ਜਾਂਦੀਆਂ। ਸੋ ਇਹ ਮੈਨੂੰ ਲੱਗਦਾ ਕਿ ਇੱਕ ਸਿਸਟਮ ਬਦਲ ਰਿਹਾ ਹੈ। ਇਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਲੜਕੀਆਂ ਨੇ ਜਾਂ ਧੀਆਂ ਨੇ ਸਾਡੀਆਂ, ਉੱਥੋਂ ਲੈ ਕੇ ਉਹ ਜ਼ਿਆਦਾ ਸਾਨੂੰ ਸਾਡੇ ਨਾਲ ਜੁੜੀਆਂ ਨੇ, ਉਹਨਾਂ ਦੇ ਅੰਦਰ ਮੋਹ ਜਿਹੜਾ ਹੈਗਾ, ਉਹਨਾਂ ਦੇ ਅੰਦਰ ਮਮਤਾ ਜਿਹੜੀ ਹੈਗੀ ਹੈ ਉਹ ਮੁੰਡਿਆਂ ਨਾਲੋਂ ਜਾਂ ਮਰਦ ਪ੍ਰਧਾਨ ਜਿਹੜੀ ਸੁਸਾਇਟੀ ਹੈ ਉਹਦੇ ਉੱਤੇ ਇੱਕ ਮਤਲਬ ਇੱਕ ਜਿਹੜੀ ਹੈਗੀ ਹੈ ਸਟਾਇਰ ਇੱਕ ਉਹ ਕੀਤਾ ਗਿਆ ਇਸ ਕਹਾਣੀ ਦੇ ਰਾਹੀਂ, ਇੱਕ ਵਿਅੰਗ ਕੀਤਾ ਗਿਆ, ਬਹੁਤ ਖੂਬਸੂਰਤ, ਬਹੁਤ ਅੱਛੀ ਕਹਾਣੀ ਮੈਨੂੰ ਲੱਗੀ ਹੈ। ਇਸੇ ਤਰ੍ਹਾਂ ਡਾਕਟਰ ਸਾਧੂ ਰਾਮ ਲੰਗਿਆਣਾ ਜੀ ਨੇ ਪੁੱਠੀ ਚਪੇੜ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਮਰਦ ਪ੍ਰਧਾਨ ਉਸੇ ਦੇ ਜਿਹੜੇ ਸਿਸਟਮ ਦੇ ਵਿੱਚੋਂ ਖਾਸ ਤੌਰ ਤੇ ਜਿਹੜੀਆਂ ਦਲਿਤ ਪਰਿਵਾਰ ਦੀਆਂ ਔਰਤਾਂ ਦੇ ਪ੍ਰਤੀ ਜਿਹੜੀ ਸਾਡੀ ਸੋਚ ਹੈ ਔਰ ਸਾਡੀ ਜਿਹੜੀ ਜਿਹੜੀ ਮਰਦ ਪ੍ਰਧਾਨ ਜਿਹੜਾ ਸਮਾਜ ਦੇ ਵਿੱਚ ਜਿਹੜੀ ਹੈਗੀ ਹੈ, ਅਸੀਂ ਔਰਤਾਂ ਨੂੰ ਕਿਵੇਂ ਖਾਸ ਤੌਰ ਤੇ ਜਿਹੜੀਆਂ ਸਾਡੇ ਤੋਂ ਦਲਿਤ ਨੇ ਜਾਂ ਦਮਿਤ ਨੇ, ਉਸ ਕਿਸਮ ਦੀਆਂ ਜਿਹੜੀਆਂ ਉਹਨਾਂ ਦੇ ਪ੍ਰਤੀ ਮਾਨਸਿਕਤਾ ਹੈ, ਉਹਨਾਂ ਦੇ ਉੱਤੇ ਇੱਕ ਕਰਾਰੀ ਚਪੇੜ ਜਿਹੜੀ ਹੈਗੀ ਹੈ ਉਹ ਮਾਰਦੀ ਹੈ। ਔਰ ਕਰਾਰੀ ਚਪੇੜ ਇਸ ਲਈ ਕਿਉਂਕਿ ਉਹਨੂੰ ਜਦੋਂ ਲੱਗਦਾ ਕਿ ਜਿਹੜਾ ਉਹਦਾ ਘਰ ਵਾਲਾ ਹੈ ਉਹ ਮੇਰੀ ਘਰ ਵਾਲੀ ਬਾਰੇ ਇਦਾਂ ਸੋਚਦਾ ਹੈ, ਤਾਂ ਉਹਨੂੰ ਕਿਤੇ ਨਾ ਕਿਤੇ ਝਟਕਾ ਦਿੰਦੀ ਹੈ ਇਹ ਕਹਾਣੀ।
ਸੋ ਬਹੁਤ ਵਧੀਆ ਕਹਾਣੀ, ਇੱਕ ਵਧੀਆ ਮੈਸੇਜ, ਵਧੀਆ ਸੁਨੇਹਾ ਲੈ ਕੇ ਉਹਨਾਂ ਨੇ ਪੇਸ਼ ਕੀਤੀ ਆਪਣੀ ਕਹਾਣੀ। ਇਸੇ ਤਰ੍ਹਾਂ ਸੀਮਾ ਭਾਟੀਆ ਜੀ ਦੀ ਕਹਾਣੀ, ਉਸੇ ਤਰ੍ਹਾਂ ਔਰਤ ਦੀ ਜਿਹੜੀ ਅੰਦਰਲੀ ਜਿਹੜੀ ਵਿਗੜਦੇ ਰਿਸ਼ਤੇ ਨੇ, ਖਾਸ ਤੌਰ ਤੇ ਜਿਹੜੇ ਸਾਡੇ ਪਰਿਵਾਰਕ ਰਿਸ਼ਤੇ ਨੇ, ਔਰ ਨਵੀਂ ਜਿਹੜੀ ਨਵਾਂ ਸਮਾਂ ਆ ਰਿਹਾ ਜਿਹਨੂੰ ਅਸੀਂ ਮੰਡੀ ਦਾ ਦੌਰ ਕਹਿੰਦੇ ਆ, ਜਿਹਨੂੰ ਅਸੀਂ ਮਾਰਕੀਟ ਓਰੀਐਂਟਡ ਸੁਸਾਇਟੀ ਕਹਿੰਦੇ ਆ, ਉਹਦੇ ਵਿੱਚ ਰਿਸ਼ਤਿਆਂ ਦਾ ਜਿਹੜਾ ਤਣਾਅ ਹੈ, ਰਿਸ਼ਤਿਆਂ ਦੇ ਬਦਲ ਰਹੇ ਜਿਹੜੇ ਰੂਪ ਨੇ, ਉਹਦੇ ਵਿੱਚ ਆਪਣੀ ਮਾਤਾ ਦੇ ਪ੍ਰਤੀ ਕਿਵੇਂ ਉਹ ਸਾਰਾ ਰੂਪ, ਕਿਵੇਂ ਉਹਦੀ ਇੱਕ ਪਾਸੇ ਉਹਦੀ ਮਮਤਾ ਹੈ, ਇੱਕ ਪਾਸੇ ਰਿਸ਼ਤਿਆਂ ਦੇ ਬਦਲਣ ਦਾ ਦਬਾਅ ਹੈ, ਉਹ ਦੋਵਾਂ ਦਾ ਜਿਹੜਾ ਕੰਟਰਾਡਿਕਸ਼ਨ ਹੈ, ਦੋਵਾਂ ਦਾ ਜਿਹੜਾ ਇੱਕ ਦਵੰਦ ਹੈ, ਉਹ ਉਸ ਕਹਾਣੀ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਮੈਡਮ ਭਾਟੀਆ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਵਿਵੇਕ ਕੁਮਾਰ, ਹੈਲੋ ਜੀ, ਬੇਨਤੀ ਹੈ ਵੀ ਇੱਕ ਵਾਰ ਇਹਨੇ ਬੰਦ ਹੋਣਾ ਹੈ 1 ਮਿੰਟ ਦੇ ਬਾਅਦ, ਫਿਰ ਰੀਜੁਆਇਨ ਬਸ ਮੈਂ ਆਪਣੀ ਮੈਂ ਆਪਣੀ ਗੱਲ ਖਤਮ ਕਰਾਂਗਾ। ਔਰ ਮੈਂ ਸਾਰੇ ਆਪਣੇ ਮਿੰਨੀ ਕਹਾਣੀਕਾਰ ਲੇਖਕਾਂ ਨੂੰ ਔਰ ਤੁਹਾਨੂੰ ਸਾਰੇ ਮਿੰਨੀ ਕਹਾਣੀ ਮੰਚ ਨੂੰ ਔਰ ਜਿਨ੍ਹਾਂ ਦੀਆਂ ਪੁਸਤਕਾਂ ਰਿਲੀਜ਼ ਹੋਈਆਂ ਨੇ ਉਹਨਾਂ ਸਾਰੇ ਵਿਦਵਾਨਾਂ ਨੂੰ, ਕਹਾਣੀਕਾਰਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਕਿ ਆਪਾਂ ਇਸੇ ਤਰ੍ਹਾਂ ਮਿੰਨੀ ਕਹਾਣੀ ਦੇ ਜਿਹੜਾ ਸਫ਼ਰ ਹੈ ਉਹਨੂੰ ਅਸੀਂ ਉਸ ਸ਼ਾਸਤਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਭੀਮਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਬਹੁਤ ਹੀ ਨਿੱਠ ਕੇ 6 ਮਿੰਨੀ ਕਹਾਣੀਆਂ ਦੇ ਉੱਪਰ ਤੇ ਅਜੋਕੀ ਮਿੰਨੀ ਕਹਾਣੀ ਦੇ ਉੱਪਰ ਗੱਲ। ਸਾਰੇ ਸਾਥੀਆਂ ਦਾ ਫੇਰ ਇੱਕ ਵਾਰ ਸਵਾਗਤ ਹੈ। ਇਸ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ ਗੱਲਬਾਤ ਕਰ ਰਹੇ ਸੀ ਪੰਜਾਬੀ ਮਿੰਨੀ ਕਹਾਣੀ ਤੇ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਦੇ ਉੱਪਰ, ਜਿਨ੍ਹਾਂ ਨੇ ਆਪਣੀ ਗੱਲਬਾਤ ਕੀਤੀ ਹੈਗੀ ਹੈ। ਇਸ ਤੋਂ ਬਿਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਉਪਰਾਲਾ ਹੈ, ਜੋ ਡਾਕਟਰ ਆਪਣਾ ਕਰਮਵੀਰ ਸਿੰਘ ਹੋਰਾਂ ਦੀ ਪੁਸਤਕ ਆਈ ਹੈ ਪਬਲੀਕੇਸ਼ਨ ਬਿਊਰੋ ਵੱਲੋਂ, ਪੰਜਾਬੀ ਸਾਹਿਤ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਬਹੁਤ ਅੱਛਾ ਕਾਰਜ ਕੀਤਾ ਇਸ ਵਿਧਾ ਦੇ ਲਈ। ਉਸ ਦੇ ਲਈ ਅਸੀਂ ਸਮੁੱਚੇ ਮੰਚ ਵੱਲੋਂ, ਸਮੁੱਚੇ ਲੇਖਕਾਂ ਵੱਲੋਂ ਡਾਕਟਰ ਭੀਮਿੰਦਰ ਸਿੰਘ ਤੇ ਯੂਨੀਵਰਸਿਟੀ ਦੀ ਜੋ ਮੈਨੇਜਮੈਂਟ ਹੈ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਹੈਗੇ ਆ। ਹੁਣ ਬੇਨਤੀ ਕਰਾਂਗੇ ਡਾਕਟਰ ਕੁਲਦੀਪ ਸਿੰਘ ਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ, ਤੇ ਪ੍ਰੋਗਰਾਮ ਅੱਜ ਦੂਜੇ ਸਾਡੇ ਆਲੋਚਕ ਨੇ ਜਿਨ੍ਹਾਂ ਨੇ ਕਹਾਣੀਆਂ ਦੇ ਉੱਪਰ, ਪੜ੍ਹੀਆਂ ਗਈਆਂ ਰਚਨਾਵਾਂ ਦੇ ਉੱਪਰ ਗੱਲਬਾਤ ਕਰਨੀ ਹੈ। ਮਿੰਨੀ ਕਹਾਣੀ ਨੂੰ ਲੈ ਕੇ ਇਹਨਾਂ ਦਾ ਵੱਡਾ ਅਨੁਭਵ ਹੈ। ਇਹਨਾਂ ਦੀ ਇੱਕ ਪੁਸਤਕ ਲਘੂ ਸ਼ਾਸਤਰ ਦੇ ਨਾਮ ਤੇ ਪੰਜਾਬੀ ਮਿੰਨੀ ਕਹਾਣੀ ਦੇ ਉੱਪਰ ਆਈ ਹੈਗੀ ਹੈ। ਜਿੰਨਾ ਵੀ ਸਾਥੀਆਂ ਨੇ ਉਹ ਪੁਸਤਕ ਨਹੀਂ ਪੜ੍ਹੀ, ਜੇਕਰ ਉਹ ਪੁਸਤਕ ਪੜ੍ਹ ਲੈਣ ਤਾਂ ਉਹਨਾਂ ਨੂੰ ਪੰਜਾਬੀ ਮਿੰਨੀ ਕਹਾਣੀ ਦੇ ਬਾਰੇ ਬਹੁਤ ਕੁਝ ਪਤਾ ਲੱਗ ਸਕਦਾ ਹੈਗਾ, ਕਿਵੇਂ ਲਿਖਣੀ ਹੈ, ਉਹਦੇ ਵਿੱਚ ਕੀ ਕੁਝ ਲਿਖਿਆ ਜਾ ਚੁੱਕਿਆ ਹੈ, ਮਿੰਨੀ ਕਹਾਣੀ ਲੇਖਕ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਪੁਸਤਕ ਬਹੁਤ ਲਾਹੇਵੰਦ ਪੁਸਤਕ ਹੈ, ਖਾਸ ਤੌਰ ਤੇ ਨਵੇਂ ਲੇਖਕਾਂ ਦੇ ਲਈ, ਤੇ ਉਸ ਪੁਸਤਕ ਨੂੰ ਪੜ੍ਹਨਾ ਚਾਹੀਦਾ ਹੈ। ਤੇ ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਕੁਲਦੀਪ ਸਿੰਘ ਦੀਪ ਇਹਨਾਂ ਰਚਨਾਵਾਂ ਦੇ ਉੱਪਰ ਆਪਣੀ ਗੱਲਬਾਤ ਰੱਖਣ। ਡਾਕਟਰ ਕੁਲਦੀਪ ਸਿੰਘ ਦੀਪ ਜੀ। ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਨੂੰ ਸਾਰਿਆਂ ਨੂੰ ਸੁਣਿਆ, ਸਾਰੀਆਂ ਮਿੰਨੀ ਕਹਾਣੀਆਂ ਵੀ ਸੁਣੀਆਂ। ਡਾਕਟਰ ਭੀਮਿੰਦਰ ਹੋਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਮਿੰਨੀ ਕਹਾਣੀ ਦਾ ਪਰਸਪੈਕਟਿਵ ਤੇ ਅੱਜ ਦੇ ਦੌਰ ਦੇ ਵਿੱਚ ਮਿੰਨੀ ਕਹਾਣੀ ਵਿਧਾ ਦੀ ਤਾਕਤ ਬਾਰੇ ਵੀ ਗੱਲ ਕੀਤੀ ਹੈ। ਬਿਲਕੁਲ ਮੈਂ ਡਾਕਟਰ ਸਾਹਿਬ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿ ਅੱਜ ਦੇ ਦੌਰ ਦੇ ਵਿੱਚ ਮਿੰਨੀ ਕਹਾਣੀ ਨੇ ਹੋਰ ਤਾਕਤ ਨਾਲ ਸਾਡੇ ਸਾਹਮਣੇ ਆਉਣਾ ਹੈ। ਤੇ ਡਾਕਟਰ ਸਾਹਿਬ ਨੇ ਜਿਹੜਾ ਮਿੰਨੀ ਕਹਾਣੀ ਦੀ ਕਥਾ ਬਾਰੇ, ਮਿੰਨੀ ਕਹਾਣੀ ਦੇ ਸੰਗਠਨ ਬਾਰੇ ਕੁਝ ਗੱਲਾਂ ਕੀਤੀਆਂ ਨੇ, ਉਹ ਵੀ ਬਹੁਤ ਮਹੱਤਵਪੂਰਨ ਗੱਲਾਂ ਨੇ ਤੇ ਸਾਡੇ ਮਿੰਨੀ ਕਹਾਣੀ ਲੇਖਕਾਂ ਨੂੰ ਜ਼ਰੂਰ ਇਹਨਾਂ ਗੱਲਾਂ ਵੱਲ ਤਵੱਜੋ ਦੇਣੀ ਚਾਹੀਦੀ ਹੈ। ਜਿੱਥੋਂ ਤੱਕ ਮੈਂ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਡਾਕਟਰ ਭੀਮਿੰਦਰ ਹੋਰਾਂ ਨੇ ਕਰ ਲਈਆਂ, ਜਿਹੜਾ ਜਨਰਲ ਪਰਸਪੈਕਟਿਵ ਉਹਨਾਂ ਨੇ ਸਾਹਮਣੇ ਲਿਆਂਦਾ, ਉਸ ਤੋਂ ਬਿਨਾਂ ਮੈਂ ਸਿੱਧਾ ਹੁਣ ਮਿੰਨੀ ਕਹਾਣੀ ਦੇ ਟੈਕਸਟ ਵੱਲ ਆ ਰਿਹਾ। ਜਿਹੜੀਆਂ ਮਿੰਨੀ ਕਹਾਣੀਆਂ ਅੱਜ ਪੜ੍ਹੀਆਂ ਨੇ, ਇਹਨਾਂ ਦੇ ਹਵਾਲੇ ਨਾਲ ਆਪਾਂ ਕੁਝ ਜਨਰਲ ਗੱਲਾਂ ਬਾਤਾਂ ਵੀ ਕਰਾਂਗੇ ਨਾਲ ਤੇ ਕੁਝ ਟੈਕਸਟ ਬੇਸਡ ਗੱਲਾਂ ਵੀ ਕਰਾਂਗੇ। ਜਿਹੜੀਆਂ ਕਹਾਣੀਆਂ ਪੜ੍ਹੀਆਂ ਗਈਆਂ ਨੇ ਅੱਜ, ਬਿਨਾਂ ਸ਼ੱਕ ਜਿਵੇਂ ਡਾਕਟਰ ਭੀਮਿੰਦਰ ਨੇ ਕਿਹਾ, ਇਹਨਾਂ ਕਹਾਣੀਆਂ ਦੀ ਕੰਸਰਨ ਬਹੁਤ ਅੱਛੇ ਨੇ। ਸਾਰੀਆਂ ਕਹਾਣੀਆਂ, ਚਾਹੇ ਉਹ ਮਨੁੱਖੀ ਰਿਸ਼ਤਿਆਂ ਬਾਰੇ ਨੇ ਜਾਂ ਸਮਾਜ ਦੇ ਬਾਕੀ ਵੱਖ-ਵੱਖ ਪੱਖਾਂ ਬਾਰੇ ਨੇ, ਸਰੋਕਾਰ ਦੇ ਪੱਖੋਂ ਸਾਰੀਆਂ ਕਹਾਣੀਆਂ ਮਹੱਤਵਪੂਰਨ ਨੇ ਤੇ ਸਮਾਜ ਦੇ ਜਿਹੜੇ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ, ਉਹ ਸਾਰੀਆਂ ਜ਼ਰੂਰੀ ਚੀਜ਼ਾਂ ਇਹਨਾਂ ਕਹਾਣੀਆਂ ਦੇ ਵਿੱਚ ਡਿਸਕਸ ਹੋਈਆਂ ਨੇ।
ਇਸ ਪੱਖੋਂ ਮੈਂ ਸਾਰੇ ਲੇਖਕਾਂ ਨੂੰ ਪਹਿਲਾਂ ਮੁਬਾਰਕ ਦੇਣੀ ਚਾਹੂੰਗਾ ਆਪਣੇ ਵੱਲੋਂ। ਮੈਂ ਦੋਸਤੋ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਕਰਨੀ ਹੈ ਕੰਸਰਨ ਤੋਂ ਹਟ ਕੇ ਕਥਾ ਵਿਵੇਕ ਦੀ ਗੱਲ ਕਰਨੀ ਹੈ ਤੇ ਕਥਾ ਦੇ ਤਰਕ ਦੀ ਗੱਲ ਕਰਨੀ ਹੈ। ਉੱਥੇ ਮੈਨੂੰ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੀਆਂ ਗੱਲਾਂ ਜਿਹੜੀਆਂ ਮੈਂ ਚਾਹੁੰਦਾ ਸੀ ਜਿਵੇਂ ਹੋਣੀਆਂ ਚਾਹੀਦੀਆਂ ਸੀ ਉਵੇਂ ਨਜ਼ਰ ਨਹੀਂ ਆਈਆਂ ਹੈਗੀਆਂ। ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ, ਪਰ ਮੈਂ ਉਹ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਨੀਆਂ ਚਾਹੁੰਦਾ। ਹਰ ਕਹਾਣੀ ਦੇ ਵਿੱਚ ਜਦੋਂ ਅਸੀਂ ਕੋਈ ਪਲਾਟ ਲੈਂਦੇ ਹਾਂ ਤਾਂ ਉਸ ਪਲਾਟ ਦਾ ਆਪਣਾ ਇੱਕ ਵਿਵੇਕ ਹੁੰਦਾ ਹੈ, ਉਸ ਪਲਾਟ ਦਾ ਆਪਣਾ ਇੱਕ ਲੌਜਿਕ ਹੁੰਦਾ ਹੈ ਤੇ ਕਹਾਣੀਕਾਰ ਆਪਣਾ ਇੱਕ ਲੌਜਿਕ ਬਿਲਡ ਕਰਦਾ ਆਪਣੀ ਕਹਾਣੀ ਦੇ ਵਿੱਚ ਕਿ ਉਹਨੇ ਕਿਸ ਧਿਰ ਨੂੰ ਰੱਦ ਕਰਨਾ ਹੈ ਜਾਂ ਕਿਸ ਧਿਰ ਦੇ ਹੱਕ 'ਚ ਖੜਨਾ ਹੈ, ਕਿਸ ਧਿਰ ਨੂੰ ਪ੍ਰਮੋਟ ਕਰਨਾ ਹੈ, ਕਿਸ ਧਿਰ ਨੂੰ ਰਿਜੈਕਟ ਕਰਨਾ ਹੈ। ਉਸ ਵਿਵੇਕ ਦੇ ਸਿਰ ਤੇ ਉਹ ਆਪਣੀ ਸਾਰੀ ਕਹਾਣੀ ਉਸਾਰਦਾ ਹੈ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਜਦੋਂ ਆਪਣਾ ਇੱਕ ਲੌਜਿਕ ਐਸਟੈਬਲਿਸ਼ ਕਰਦੇ ਹਾਂ ਕਹਾਣੀ ਦੇ ਵਿੱਚ ਤਾਂ ਉਹਦੇ ਨਾਲ ਇੱਕ ਐਂਟੀ ਲੌਜਿਕ ਆਪਣੇ ਆਪ ਬਿਲਡ ਹੋ ਜਾਂਦਾ ਹੈ ਤੇ ਲੇਖਕ ਆਪਣੇ ਲੌਜਿਕ ਨੂੰ ਤਾਂ ਬਿਲਡ ਕਰ ਦਿੰਦਾ ਹੈ ਪਰ ਉਹਦਾ ਐਂਟੀ ਲੌਜਿਕ ਕੀ ਹੈ ਉਹਨੂੰ ਨਹੀਂ ਸਮਝਦਾ ਹੈ। ਉੱਥੇ ਕਈ ਵਾਰੀ ਤਰਕ ਦੇ ਖਿਲਾਫ ਇੱਕ ਤਰਕ ਕਹਾਣੀ ਦੇ ਵਿੱਚ ਆਪਣੇ ਆਪ ਹੀ ਖੜਾ ਹੋ ਜਾਂਦਾ ਹੈ, ਜਿਹੜਾ ਬਹੁਤ ਵਾਰੀ ਪਾਠਕ ਨੂੰ ਤੇ ਆਲੋਚਕ ਨੂੰ ਤਾਂ ਨਜ਼ਰ ਆ ਜਾਂਦਾ ਹੈ ਤੇ ਲੇਖਕ ਨੂੰ ਨਜ਼ਰ ਨਹੀਂ ਆਉਂਦਾ ਹੈਗਾ। ਜਿਵੇਂ ਉਦਾਹਰਨ ਦੇ ਤੌਰ ਤੇ ਉੱਠੀ ਚਪੇੜ ਕਹਾਣੀ ਹੈ। ਬਿਨਾਂ ਸ਼ੱਕ ਡਾਕਟਰ ਭੀਮਿੰਦਰ ਹੋਰਾਂ ਨੇ ਇਹਦੇ ਬਾਰੇ ਜਿਹੜੀ ਗੱਲ ਕਹੀ ਹੈ ਬਿਲਕੁਲ ਠੀਕ ਹੈ, ਮੈਂ ਉਹਦੇ ਨਾਲ ਸਹਿਮਤ ਹਾਂ। ਪਹਿਲੀ ਗੱਲ ਤਾਂ ਇਹ ਕਹਾਣੀ ਇੱਕ ਪ੍ਰਚਲਿਤ ਚੁਟਕਲੇ ਤੋਂ ਬਣੀ ਹੈ। ਚੁਟਕਲਾ ਪਹਿਲਾਂ ਮੈਂ ਲਤੀਫੇ ਦੇ ਤੌਰ ਤੇ ਪਹਿਲਾਂ ਮੇਰੇ ਕੋਲ ਆਇਆ, ਮੈਂ ਪੜ੍ਹਿਆ ਵੀ ਹੈ ਇਹ। ਚਲੋ ਕੋਈ ਨਹੀਂ, ਕਿਤੋਂ ਵੀ ਕਹਾਣੀ ਦਾ ਪਲਾਟ ਲਿਆ ਜਾ ਸਕਦਾ, ਕੋਈ ਗੱਲ ਨਹੀਂ ਹੁੰਦੀ ਹੈਗੀ। ਪਰ ਜਦੋਂ ਜਿਹੜੀ ਉਹ ਬੰਤੀ ਹੈ ਉਹ ਆਪਣਾ ਇੱਕ ਲੌਜਿਕ ਐਸਟੈਬਲਿਸ਼ ਕਰਦੀ ਹੈ ਕਹਾਣੀ ਦੇ ਵਿੱਚ, ਜਦੋਂ ਉਹਨੂੰ ਕਹਿੰਦੇ ਹੈ ਜੰਗੀਰੇ ਨੂੰ ਕਿ ਜਿਹੜਾ ਮੇਰਾ ਪਤੀ ਹੈ ਉਹ ਤੇਰੀ ਪਤਨੀ ਬਾਰੇ ਅਸੀਂ ਗੱਲ ਕਰਦਾ ਸੀ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਗੱਲ ਨੂੰ ਉਹ ਲੌਜਿਕ ਦੇ ਤੌਰ ਤੇ ਵਰਤ ਰਹੀ ਹੈ ਜੰਗੀਰੇ ਨੂੰ ਰੱਦ ਕਰਨ ਲਈ, ਕਿ ਉਹਨੂੰ ਆਪਣੇ ਘਰ ਦੇ ਵਿੱਚ ਆਪਣੇ ਪਤੀ ਦੀ ਇਸ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ? ਇਹ ਇੱਕ ਵੱਡਾ ਸਵਾਲ ਹੈ। ਮਤਲਬ ਅਸੀਂ ਕਿਸੇ ਦੂਜੇ ਦੀ ਪਤਨੀ ਨੂੰ ਲੌਜਿਕ ਦੇ ਤੌਰ ਤੇ ਵਰਤ ਰਹੇ ਹਾਂ ਕਿ ਜਿਵੇਂ ਤੂੰ ਮੇਰੇ ਬਾਰੇ ਸੋਚਦਾ ਹੈ ਐਂ ਮੇਰੇ ਘਰ ਵਾਲਾ ਤੇਰੀ ਘਰ ਵਾਲੀ ਬਾਰੇ ਸੋਚਦਾ ਹੈ। ਇਹ ਠੀਕ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਉਸ ਔਰਤ ਨੂੰ ਜੇ ਉਹਦੇ ਘਰ ਵਾਲਾ ਸੱਚਮੁੱਚ ਐ ਕਹਿੰਦਾ ਹੈ ਜਿਵੇਂ ਉਹਨੇ ਕੋਟ ਕੀਤਾ ਹੈ, ਤਾਂ ਉਹਨੂੰ ਆਪਣੇ ਘਰ ਵਾਲੇ ਦੀ ਉਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਇਹ ਮਰਦ ਦੀ ਮਾਨਸਿਕਤਾ ਚੋਂ ਇਹ ਚੀਜ਼ਾਂ ਨਿਕਲ ਸਕਣ। ਜੋ ਆਪਣੇ ਘਰ ਵਾਲੇ ਦੀ ਇਸ ਗੱਲ ਦਾ ਵਿਰੋਧ ਨਾ ਕਰਕੇ ਸਿਰਫ ਇਹਨੂੰ ਲੌਜਿਕ ਦੇ ਤੌਰ ਤੇ ਵਰਤਦੀ ਹੈ ਤਾਂ ਕਹਾਣੀਕਾਰ ਦਾ ਮਸਲਾ ਤਾਂ ਹੱਲ ਹੋ ਗਿਆ, ਸਮਾਜ ਦਾ ਮਸਲਾ ਨਹੀਂ ਹੱਲ ਹੁੰਦਾ ਹੈ। ਜੇ ਉਹਦੇ ਘਰ ਵਾਲਾ ਉਹਦੀ ਘਰ ਵਾਲੀ ਬਾਰੇ ਇਸ ਤਰ੍ਹਾਂ ਸੋਚਦਾ ਹੈ, ਬੰਤੀ ਦੇ ਘਰ ਵਾਲਾ, ਤਾਂ ਸਭ ਤੋਂ ਪਹਿਲਾਂ ਉਹਨੂੰ ਆਪਣੇ ਘਰੇ ਕੰਡੈਮ ਕਰਨਾ ਚਾਹੀਦਾ ਆਪਣੇ ਘਰ ਵਾਲੇ। ਉਸ ਤੋਂ ਬਾਅਦ ਉਹ ਦੂਜੇ ਨੂੰ ਕੰਡੈਮ ਕਰੇ, ਇਹ ਅਗਲੀ ਗੱਲ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਕ ਲੌਜਿਕ ਤੁਸੀਂ ਡਿਵੈਲਪ ਕੀਤਾ ਤਾਂ ਉਹਦੇ ਨਾਲ ਇੱਕ ਜਿਹੜਾ ਐਂਟੀ ਲੌਜਿਕ ਉਹ ਆਪਣੇ ਘਰ ਦੇ ਵਿੱਚ ਵਿਰੋਧ ਨਹੀਂ ਕਰ ਰਹੀ, ਆਪਣੇ ਪਤੀ ਦੇ ਲੌਜਿਕ ਨੂੰ ਉਹ ਆਪਣਾ ਲੌਜਿਕ ਬਣਾ ਕੇ ਪੇਸ਼ ਕਰਦੀ ਹੈ। ਕਹਾਣੀ ਤਾਂ ਬਣ ਗਈ ਸਾਡੀ ਇਹਦੇ ਨਾਲ, ਪਰ ਕੀ ਉਹਦਾ ਪਤੀ ਠੀਕ ਹੋ ਗਿਆ? ਉਹਦੇ ਪਤੀ ਦੀ ਮਾਨਸਿਕਤਾ ਵਿੱਚ ਤਾਂ ਗੰਦ ਭਰਿਆ ਹੈ ਨਾ। ਅਸੀਂ ਉੱਤੇ ਕੋਈ ਸਟਾਇਰ ਨਹੀਂ ਕਰਦੇ, ਅਸੀਂ ਸਾਡਾ ਲੇਖ ਉੱਤੇ ਕੋਈ ਕਮੈਂਟ ਨਹੀਂ ਕਰ ਰਿਹਾ ਹੈਗਾ ਕਿ ਮੇਰੇ ਪਤੀ ਨੇ ਠੀਕ ਹੈ ਜਾਂ ਗਲਤ ਕਿਹਾ, ਮੈਂ ਆਪਣੇ ਘਰੇ ਨੂੰ ਰੱਦ ਕਰਕੇ ਆਈ, ਉਹਨੂੰ ਕਹਿ ਕੇ ਆਈ ਹੈ ਜਾਂ ਨਹੀਂ ਕਹਿ ਕੇ ਆਈ ਹੈਗੀ। ਹਾਂ, ਉਹ ਦੂਜੇ ਦੇ ਪਤੀ ਨੂੰ ਜ਼ਰੂਰ ਕਹਿ ਰਹੀ ਹੈ। ਤੋਂ ਪਹਿਲੀ ਕਹਾਣੀ ਦੇ ਸੰਬੰਧ ਚ ਮੇਰੀ ਟਿੱਪਣੀ ਇਹ ਸੀ, ਜਿਹੜੀ ਉੱਠੀ ਚਪੇੜ ਕਹਾਣੀ ਸੀ। ਨੈਕਸਟ ਕਹਾਣੀ ਹੈ ਸਾਂਝ। ਸਾਂਝ ਕਹਾਣੀ ਵੀ ਬਿਨਾਂ ਸ਼ੱਕ ਅਨੁਸਰਨ ਦੇ ਪੱਖੋਂ ਬਹੁਤ ਅੱਛੀ ਕਹਾਣੀ ਹੈ। ਬਿਲਕੁਲ ਬੱਚਿਆਂ ਦੇ ਮਨਾਂ ਦੇ ਵਿੱਚ ਜਿਹੜਾ ਅਸੀਂ ਸੌਫਟਵੇਅਰ ਇੰਸਟਾਲ ਕਰ ਦਿੰਦੇ ਹਾਂ ਬਹੁਤ ਖਤਰਨਾਕ ਹੁੰਦਾ ਹੈ ਜਦੋਂ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਖੇਡਣ ਤੋਂ ਰੋਕਦੇ ਹਾਂ। ਪਰ ਇੱਥੇ ਅਸੀਂ ਆਪਣਾ ਲੌਜਿਕ ਕੀ ਬਣਾਉਂਦੇ ਹਾਂ ਇਸ ਗੱਲ ਤੋਂ ਰੋਕਣ ਲਈ?
ਕਿ ਲੌਜਿਕ ਇਹ ਹੋਣਾ ਚਾਹੀਦਾ ਹੈ ਕਿ ਜੇ ਉਹ ਦੋਨੇ ਦਿਹਾੜੀ ਦੱਪੇ ਕਰਨ ਵਾਲੇ ਨੇ, ਚਾਹੇ ਉਹ ਪੰਡਤ ਹੈ ਤੇ ਉਹ ਦਲਿਤ ਹੈ, ਜੋ ਦੋਨੇ ਦਿਹਾੜੀ ਦੱਪੇ ਕਰਨ ਵਾਲੇ ਨੇ, ਜਿਹੜਾ ਵਿਵੇਕ ਇਸ ਕਹਾਣੀ ਦੇ ਐਂਡ ਤੇ ਇੱਕ ਲੌਜਿਕ ਕ੍ਰੀਏਟ ਕਰਦਾ ਹੈ ਕਿ ਆਪਾਂ ਵੀ ਦਿਹਾੜੀ ਦੱਪਾ ਕਰਨ ਵਾਲੇ ਆ ਤੇ ਉਹ ਵੀ ਦਿਹਾੜੀ ਦੱਪਾ ਕਰਨ ਵਾਲੇ ਨੇ। ਕੀ ਦਿਹਾੜੀ ਦੱਪੇ ਕਰਨ ਵਾਲਿਆਂ ਦੇ ਬੱਚਿਆਂ ਨੂੰ ਹੀ ਆਪਸ 'ਚ ਖੇਡਣਾ ਚਾਹੀਦਾ ਹੈ, ਬਾਕੀ ਬੱਚਿਆਂ ਨੂੰ ਨਹੀਂ ਖੇਡਣਾ ਚਾਹੀਦਾ? ਇੱਕ ਸਵਾਲ ਇਸ ਕਹਾਣੀ ਦੇ ਵਿੱਚੋਂ ਪੈਦਾ ਹੁੰਦਾ ਹੈ ਜਿਹਦਾ ਇਸ ਕਹਾਣੀ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਇਹ ਕਹਾਣੀ ਆਪਣਾ ਲੌਜਿਕ ਤਾਂ ਐਸਟੈਬਲਿਸ਼ ਕਰ ਗਈ ਕਿ ਉਹਨੇ ਇੱਕ ਪਹਿਲਾਂ ਵਾਲੀ ਮਿੱਥ ਨੂੰ ਤਾਂ ਤੋੜਤਾ, ਪਰ ਜਿਹੜੀ ਸਾਂਝ ਅਖੀਰ ਤੇ ਬੱਚਿਆਂ ਦੇ ਬਾਲ ਮਾਨਸਿਕਤਾ ਦੇ ਐਂਗਲ ਤੋਂ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬਾਲ ਮਾਨਸਿਕਤਾ ਦੇ ਐਂਗਲ ਤੋਂ ਲੇਖਕ ਨੇ ਇੱਕ ਗੱਲ ਤਾਂ ਜਿਹੜੀ ਅੱਛੀ ਐਸਟੈਬਲਿਸ਼ ਕਰਤੀ ਕਿ ਹਾਂ ਜੀ ਆਪਾਂ ਵੀ ਦਿਹਾੜੀ ਦੱਪੇ ਕਰਨ ਵਾਲੇ ਆ, ਉਹ ਵੀ ਦਿਹਾੜੀ ਦੱਪੇ ਕਰਨ ਵਾਲੇ ਨੇ, ਆਪਾਂ ਵੀ ਆਪਣਾ ਟਾਈਮ ਪਾਸ ਕਰਦੇ ਆ, ਉਹ ਵੀ ਆਪਣਾ ਟਾਈਮ ਪਾਸ ਕਰਦੇ ਨੇ, ਇਸ ਕਰਕੇ ਆਪਣੇ ਬੱਚੇ ਨੂੰ ਰੋਕਣਾ ਉਹਨਾਂ ਨਾਲ ਖੇਡਣ ਤੋਂ। ਇਹ ਮਤਲਬ ਜਿਹੜੇ ਦਿਹਾੜੀ ਦੱਪੇ ਕਰਨ ਵਾਲੇ ਨਹੀਂ ਹੈਗੇ, ਜਿਹੜੇ ਉਹਨਾਂ ਤੋਂ ਉੱਪਰ ਸਟੇਟਸ ਦੇ ਲੋਕ ਨੇ, ਉਹਨਾਂ ਦੇ ਬੱਚਿਆਂ ਨਾਲ ਉਹਨਾਂ ਤੋਂ ਨਹੀਂ ਖੇਡਣਾ ਚਾਹੀਦਾ ਬੱਚਾ। ਉਹ ਇੱਕ ਜਿਹੜਾ ਹੈਗਾ ਐਂਟੀ ਲੌਜਿਕ ਇਸ ਕਹਾਣੀ ਦੇ ਵਿੱਚ ਹੈ, ਜਿਹਨੂੰ ਲੇਖਕ ਨੂੰ ਐਡਰੈਸ ਕਰਨਾ ਚਾਹੀਦਾ ਹੈ ਥੋੜਾ ਜਿਹਾ। ਜਦੋਂ ਅਸੀਂ ਅੱਜ ਦੇ ਦੌਰ ਦੇ ਵਿੱਚ ਜੋ ਅਸੀਂ ਯਥਾਰਥ ਨੂੰ ਮਨੋਵਿਗਿਆਨਿਕ ਤੌਰ ਤੇ ਪੇਸ਼ ਕਰਦੇ ਹਾਂ ਨਾ, ਉੱਥੇ ਇਹ ਦਿਖਣਾ ਚਾਹੀਦਾ ਕਿ ਜੋ ਕੁਝ ਅਸੀਂ ਪੇਸ਼ ਕਰ ਰਹੇ ਹਾਂ ਉਹਦੇ ਪੈਰਲਲ ਕੁਝ ਹੋਰ ਤਾਂ ਨਹੀਂ ਬਚਿਆ ਹੋਇਆ ਜਿਹਦੇ ਬਾਰੇ ਅਸੀਂ ਸੋਚ ਨਹੀਂ ਰਹੇ ਹੈਗੇ। तो इस कहानी के प्रसंग दे विच मेरी टिप्पणी सी। तीजी कहानी है मोह। डॉक्टर इंद्रपाल होरां दी कहानी है, बहुत अच्छी कहानी है। बिना शक जिहड़े टैबू ने साडी सोसाइटी दे विच, जिवें डॉक्टर पीम इंद्र होरां ने कहा कि औरत लड़की भी अपने माँ बाप नूं संभाल सकती है। अदरवाइज बहुत सारियां धारनावां इहो जिहियां बणीआं होईआं ने कि जिहड़ा कुड़ी दा बाप है वो कुड़ी दे घर नहीं जांदा, घर दे विच कुड़मणी है, उहदे नाल बहुत तरह दे ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਾਡੀ ਸੋਸਾਇਟੀ ਦੇ ਐਂਗਲ ਤੋਂ। ਇਹ ਸਾਰੇ ਟੈਬੂਸ ਨੂੰ ਤੋੜ ਰਹੀ ਹੈ। ਪਰ ਇਹ ਕਹਾਣੀ ਵੀ ਜਿਹੜਾ ਉਹਦੇ ਪੁੱਤ ਦਾ ਲੌਜਿਕ ਹੈ ਉਹਨੂੰ ਬਹੁਤ ਥੋੜਾ ਐਸਟੈਬਲਿਸ਼ ਕਰਦੀ ਹੈ। ਸਿਰਫ ਇੱਕ ਥਾਂ ਤੇ ਇਸ਼ਾਰਾ ਕੀਤਾ ਕਿ ਮੇਰਾ ਪੁੱਤ ਵੀ 3 ਸਾਲ ਬਾਅਦ ਕਿਹੜਾ ਮਾਰਦਾ ਹੈ। ਕਈ ਵਾਰੀ ਅਸੀਂ ਧੀ ਦੇ ਲੌਜਿਕ ਨੂੰ ਸਥਾਪਿਤ ਕਰਨ ਲਈ ਪੁੱਤ ਦੇ ਲੌਜਿਕ ਨੂੰ ਕੰਡੈਮ ਕਰ ਦਿੰਦੇ ਹਾਂ। ਪੁੱਤ ਦੀ ਕੀ ਸਥਿਤੀ ਹੈ ਇਹ ਵੀ ਤਾਂ ਕਿਤੇ ਨਾ ਕਿਤੇ ਆਉਣੀ ਚਾਹੀਦੀ ਸੀ। ਪੁੱਤ ਕਾਹਤੋਂ ਨਹੀਂ ਸੰਭਾਲ ਰਿਹਾ ਹੈਗਾ? ਉਹਦੀਆਂ ਮਜਬੂਰੀਆਂ ਨੇ ਜਾਂ ਉਹਦੇ ਵਿੱਚੋਂ ਮਾਨਵੀ ਤੱਤ ਖਤਮ ਹੋ ਗਏ। ਇਹ ਕਹਾਣੀ ਉਸ ਸਾਰੇ ਕੰਸਰਨ ਬਾਰੇ ਚੁੱਪ ਹੈ। ਬਹੁਤ ਸਿਰਫ ਥੋੜਾ ਜਿਹਾ ਇਸ਼ਾਰਾ ਹੀ ਹੈ ਉਹਦੇ ਵਿੱਚ ਕਿ 3 ਸਾਲ ਬਾਅਦ ਗੇੜਾ ਮਾਰਦਾ ਹੈ। ਇਹ ਵੀ ਇੱਕ ਸਵਾਲ ਬਣਦਾ ਹੈ ਕਿ ਪੁੱਤ ਕਾਹਤੋਂ ਨਹੀਂ ਆਪਣੇ ਪਿਓ ਨੂੰ ਸੰਭਾਲ ਰਿਹਾ? ਉਹਦਾ ਕੀ ਮਸਲਾ ਹੈ ਜਿਹਦੇ ਕਰਕੇ ਧੀ ਨੂੰ ਇੰਨਾ ਕੁਝ ਕਰਨਾ ਪਿਆ, ਇੰਨਾ ਕੁਝ ਕਰਨਾ ਪੈ ਰਿਹਾ ਹੈ? ਇਹਨੂੰ ਇਸ ਚੀਜ਼ ਨੂੰ ਐਡਰੈਸ ਹੋਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਮਨੁੱਖੀ ਸੰਬੰਧਾਂ ਦੀ ਗੱਲ ਕਰਦੇ ਹਾਂ, ਮਨੁੱਖੀ ਸੰਬੰਧ ਇਕੱਲੇ ਇਕਹਿਰੇ ਨਹੀਂ ਹੁੰਦੇ ਹੈਗੇ, ਉਹਦਾ ਪੂਰਾ ਇੱਕ ਸਿਸਟਮ ਹੁੰਦਾ। ਉਹਦੇ ਵਿੱਚ ਬਾਪ ਨਾਲ ਉਹਦਾ ਪੁੱਤ ਵੀ ਹੈ ਤੇ ਨਾਲ ਧੀ ਵੀ ਹੈ। ਜੇ ਪੁੱਤ ਧੀ ਨੂੰ ਸੰਭਾਲਣਾ ਪੈ ਰਿਹਾ ਤਾਂ ਪੁੱਤ ਕਿੱਧਰ ਗਿਆ? ਉਹਦੇ ਕੀ ਕਾਰਨ ਸੀ? ਉਹ ਜ਼ਰੂਰ ਕਿਤੇ ਨਾ ਕਿਤੇ ਕਹਾਣੀ ਦੇ ਵਿੱਚ ਆਉਣੀ ਚਾਹੀਦੀ। ਉਸ ਤੋਂ ਅਗਲੀ ਗੱਲ ਹਰਭਜਨ ਖੇਮਕਰਨ ਦੀ ਕਹਾਣੀ ਵੱਲ ਮੈਂ ਆ ਰਿਹਾ। ਵਰਦੀ ਕਹਾਣੀ ਦੇ ਵਿੱਚ ਬਹੁਤ ਬੇਸਿਕ ਸਾਡੇ ਸਮਾਜ ਦੇ ਮੁੱਦੇ ਨੇ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਸਦੀਆਂ ਤੋਂ ਜਾਤਵਾਦ ਹੈ, ਉਸ ਨੂੰ ਇੱਕ ਤਾਂ ਪੋਜ਼ਿਟਿਵ ਗੱਲ ਇਹ ਹੈ ਕਿ ਜਿਹੜੇ ਰੁਤਬੇ ਨੇ, ਜਦੋਂ ਬੰਦਾ ਪੜ੍ਹ ਲਿਖ ਜਾਂਦਾ ਹੈ, ਪੜ੍ਹ ਲਿਖ ਕੇ ਕਿਸੇ ਰੁਤਬੇ ਤੇ ਪਹੁੰਚ ਜਾਂਦਾ, ਰੁਤਬੇ ਜਿਹੜੀ ਉਹ ਜਾਤੀਗਤ ਹੱਦ ਹੈ ਉਹਨੂੰ ਤੋੜਦੇ ਨੇ ਕਿਸੇ ਹੱਦ ਤੱਕ। ਉਹ ਬੰਦੇ ਮੇਨ ਸਟ੍ਰੀਮ ਹੁੰਦੇ ਨੇ ਸਮਾਜ ਦੇ ਵਿੱਚ। ਜਦੋਂ ਉਹ ਸੂਬੇਦਾਰ ਬਣ ਕੇ ਆਉਂਦਾ ਤਾਂ ਇੱਕ ਕਿਸਮ ਦਾ ਮੇਨ ਸਟ੍ਰੀਮ ਹੋ ਰਿਹਾ ਹੈ। ਇਹਦਾ ਮਤਲਬ ਚਾਹੇ ਉਹ ਰਿਜ਼ਰਵੇਸ਼ਨ ਹੈ ਤੇ ਚਾਹੇ ਉਹ ਪੜ੍ਹਾਈ ਹੈ, ਇਹਨਾਂ ਚੀਜ਼ਾਂ ਨੇ ਉਹਨਾਂ ਲੋਕਾਂ ਨੂੰ ਬਰਾਬਰ ਖੜਾ ਕਰਨ ਦੇ ਵਿੱਚ ਯੋਗਦਾਨ ਤਾਂ ਪਾਇਆ ਹੈ, ਕੋਈ ਸ਼ੱਕ ਨਹੀਂ। ਇਹ ਕਹਾਣੀ ਵੀ ਇਹ ਲੌਜਿਕ ਐਸਟੈਬਲਿਸ਼ ਕਰਦੀ ਹੈ। ਦੂਜੇ ਪਾਸੇ ਜਿਹੜੀ ਜ਼ੀਰੋ ਮਾਨਸਿਕਤਾ ਉਹਨੂੰ ਬਰਦਾਸ਼ਤ ਵੀ ਨਹੀਂ ਹੁੰਦਾ ਹੈਗਾ, ਤੇ ਇਸ ਕਰਕੇ ਉਹ ਜਦੋਂ ਕਹਿੰਦਾ ਕਿ ਆਪਾਂ ਸੂਬੇਦਾਰ ਨੂੰ ਸੁਨੇਹਾ ਭੇਜਦੇ ਆ ਕਿ ਉਹ ਵਰਦੀ ਪਾ ਕੇ ਪਿੰਡ ਨਾ ਆਇਆ ਕਰੇ, ਇਹਦਾ ਮਤਲਬ ਜਿਹੜੀ ਤਾਂ ਨਵੀਂ ਪੀੜ੍ਹੀ ਹੈ ਉਹ ਤਾਂ ਜਦੋਂ ਉਹ ਰੁਤਬੇ ਦੇ ਵਿੱਚ ਬਰਾਬਰ ਹੋ ਗਏ ਤਾਂ ਉਹਨੂੰ ਸਲੂਟ ਮਾਰ ਰਿਹਾ, ਪਰ ਉਹਦਾ ਪਿਓ ਜਿਹੜਾ ਜਗੀਰੂ ਮਾਨਸਿਕਤਾ ਵਾਲਾ ਉਹ ਉਹਨੂੰ ਸਵੀਕਾਰ ਨਹੀਂ ਕਰ ਰਿਹਾ। ਇਹ ਠੀਕ ਹੈ ਗੱਲ ਕਿ ਇਹ ਇਸ ਤਰ੍ਹਾਂ ਦੋ ਮਾਨਸਿਕਤਾਵਾਂ ਦਾ ਟਕਰਾਅ ਇਸ ਕਹਾਣੀ ਦੇ ਵਿੱਚ ਹੈ। ਪਰ ਇਸ ਕਹਾਣੀ ਦੇ ਪ੍ਰਸੰਗ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ, ਖੇਮਕਰਨੀ ਸਾਹਿਬ ਸਾਡੇ ਬਹੁਤ ਸੀਨੀਅਰ ਕਹਾਣੀਕਾਰ ਨੇ ਤੇ ਮੈਂ ਗੱਲ ਬਹੁਤ ਜ਼ਿੰਮੇਵਾਰੀ ਨਾਲ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਉਹ ਇਹ ਕਿ ਕਹਾਣੀ ਦੇ ਪਿੰਡੇ ਤੇ ਨਾ ਕਥਾ ਦਾ ਮਾਸ ਨਹੀਂ ਹੈਗਾ ਕਿਤੇ। ਕਹਾਣੀ ਸਿੱਧੇ ਤੌਰ ਤੇ ਬਸ ਦੋ ਲੌਜਿਕ ਬਣਾ ਲੈਂਦੀ ਹੈ। ਆਪਣੀ ਇਹ ਜੀ ਕੋਈ ਮਜਬੂਰੀ ਨਹੀਂ ਹੈਗੀ ਆਪਾਂ ਕਹਾਣੀ ਨੂੰ 10 ਲੈਣਾ ਖਤਮ ਕਰਨਾ ਹੈ। ਇਹ ਬਾਕੀ ਸਾਰੀਆਂ ਕਹਾਣੀਆਂ ਦੇ ਪ੍ਰਸੰਗ ਦੇ ਵਿੱਚ ਵੀ ਡਾਕਟਰ ਟੀਮੇਂਦਰ ਹੋਰਾਂ ਨੇ ਵੀ ਗੱਲ ਕਹੀ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸ਼ਬਦ ਵਰਤਣੇ ਚਾਹੀਦੇ ਨੇ ਉੱਥੇ ਸ਼ਬਦ ਵਰਤਣੇ ਚਾਹੀਦੇ ਨੇ। ਕਹਾਣੀ ਦੇ ਵਿੱਚ ਕਹਾਣੀ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਕਹਾਣੀ ਦਾ ਇੱਕ
ਜਿਹੜਾ ਹੈਗਾ ਉਹਦਾ ਸਾਰਾ ਜਿਹੜਾ ਔਰਾ ਹੋਣਾ ਚਾਹੀਦਾ ਕਹਾਣੀ ਦਾ, ਜਿਹੜੀ ਕਥਾ ਦੀਆਂ ਤੰਤਾਂ ਹੋਣੀਆਂ ਚਾਹੀਦੀਆਂ ਨੇ, ਕਹਾਣੀ ਦੀ ਸੰਘਣੀ ਬੁਣਤੀ ਹੋਣੀ ਚਾਹੀਦੀ ਹੈ, ਉਹ ਤਾਂ ਉਹਦੇ ਵਿੱਚ ਪਾਓ ਨਾ ਕਿਤੇ। ਬਸ ਤੁਸੀਂ ਸਿੱਧੇ ਤੌਰ ਤੇ ਇੱਕ ਪਾਸੇ ਸਲੂਟ ਮਾਰਦਾ ਮੁੰਡਾ, ਦੂਜੇ ਪਾਸੇ ਤੁਸੀਂ ਉਹਦੇ ਪਿਓ ਦਾ ਦ੍ਰਿਸ਼ਟੀਕੋਣ ਤੇ ਕਹਾਣੀ ਮੁੱਕ ਜਾਂਦੀ ਹੈ। ਕਹਾਣੀ ਪਾਠਕ ਨੂੰ ਨਾਲ ਕਿਵੇਂ ਜੁੜੂਗੀ ਜੇ ਉਹਦੇ ਵਿੱਚ ਕਥਾ ਭਰਮੇ ਰੂਪ ਦੇ ਵਿੱਚ ਨਹੀਂ ਹੈ। ਜਿਵੇਂ ਮਤਲਬ ਸਿਰਫ ਅਸਥੀ ਪਿੰਜਰ ਹੋਵੇ, ਅਸਥੀ ਪਿੰਜਰ ਉੱਤੇ ਮਾਸ ਨਾ ਹੋਵੇ। ਇਸ ਕਹਾਣੀ ਨੂੰ ਮਾਸ ਦੀ ਬਹੁਤ ਲੋੜ ਹੈ। ਬਹੁਤ ਲੰਮੇ ਸਮੇਂ ਤੋਂ ਮਿੰਨੀ ਕਹਾਣੀ ਦੇ ਮਾਮਲੇ 'ਚ ਚਰਚਾ ਚੱਲਦੀ ਰਹਿੰਦੀ ਹੈ ਕਿ ਸਾਈਜ਼ ਕੀ ਹੋਵੇ। ਸਾਈਜ਼ ਕੁਝ ਵੀ ਨਹੀਂ ਹੈਗਾ। ਸਾਈਜ਼ ਤੁਹਾਡਾ ਅੱਧਾ ਪੇਜ ਵੀ ਹੋ ਸਕਦਾ, 1 ਪੇਜ ਵੀ ਹੋ ਸਕਦਾ, 1.5 ਪੇਜ ਵੀ ਹੋ ਸਕਦਾ, 2-2.5 ਪੇਜਾਂ ਦੀਆਂ ਮਿੰਨੀ ਕਹਾਣੀਆਂ ਵੀ ਆਈਆਂ ਨੇ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਤੁਹਾਡੀ ਕਹਾਣੀ ਧਰਮੀ ਹੋਵੇ, ਉਹ ਕਹਾਣੀ ਲੱਗੇ, ਕਹਾਣੀ ਰਸ ਹੋਵੇ, ਪਾਠਕ ਨੂੰ ਆਪਣੇ ਨਾਲ ਜੋੜੇ। ਇਕੱਲੇ ਲੌਜਿਕ ਨਹੀਂ ਚਾਹੀਦੇ ਸਾਨੂੰ, ਇਕੱਲੇ ਲੌਜਿਕ ਤਾਂ ਫਿਰ ਭਾਸ਼ਣ ਹੋ ਜਾਂਦਾ ਹੈਗਾ, ਫਿਰ ਤਾਂ ਦਲੀਲਬਾਜ਼ੀ ਹੋ ਜਾਂਦੀ ਹੈ। ਜੇ ਦਲੀਲਬਾਜ਼ੀ ਤੋਂ ਅਸੀਂ ਇਹਨੂੰ ਕਥਾ 'ਚ ਕਨਵਰਟ ਕਰਨਾ ਤਾਂ ਕਥਾ ਬਹੁਤ ਧਰਮੀ ਹੋਣੀ ਚਾਹੀਦੀ ਹੈ, ਬਹੁਤ ਸੰਘਣੀ ਹੋਣੀ ਚਾਹੀਦੀ ਹੈ, ਜਿਹੜੀ ਪਾਠਕ ਨੂੰ ਨਾਲ ਜੋੜੇ। ਇਸ ਕਹਾਣੀ ਦੀ ਇਹ ਪ੍ਰੋਬਲਮ ਜਿਹੜੀ ਮੈਨੂੰ ਬਹੁਤ ਲੱਗਦੀ ਹੈ, ਜਿਹੜੀ ਮਤਲਬ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਅਗਲੀ ਕਹਾਣੀ ਜਿਹੜੀ ਹੈਗੀ ਰੋਦਨ, ਜਗਦੀਸ਼ ਰਾਏ ਕੁਲਰੀਆਂ ਬਹੁਤ ਨਵੇਂ ਵਿਸ਼ੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਜਾਂ ਇਕੱਲੀਆਂ ਕਹਾਣੀਆਂ ਨਹੀਂ, ਜੇ ਪੰਜਾਬੀ ਦੇ ਨਾਵਲ, ਨਾਟਕ ਤੇ ਬਾਕੀ ਸਿਨੈਰੀਓ ਨੂੰ ਵੀ ਦੇਖ ਲਈਏ ਤਾਂ ਇਸ ਨਾਲ ਜੁੜੇ ਹੋਏ ਬਹੁਤ ਥੋੜ੍ਹੀਆਂ ਕਿਰਤਾਂ ਸਾਹਮਣੇ ਆਉਂਦੀਆਂ ਨੇ। ਹੈਗੇ ਨੇ ਨਾਟਕ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਲਿਖੇ ਗਏ ਨੇ, ਮੈਂ ਵੀ ਇੱਥੇ ਨਾਟਕ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਤੇ ਨਾਵਲ ਵੀ ਆਏ ਨੇ, ਪਰ ਉਵੇਂ ਨਹੀਂ ਆਏ ਜਿੰਨੇ ਵੱਡੇ ਪੱਧਰ ਤੇ LGBT ਦਾ ਜਿਹੜਾ ਇਸ਼ੂ ਹੈ ਇਹ, ਜਿਹਦੇ ਵਿੱਚ ਲੈਸਬੀਅਨ ਆ ਜਾਂਦੇ ਨੇ, ਗੇ ਆ ਜਾਂਦੇ ਨੇ, ਬਾਇਸੈਕਸੁਅਲ ਲੋਕ ਆ ਜਾਂਦੇ ਨੇ, ਟਰਾਂਸਜੈਂਡਰ ਆ ਜਾਂਦੇ ਨੇ, ਜਾਂ ਇਸ ਤੋਂ ਵੀ ਅਗਲੀਆਂ ਕੁਝ ਹੋਰ ਸ਼ੇਡਸ ਨੇ। ਸਾਡੇ ਵਿਚਕਾਰ ਡਾਕਟਰ ਦੀਪਤੀ ਜੀ ਬੈਠੇ ਨੇ, ਇਹ ਮੇਰੇ ਨਾਲ ਵੱਧ ਇਹਨਾਂ ਇਸ਼ੂਜ਼ ਨੂੰ ਸਮਝ ਸਕਦੇ ਹੋਣਗੇ। ਤੇ ਇਹ ਇਸ਼ੂ ਇਸ ਕਹਾਣੀ ਦੇ ਵਿੱਚ ਆਇਆ ਕੁਦਰਤ ਤੌਰ ਤੇ ਕੁਝ ਬੰਦਿਆਂ ਦੇ ਵਿੱਚ ਹਾਰਮੋਨਲ ਜਿਹੜਾ ਡਿਸਆਰਡਰ ਹੁੰਦਾ ਹੈ, ਉਹਦੇ ਕਰਕੇ ਮੇਲ ਸਟਰਕਚਰ ਦੇ ਵਿੱਚ ਫੀਮੇਲ ਹਾਰਮੋਨ ਹਾਵੀ ਹੋ ਜਾਂਦੇ ਨੇ, ਜਾਂ ਕਈ ਵਾਰੀ ਫੀਮੇਲ ਸਟਰਕਚਰ 'ਚ ਮੇਲ ਹਾਰਮੋਨਸ ਹਾਵੀ ਹੋ ਜਾਂਦੇ ਨੇ। ਤੇ ਸਾਡਾ ਸਮਾਜ ਕਦੇ ਵੀ ਇਹਨੂੰ ਉਸ ਨਜ਼ਰੀਏ ਤੋਂ ਨਹੀਂ ਦੇਖਦਾ ਹੈਗਾ। ਸਾਡਾ ਸਮਾਜ ਨੇ ਆਪਣੇ ਫਰੇਮ ਬਣਾਏ ਹੋਏ ਨੇ ਤੇ ਅਸੀਂ ਉਹਨਾਂ ਫਰੇਮਾਂ 'ਚ ਫਿੱਟ ਕਰਕੇ ਦੇਖਦੇ ਹਾਂ। ਜੇ ਉਹਨਾਂ ਫਰੇਮਾਂ 'ਚ ਫਿੱਟ ਹੁੰਦਾ ਤਾਂ ਠੀਕ ਹੈ, ਤੇ ਨਹੀਂ ਤਾਂ ਉਹ ਬੰਦਾ ਨਫਿੱਟ ਹੋ ਜਾਂਦਾ ਹੈ, ਤੇ ਨਫਿੱਟ ਹੋ ਕੇ ਫਿਰ ਬੰਦਾ ਪਾਗਲਾ ਵਾਂਗੂ ਜਿਹੜਾ ਇਸ ਦਾ ਮੇਨ ਪਾਤਰ ਹੈ ਉਹ ਸਥਿਤੀ ਉਹਦੀ ਹੋ ਜਾਂਦੀ ਹੈ। ਇਹ ਇਸ ਪੱਖੋਂ ਮਤਲਬ ਇੱਕ ਨਵੇਂ ਵਿਸ਼ੇ ਨੂੰ ਨਵੇਂ ਤਰੀਕੇ ਨਾਲ ਕਹਿਣ ਦੇ ਵਿੱਚ ਕੁਲਰੀਆਂ ਸਾਹਿਬ ਨੇ ਬਹੁਤ ਅੱਛੀ ਮਿਹਨਤ ਕੀਤੀ ਹੈ। ਪਰ ਇਹਦੇ ਵਿੱਚ ਵੀ ਇੱਕ ਸਵਾਲ ਜਿਹੜਾ ਦੀਪਤੀ ਸਾਹਿਬ ਸ਼ਾਇਦ ਮੇਰੇ ਨਾਲ ਵੱਧ ਕਲੀਅਰ ਕਰ ਸਕਣ ਇਸ ਗੱਲ ਨੂੰ, ਪਰ ਮੈਨੂੰ ਲੱਗਦਾ ਕਿਤੇ ਵੀ ਕਿਉਂਕਿ ਇਹਦੀਆਂ ਬਹੁਤ ਸਾਰੀਆਂ ਸ਼ੇਡਸ ਨੇ ਅਸਲ ਦੇ ਵਿੱਚ, ਇਹਦੀ ਕੋਈ ਇੱਕ ਸ਼ੇਡਸ ਨਹੀਂ। ਮੈਂ 4 ਸ਼ੇਡ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਲੈਸਬੀਅਨ ਇੱਕ ਵੱਖਰੀ ਕੈਟਾਗਰੀ ਹੈ, ਗੇ ਇੱਕ ਵੱਖਰੀ ਕੈਟਾਗਰੀ ਹੈ, ਬਾਈਸੈਕਸੁਅਲ ਲੋਕ ਇੱਕ ਵੱਖਰੀ ਕੈਟਾਗਰੀ ਹੈ, ਟਰਾਂਸਜੈਂਡਰ ਇੱਕ ਵੱਖਰੀ ਕੈਟਾਗਰੀ ਹੈ। ਇਸ ਤੋਂ ਬਿਨਾਂ ਵੀ ਕੁਝ ਹੋਰ ਕੈਟਾਗਰੀਜ਼ ਨੇ। ਅਸੀਂ ਇਸ ਕਰੈਕਟਰ ਨੂੰ ਕਿਹੜੀ ਕੈਟਾਗਰੀ 'ਚ ਲੈਂਦੇ ਹਾਂ? ਜੋ ਜਨਾਨੜਾ ਕਰੈਕਟਰ ਹੈ ਤਾਂ ਉਹਦਾ ਜਦੋਂ ਮਰਦਊ ਨੂੰ ਵੱਢ ਦਿੱਤਾ ਜਾਂਦਾ ਹੈ ਤਾਂ ਕੀ ਉਹ ਐਂ ਰਿਐਕਟ ਕਰਨਾ ਚਾਹੀਦਾ ਜਿਵੇਂ ਇਹ ਕਰੈਕਟਰ ਰਿਐਕਟ ਕਰ ਰਿਹਾ ਹੈ? ਇਹ ਸਵਾਲ ਮੈਂ ਥੋੜਾ ਜਿਹਾ ਤੇ ਕਨਫਿਊਜ਼ ਹਾਂ। ਮੈਂ ਮਤਲਬ ਇਹ ਤੇ ਬਹੁਤ ਸਿੱਧੀ ਟਿੱਪਣੀ ਨਹੀਂ ਕੋਈ ਕਰ ਸਕਦਾ ਹੈਗਾ, ਪਰ ਮੈਨੂੰ ਲੱਗਦਾ ਹੈ ਕਿਉਂਕਿ ਇਹੋ ਜਿਹੇ ਕਰੈਕਟਰ ਇੰਨਾ ਰਿਐਕਟ ਨਹੀਂ ਕਰਦੇ ਹੁੰਦੇ ਇਸ ਗੱਲ ਦੇ ਉੱਤੇ, ਕਿਉਂਕਿ ਉਹਨਾਂ ਦੇ ਅੰਦਰ ਫੀਮੇਲ ਹਾਰਮੋਨਸ ਪਹਿਲਾਂ ਹੀ ਜ਼ਿਆਦੇ ਨੇ। ਇਹ ਉਸ ਪੱਖੋਂ ਗਲਤ ਹੈ ਕਿ ਇੱਕ ਬੰਦਾ ਉਹਨੂੰ ਆਪਣੇ ਕੁੰਡੇ ਸ਼ਾਮਲ ਕਰਨ ਲਈ ਉਹਦਾ ਜਿਹੜਾ ਲਿੰਗਕ ਜਿਹੜਾ ਆਰਗਨ ਹੈ ਉਹਨੂੰ ਤਲਵਾਰ ਨਾਲ ਕੱਟਦਾ ਜਾਂ ਕੱਟਣ ਦੀ ਕੋਸ਼ਿਸ਼ ਕਰਦਾ। ਇਹ ਬਹੁਤ ਅਮਾਨਵੀ ਹੈ ਤੇ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਨੇ। ਪਰ ਉਸ ਤੋਂ ਬਾਅਦ ਉਹਦਾ ਰਿਐਕਸ਼ਨ ਇੱਕ ਜਿਹੜਾ ਮਰਦ ਵਾਲਾ ਰਿਐਕਸ਼ਨ ਉਹਦੇ ਅੰਦਰੋਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਹ ਤੇ ਥੋੜਾ ਜਿਹਾ ਲੱਗਦਾ ਕਿ ਕਿਉਂ ਬੰਦਾ ਉਸ ਤਰ੍ਹਾਂ ਦਾ ਰਿਐਕਸ਼ਨ ਦੇ ਸਕਦਾ ਜਾਂ ਨਹੀਂ ਦੇ ਸਕਦਾ, ਮੈਨੂੰ ਸ਼ੱਕ ਲੱਗਦਾ ਕਿਉਂਕਿ ਉਹ ਜਨਾਨਾ ਕਰੈਕਟਰ ਹੈ ਤਾਂ ਇਟ ਮੀਨਸ ਮੇਲ ਬੋਡੀ ਦੇ ਵਿੱਚ ਫੀਮੇਲ ਹਾਰਮੋਨਸ ਵਾਲਾ ਬੰਦਾ ਹੈ ਤੇ ਉਹ ਉਸ ਗੱਲ ਤੇ ਉਹਨਾਂ ਰਿਐਕਟ ਕਰੂਗਾ। ਇਹ ਕਿਤੇ ਨਾ ਕਿਤੇ ਸਵਾਲ ਹੈ, ਥੋੜਾ ਜਿਹਾ ਇਹਨੂੰ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ। ਬਾਅਦ ਦੇ ਵਿੱਚ ਆਫਲਾਈਨ ਡਿਸਕਸ਼ਨ ਦੇ ਵਿੱਚ ਤੁਸੀਂ ਦੀਪਤੀ ਹੋਰਾਂ ਨਾਲ ਗੱਲ ਕਰ ਸਕਦੇ ਹੋ, ਜੋ ਹੁਣ ਕਰਨੀ ਚਾਹੁੰਦੇ ਹੁਣ ਵੀ ਕਰ ਸਕਦੇ ਨੇ। ਨੈਕਸਟ ਮੇਰੇ ਖਿਆਲ ਦੇ ਵਿੱਚ ਇੱਕੋ ਕਹਾਣੀ ਬੈਠੀ ਹੈ, ਉਹ ਹੈਗੀ ਹੈ ਫੁੱਲਾਂ ਵਾਲੀ ਸ਼ਾਲ। ਇਹ ਕਹਾਣੀ ਵੀ ਬਿਨਾਂ ਸ਼ੱਕ ਸਾਡੇ ਸਮਾਜ ਦੇ ਰਿਸ਼ਤਿਆਂ ਦੀ ਕੰਟਰਡਿਕਸ਼ਨ ਨੂੰ, ਜਿਵੇਂ ਡਾਕਟਰ ਪ੍ਰੇਮਿੰਦਰ ਹੋਰਾਂ ਨੇ ਕਿਹਾ, ਕਿ ਪੇਸ਼ ਕਰਦੀ ਹੈ। ਪਰ ਮੈਂ ਇਹਦੇ ਵਿੱਚ ਨਾ ਕੋਈ ਸਵਾਲ ਖੜੇ ਕਰਨਾ ਚਾਹੁੰਦਾ। ਕਹਾਣੀ ਦੇ ਵਿੱਚ ਇੱਕ ਜੋਤੀ ਹੈ, ਇੱਕ ਵੀਨਾ, 2 ਨੂੰਹਾਂ ਨੇ ਤੇ ਇੱਕ ਸ਼ੁਭਾ ਲੜਕੀ ਹੈ। ਜੋਤੀ ਦੇ ਬਿਨਾ ਖਲਨਾਇਕ ਨੇ ਇਸ ਕਹਾਣੀ ਦੇ ਵਿੱਚ, ਤੇ ਸ਼ੁਭਾ ਜਿਹੜੀ ਹੈਗੀ ਹੈ ਨਾਇਕ ਹੈ।
ਸ਼ੁਭਾ ਇਸ ਕਰਕੇ ਨਾਇਕ ਹੈ ਕਿ ਧੀ ਹੈ, ਜੋਤੀ ਤੇ ਬਿਨਾਂ ਇਸ ਕਰਕੇ ਨਾਇਕ ਹੈ ਕਿ ਉਹ ਖਲਨਾਇਕ ਨੇ, ਕਿ ਉਹ ਨੂੰਹਾਂ ਨੇ। ਅਸੀਂ ਨੂੰਹਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ, ਜਿਹੜਾ ਅਕਸਰ ਹੀ ਆਪਾਂ ਕਰਦੇ ਹਾਂ ਇਹੋ ਜਿਹੇ ਰਿਸ਼ਤਿਆਂ ਦੇ ਤੰਦਾਂ ਬੁਣਦੇ ਆ। ਤੇ ਧੀ ਨੂੰ ਪੇਸ਼ ਕਰਨਾ ਤਾਂ ਪੁੱਤ ਨੂੰ ਖਲਨਾਇਕ ਬਣਾ ਦਿੰਦੇ ਆ, ਜੇ ਨੂੰਹਾਂ ਨੂੰ ਖਲਨਾਇਕ ਬਣਾਉਣਾ ਤਾਂ ਧੀ ਨੂੰ ਅਸੀਂ ਨਾਇਕ ਬਣਾ ਕੇ ਪੇਸ਼ ਕਰ ਦਿੰਦੇ ਆ। ਇਹ ਕਹਾਣੀ ਵੀ ਉਸ ਕਿਸਮ ਦੀ ਕਹਾਣੀ ਹੈ। ਪਰ ਮੈਂ ਤੇ ਇੱਕ ਬੇਸਿਕ ਸਵਾਲ ਹੈ ਉਹ ਖੜਾ ਇਹ ਕਰਨਾ ਚਾਹਣਾ, ਜਿਹੜੀ ਸ਼ੁਭਾ ਹੈ ਉਹ ਇੱਥੇ ਤਾਂ ਇਸ ਕਹਾਣੀ ਦੇ ਵਿੱਚ ਤਾਂ ਧੀ ਹੈ, ਪਰ ਜੋ ਆਪਣੇ ਘਰ ਦੇ ਵਿੱਚ ਨੂੰਹ ਹੈ ਉਹ ਉੱਥੇ ਉਹਦਾ ਐਟੀਟਿਊਡ ਕੀ ਹੋਊਗਾ? ਜਾਂ ਇਹਦੇ ਉਲਟ ਜਿਹੜੀ ਜੋਤੀ ਤੇ ਬੀਨਾ ਨੇ ਉਹ ਇੱਥੇ ਨੂੰਹ ਨੇ, ਪਰ ਆਪਣੇ ਘਰ ਦੇ ਵਿੱਚ ਧੀ ਨੇ, ਉਹਨਾਂ ਆਪਣੇ ਘਰ ਦੇ ਵਿੱਚ ਰਿਐਕਸ਼ਨ ਕੀ ਹੋਊਗਾ? ਕਦੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਕੋਈ ਬੰਦਾ, ਇੱਕੋ ਹੀ ਔਰਤ ਇੱਕ ਥਾਂ ਤੇ ਧੀ ਹੁੰਦੀ ਹੈ, ਇੱਕ ਥਾਂ ਤੇ ਨੂੰਹ ਹੁੰਦੀ ਹੈ। ਕਹਾਣੀ ਅੱਜ ਕੱਲ ਦੇ ਦੌਰ ਦੇ ਵਿੱਚ ਜੇ ਆਪਾਂ ਇਸ ਕਿਸਮ ਦੀਆਂ ਹੀ ਗੱਲਾਂ ਕਰਾਂਗੇ ਜਿਵੇਂ ਕਹਾਣੀ ਕਰ ਰਹੀ ਹੈ ਤਾਂ ਬਹੁਤ ਰਵਾਇਤੀ ਗੱਲ ਹੈ। ਉਹਨੂੰ ਗੱਲ ਇਸ ਤੇ ਕਰਨੀ ਚਾਹੀਦੀ ਹੈ ਕਿ ਇਹ ਰਿਐਕਸ਼ਨ ਚੇਂਜ ਕਿਉਂ ਹੋ ਜਾਂਦੇ ਨੇ। ਜੋਤੀ ਤੇ ਬਿਨਾ ਜਦ ਧੀ ਹੋਣਗੇ ਆਪਣੇ ਘਰ ਦੇ ਵਿੱਚ, ਉਦੋਂ ਉਹਨਾਂ ਦਾ ਰਿਐਕਸ਼ਨ ਵੱਖਰਾ ਕਿਉਂ ਹੋਊਗਾ, ਇੱਥੇ ਰਿਐਕਸ਼ਨ ਵੱਖਰਾ ਕਿਉਂ ਹੋ ਗਿਆ? ਸ਼ੁਭਾ ਜਿਹਦਾ ਇੱਥੇ ਧੀ ਦੇ ਤੌਰ ਤੇ ਰਿਐਕਸ਼ਨ ਬਹੁਤ ਪੋਲਾਈਟ ਹੈ, ਉਹ ਕੀ ਉਹਦਾ ਆਪਣੇ ਘਰ ਦੇ ਵਿੱਚ ਨੂੰਹ ਦੇ ਤੌਰ ਤੇ ਰਿਐਕਸ਼ਨ ਵੀ ਪੋਲਾਈਟ ਹੋਊਗਾ? ਜਿੰਨੀ ਦੇਰ ਤੱਕ ਅਸੀਂ ਇਹਦੇ ਕਾਰਨਾਂ ਨੂੰ ਐਡਰੈਸ ਨਹੀਂ ਹੁੰਦੇ, ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ, ਇੱਥੇ ਦੀਪਤੀ ਸਾਹਿਬ ਬੈਠੇ ਨੇ, ਇਹਨਾਂ ਨੇ ਮੇਰੇ ਖਿਆਲ ਬਹੁਤ ਕਹਾਣੀਆਂ ਐਡਿਟ ਕਰ ਚੁੱਕੇ ਹੋਣਗੇ, ਇਹੋ ਜਿਹੀਆਂ ਕਹਾਣੀਆਂ ਜਿਹਦੇ ਵਿੱਚ ਇਸ ਕਿਸਮ ਦੇ ਮਸਲੇ ਆਏ ਹੋਣਗੇ। ਕਿ ਅਸੀਂ ਇਹਨਾਂ ਮਸਲਿਆਂ ਤੋਂ ਅੱਗੇ ਜਾ ਕੇ ਇਹਨਾਂ ਮਸਲਿਆਂ ਦੀ ਤਹਿ ਦੇ ਪਿੱਛੇ ਲੁਕੇ ਹੋਏ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਉਹ ਪਿਤਰੀ ਸੱਤਾ ਦਾ ਕਿਹੜਾ ਰੂਪ ਹੈ ਕਿ ਨੂੰਹ ਆ ਕੇ ਇਸ ਤਰ੍ਹਾਂ ਰਿਐਕਟ ਕਰਨ ਲੱਗ ਜਾਂਦੀ ਹੈ, ਧੀ ਆ ਕੇ ਹੋਰ ਤਰ੍ਹਾਂ ਰਿਐਕਟ ਕਰਨ ਲੱਗ ਜਾਂਦੀ ਹੈ। ਆਪਦੇ ਘਰ ਦੇ ਵਿੱਚ ਉਲਟ ਹੋ ਜਾਂਦਾ, ਜਦੋਂ ਧੀ ਨੂੰਹ ਬਣ ਜਾਂਦੀ ਹੈ ਤੇ ਨੂੰਹ ਧੀ ਬਣ ਜਾਂਦੀ ਹੈ, ਉਹ ਰਿਐਕਸ਼ਨ ਬਦਲ ਜਾਂਦੇ ਨੇ। ਵਾਹ, ਕਾਰਨ ਕੀ ਹੈ ਇਹਦਾ? ਜਿੰਨੀ ਦੇਰ ਤੱਕ ਇਹਨਾਂ ਕਾਰਨਾਂ ਨੂੰ ਐਡਰੈਸ ਨਹੀਂ ਹੋਵਾਂਗੇ ਨਾ, ਉਨੀ ਦੇਰ ਤੱਕ ਅਸੀਂ ਆਪਣੀ ਕਹਾਣੀਆਂ ਦੇ ਵਿੱਚ ਕੁਝ ਨਵਾਂ ਪਾਣੀ ਲੈ ਕੇ ਆ ਸਕਾਂਗੇ। ਇਹ ਕਾਰਨ ਸਮਝਣ ਦੀ ਲੋੜ ਹੈ। ਸਾਰੀਆਂ ਕਹਾਣੀਆਂ ਦੇ ਪਰਸਪੈਕਟਿਵ ਦੇ ਵਿੱਚ ਹੀ ਹੈ ਕਿ ਤੁਸੀਂ ਇੱਕ ਕਿਰਦਾਰ ਨੂੰ ਜਦੋਂ ਪੁੱਟ ਕਰਦੇ ਹੋ ਨਾ, ਤਾਂ ਉਸ ਕਿਰਦਾਰ ਦੀਆਂ ਜਿਹੜੀਆਂ ਪੈਰਲਲ ਸ਼ੇਡਸ ਹੁੰਦੀਆਂ ਨੇ, ਉਸ ਕਿਰਦਾਰ ਦੇ ਜਿਹੜੇ ਪੈਰਲਲ ਰਿਐਕਸ਼ਨ ਹੁੰਦੇ ਨੇ ਸੋਸਾਇਟੀ ਦੇ ਵਿੱਚ, ਉਹਨਾਂ ਰਿਐਕਸ਼ਨਾਂ ਨੂੰ ਬਹੁਤ ਸਮਝਣਾ ਜ਼ਰੂਰੀ ਹੈ। ਸਾਡੀ ਇੱਕ ਪ੍ਰੋਬਲਮ ਹੈ ਸਾਰੇ ਲਿਟਰੇਚਰ ਦੀ, ਮਿੰਨੀ ਕਹਾਣੀ ਦੀ ਜ਼ਿਆਦਾ ਹੈ ਕਿ ਅਸੀਂ ਇੱਕ ਕਰੈਕਟਰ ਨੂੰ ਐਸਟੈਬਲਿਸ਼ ਕਰਨ ਵਾਸਤੇ ਕਿਸੇ ਹੋਰ ਕਰੈਕਟਰ ਨੂੰ ਰੱਦ ਕਰਦੇ ਹਾਂ। ਜੇ ਅਸੀਂ ਧੀ ਨੂੰ ਐਸਟੈਬਲਿਸ਼ ਕਰਨਾ ਤਾਂ ਅਸੀਂ ਪੁੱਤ ਨੂੰ ਰੱਦ ਕਰਦੇ ਹਾਂ, ਜੇ ਅਸੀਂ ਮਾਂ ਨੂੰ ਐਸਟੈਬਲਿਸ਼ ਕਰਨਾ ਤਾਂ ਅਸੀਂ ਪਿਓ ਨੂੰ ਜਾਂ ਪੁੱਤ ਨੂੰ ਰੱਦ ਕਰਦੇ ਹਾਂ, ਜੇ ਅਸੀਂ ਨੂੰਹ ਨੂੰ ਐਸਟੈਬਲਿਸ਼ ਕਰਨਾ ਤਾਂ ਅਸੀਂ ਧੀ ਨੂੰ ਰੱਦ ਕਰਦੇ ਹਾਂ, ਧੀ ਨੂੰ ਐਸਟੈਬਲਿਸ਼ ਕਰਨਾ ਤਾਂ ਅਸੀਂ ਨੂੰਹ ਨੂੰ ਰੱਦ ਕਰਦੇ ਹਾਂ। ਇਹ ਰੱਦ ਕਿਉਂ ਕਰਦੇ ਹਾਂ? ਕੀ ਤੁਹਾਡੇ ਕੋਲ ਇਹਦਾ ਕੋਈ ਲੌਜਿਕ ਹੈਗਾ? ਉਹੀ ਚੀਜ਼ ਉਹੀ ਧੀ ਦੂਜੀ ਥਾਂ ਤੇ ਜਾ ਕੇ ਕਿਵੇਂ ਬਦਲ ਜਾਂਦੀ ਹੈ, ਫਿਰ ਉਹੀ ਨੂੰਹ ਦੂਜੀ ਥਾਂ ਤੇ ਜਾ ਕੇ ਕਿਉਂ ਬਦਲ ਜਾਂਦੀ ਹੈ? ਇਹ ਸਮਾਜ ਦੀ ਤਹਿ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਨੇ ਨਾ, ਇਹ ਬਹੁਤ ਵੱਡੇ ਸਵਾਲ ਨੇ। ਇਹ ਇਕੱਲੇ ਮਿੰਨੀ ਕਹਾਣੀ ਦੇ ਸਵਾਲ ਨਹੀਂ, ਇਹ ਜਿਹੜੇ ਸੋਸ਼ੀਓਲੋਜੀ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਵਾਸਤੇ ਵੀ ਉਹਨਾਂ ਵਾਸਤੇ ਵੀ, ਜਿਹੜੇ ਮਾਨਵ ਵਿਗਿਆਨੀ ਨੇ ਉਹਨਾਂ ਵਾਸਤੇ ਵੀ ਸਵਾਲ ਹੈ, ਜਿਹੜੇ ਮਨੋਵਿਗਿਆਨੀ ਨੇ ਉਹਨਾਂ ਵਾਸਤੇ ਵੀ ਸਵਾਲ ਹੈ। ਸੋ ਇਹਨਾਂ ਸਾਰੀਆਂ ਕਹਾਣੀਆਂ ਦੀਆਂ ਪਰਤਾਂ ਦੇ ਵਿੱਚ ਇਹੋ ਜਿਹੇ ਲੌਜਿਕ, ਐਂਟੀ ਲੌਜਿਕ ਪਏ ਨੇ, ਜਿਨ੍ਹਾਂ ਨੂੰ ਸਮਝੇ ਬਿਨਾਂ ਅਸੀਂ ਮਿੰਨੀ ਕਹਾਣੀ ਨੂੰ ਅੱਗੇ ਨਹੀਂ ਤੋਰ ਸਕਾਂਗੇ। ਨਹੀਂ ਤਾਂ ਫਿਰ ਅਸੀਂ ਇਹਨਾਂ ਸਾਰੇ ਰਵਾਇਤੀ ਵਿਸ਼ਿਆਂ ਨੂੰ ਰਵਾਇਤੀ ਸ਼ੈਲੀ 'ਚ ਪੇਸ਼ ਕਰਕੇ ਰਵਾਇਤੀ ਪਾਠਕ ਤੱਕ ਜਾ ਸਕਾਂਗੇ। ਜੇ ਅਸੀਂ ਜਿੰਨੀ ਦੇਰ ਤੱਕ ਨਵਾਂ ਪਾਣੀ ਲੈ ਕੇ ਆਵਾਂਗੇ, ਉਨੀ ਦੇਰ ਤੱਕ ਜਿਹੜਾ ਅੱਜ ਦੇ ਦੌਰ ਦਾ ਸੁਚੇਤ ਪਾਠਕ ਹੈ, ਜਿਹੜਾ ਤੁਹਾਡੇ ਤੋਂ ਕੁਝ ਹੋਰ ਚਾਹੁੰਦਾ ਹੈ, ਜਿਹੜਾ ਇਸ ਤੋਂ ਕੁਝ ਪਾਰ ਜਾਣਾ ਚਾਹੁੰਦਾ ਹੈ, ਤੁਸੀਂ ਅੱਜ ਦੀ ਜਿਹੜੀ ਜਨਰੇਸ਼ਨ ਹੈ, ਅੱਜ ਦੇ ਲੋਕ ਨੇ, ਉਹ ਮਤਲਬ ਇਸ ਤੋਂ ਹੋਰ ਅੱਗੇ ਜਾਣਾ ਚਾਹੁੰਦੇ ਨੇ ਕਿ ਇਹ ਤਾਂ ਬਹੁਤ ਕੁਝ ਹੋ ਰਿਹਾ ਹੈ, ਦੱਸੋ ਕਿ ਇਹ ਸਾਰਾ ਕਿਉਂ ਵਾਪਰ ਰਿਹਾ ਸਾਰਾ ਕੁਝ। ਉਹ ਔਰਤ ਪੁੱਠੀ ਚਪੇੜ ਵਾਲੀ ਇੱਕ ਔਰਤ ਆਪਣੇ ਪਤੀ ਨੂੰ ਕਿਉਂ ਨਹੀਂ ਰੱਦ ਕਰਦੀ ਹੈਗੀ? ਕੋਟੀ ਸਿੱਖਾਂ ਦੇ ਵਿੱਚ ਸਾਂਝ ਬੜਾ ਵਿਵੇਕ ਹੈ, ਜਿਹੜਾ ਉਹ ਆਪਣੇ ਉਸ ਬੱਚੇ ਨੂੰ ਹੋਰ ਕੈਟਾਗਰੀ ਦੇ ਬੱਚੇ ਨਾਲ ਖੇਡਣ ਤੋਂ ਕਿਉਂ ਬਚਦਾ, ਸਿਰਫ ਆਪਣੀ ਕੈਟਾਗਰੀ ਤੱਕ ਕਿਉਂ ਰੱਖਦਾ ਹੈ? ਜਾਂ ਬਾਕੀ ਕਹਾਣੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਮੋਹ ਕਹਾਣੀ ਦੇ ਵਿੱਚ ਉਹਦੇ ਪੁੱਤ ਦਾ ਲੌਜਿਕ ਕਿੱਧਰ ਗਿਆ? ਖੇਮ ਕਰਨੀ ਸਾਹਿਬ ਦੀ ਕਹਾਣੀ ਦੇ ਵਿੱਚ ਜਿਹੜਾ ਹੈਗਾ ਕਥਾ ਦੇ ਉੱਤੇ ਮਾਸਕਾ ਤੋਂ ਨਹੀਂ ਆ ਸਕਿਆ ਹੈਗਾ। ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਸਵਾਲਾਂ ਨੂੰ ਐਡਰੈਸ ਹੋਣਾ ਚਾਹੀਦਾ ਹੈ। ਤੇ ਮੈਂ ਮੇਰੇ ਖਿਆਲ 'ਚ ਟਾਈਮ ਤੁਹਾਡਾ ਵੱਧ ਲੈ ਲਿਆ, ਸੌਰੀ ਇਸ ਗੱਲ ਲਈ, ਮਾਫ ਕਰਨਾ। ਮੈਂ ਆਪਣੀ ਗੱਲ ਨੂੰ ਇੱਥੇ ਖਤਮ ਕਰ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ, ਆਪਣੇ ਅੰਦਾਜ਼ ਦਾ, ਇਹਨਾਂ ਦਾ ਹਿਸਾਬ ਨਾਲ ਇਹਨਾਂ ਨੇ ਆਲੋਚਨਾ ਕੀਤੀ ਹੈ, ਬਹੁਤ ਵਧੀਆ ਗੱਲਾਂ ਕੀਤੀਆਂ ਮਿੰਨੀ ਕਹਾਣੀ ਨੂੰ ਲੈ ਕੇ। ਖਾਸ ਤੌਰ ਤੇ ਡਾਕਟਰ ਦੀਪ ਨੂੰ ਮਿੰਨੀ ਕਹਾਣੀ ਬਾਰੇ ਸੁਣਨਾ ਸਾਨੂੰ ਇਸ ਕਰਕੇ ਵਧੀਆ ਲੱਗਦਾ ਹੈ ਕਿ ਜਦੋਂ ਇਹ ਬਿਨਾਂ ਕਿਸੇ ਲਾਗ ਲਪੇਟ ਦੇ ਗੱਲ ਕਰਦੇ ਨੇ, ਉਹਨੂੰ ਅਜੋਕੇ ਸੰਦਰਭ ਦੇ ਵਿੱਚ ਬਾਚ ਕੇ ਉਹਦੀ ਤਕਨੀਕ ਦੀ ਗੱਲ ਕਰਦੇ ਨੇ, ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ। ਆਸ ਹੈ ਵੀ ਇਹਨਾਂ ਦੀਆਂ ਗੱਲਾਂ ਤੋਂ ਅਸੀਂ ਕਾਫੀ ਕੁਝ ਸਿੱਖਾਂਗੇ। ਡਾਕਟਰ ਭੀਮਿੰਦਰ ਹੋਰਾਂ ਨੇ, ਡਾਕਟਰ ਕੁਲਦੀਪ ਹੋਰਾਂ ਨੇ ਅੱਜ ਇਹਨਾਂ ਰਚਨਾਵਾਂ ਦੇ ਉੱਪਰ ਗੱਲ ਕਰਨ ਦੇ ਨਾਲ ਨਾਲ ਜੋ ਕਿ ਪੰਜਾਬੀ ਮਿੰਨੀ ਕਹਾਣੀ ਹੈ ਜਾਂ ਸਮੁੱਚਾ ਜਿਹੜਾ ਸਾਡਾ ਸਾਹਿਤ ਹੈ, ਉਹਨੂੰ ਲੈ ਕੇ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
ਹੁਣ ਕੁਝ ਕੁ ਸਾਥੀ ਜੋ ਆਪਣੀ ਕੋਈ ਗੱਲਬਾਤ ਰੱਖਣਾ ਚਾਹੁੰਦੇ ਨੇ, ਸਾਡੇ ਕੋਲ ਡਾਕਟਰ ਹਰਪ੍ਰੀਤ ਸਿੰਘ ਰਾਣਾ ਨੇ ਹੱਥ ਖੜਾ ਕੀਤਾ ਹੈਗਾ, ਉਹਨਾਂ ਨੇ ਆਪਣੀ ਗੱਲਬਾਤ ਰੱਖਣੀ ਹੈ। ਉਸ ਤੋਂ ਬਾਅਦ ਡਾਕਟਰ ਨੈਬ ਸਿੰਘ ਮੰਡੇਰ, ਤੇ ਫਿਰ ਦੇਖਦੇ ਹੈਗੇ ਹੋਰ ਕੋਈ ਸਾਥੀ ਜੀ ਕਿਸੇ ਨੇ ਗੱਲ ਰੱਖਣੀ ਹੋਈ। ਡਾਕਟਰ ਹਰਪ੍ਰੀਤ ਸਿੰਘ ਰਾਣਾ ਜੀ। ਹਾਂਜੀ, ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਡਾਕਟਰ ਕੁਲਦੀਪ ਸਿੰਘ ਦੀਪ ਜੀ ਤੇ ਭੀਮਿੰਦਰ ਜੀ ਨੇ ਪੰਜਾਬੀ ਮਿੰਨੀ ਕਹਾਣੀ ਦੇ ਨਵੇਂ ਅੰਕ ਤੋਂ ਆਲੋਚਨਾ ਦੀ ਗੱਲ ਕੀਤੀ ਹੈ। ਖਾਸ ਕਰਕੇ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੇ, ਉਹਨਾਂ ਨੇ ਡਾਕਟਰ ਦੀਪ ਜੀ ਨੇ, ਕਿਉਂਕਿ ਉਸ ਮਿੰਨੀ ਕਹਾਣੀ ਤੋਂ ਇਲਾਵਾ ਦੂਜੇ ਵਿਧਾ ਦੇ ਨਾਲ ਵੀ ਕਾਫੀ ਉਹਨਾਂ ਦਾ ਜਿਹੜਾ ਦੀਰਘ ਅਧਿਐਨ ਕਰ ਰਹੇ ਨੇ, ਤੇ ਨਵੀਆਂ ਪੰਜਾਬੀ ਨਵੀਂ ਕਹਾਣੀ ਜਿਹੜੀ ਵਿਸ਼ਵ ਦੀ ਕਹਾਣੀ ਹੈ, ਜਾਂ ਜੋ ਵੀ ਸ਼ੋਰਟ ਸਟੋਰੀ ਹੈ, ਭਾਵੇਂ ਪ੍ਰੋਜ਼ ਹੈ ਤੇ ਭਾਵੇਂ ਪੋਇਮ ਹੈ, ਉਸ ਵਿੱਚ ਨਵੇਂ ਲੌਜਿਕ, ਨਵੇਂ ਕੰਸੈਪਟ, ਨਵੀਂ ਆਲੋਚਨਾ ਦੇ ਨਵੇਂ ਐਂਗਲ ਆ ਰਹੇ ਨੇ। ਉਹਨਾਂ ਨੇ ਉਸ ਨੂੰ ਸੰਦਰਭ ਨੂੰ ਬਣਾ ਕੇ ਹੀ ਜਿਹੜੀ ਅੱਜ ਦੀਆਂ 6 ਮਿੰਨੀ ਕਹਾਣੀਆਂ ਪੜ੍ਹੀਆਂ ਨੇ, ਉਹਨਾਂ ਦੇ ਬਾਰੇ ਆਪਣੀ ਇੱਕ ਗੱਲ ਕੀਤੀ ਹੈ। ਹੁਣ ਜਿਵੇਂ ਪਰ ਜੁਗਨੂ ਨੇ ਅੰਗ ਸੰਗ ਦੇ ਵਿੱਚ ਇੱਕ ਰਵਾਇਤ ਰਹੀ ਹੈ ਕਿ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਵੀਆਂ ਮਿੰਨੀ ਕਹਾਣੀਆਂ ਪੜ੍ਹੀਏ ਤੇ ਉਸ ਤੋਂ ਨਵੀਂ ਸੇਧ ਮਿਲ ਕੇ ਉਹ ਕਹਾਣੀਆਂ ਨੂੰ ਉਸ ਹਿਸਾਬ ਦੇ ਨਾਲ ਹੀ, ਜੇ ਲੇਖਕ ਚਾਹਵੇ ਤਾਂ ਸੋਚ ਕੇ ਉਹ ਕਹਾਣੀ ਨੂੰ ਅੱਗੇ ਵਧੀਆ ਬਣਾ ਸਕਦਾ ਹੈ। ਪਰ ਅੱਜ ਜਿਹੜੀਆਂ ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਨੇ, ਉਹ ਸਾਰੀਆਂ ਹੀ ਲੇਖਕਾਂ ਦੀਆਂ ਆਪਣੀਆਂ ਕਿਤਾਬਾਂ ਦੀ ਛਪੀਆਂ ਪਈਆਂ ਮਿੰਨੀ ਕਹਾਣੀਆਂ। ਹੁਣ ਵਰਦੀ ਮਿੰਨੀ ਕਹਾਣੀ ਹੈ ਹਰਭਜਨ ਖੇਮਕਰਨੀ ਜੀ ਦੀ, ਉਹ ਬੜੀ ਚਰਚਿਤ ਮਿੰਨੀ ਕਹਾਣੀ ਹੈ ਜੋ ਅੱਜ ਤੋਂ 30-35 ਸਾਲ ਪਹਿਲਾਂ ਲਿਖੀ ਗਈ ਹੈ। ਪੰਜਾਬੀ ਦੀ ਇਹ ਮਾਸਟਰ ਤੇ ਮਾਡਲ ਮਿੰਨੀ ਕਹਾਣੀ ਆਉਂਦੀ ਹੈ। ਹੁਣ ਇਸ ਮਿੰਨੀ ਕਹਾਣੀ ਦੇ ਸੰਦਰਭ ਦੇ ਵਿੱਚ ਇਸ ਬਾਰੇ ਹੁਣ ਕੋਈ ਟਿੱਪਣੀ ਜਾਂ ਨੈਗੇਟਿਵ ਟਿੱਪਣੀ ਹੋ ਜਾਣੀ ਹੈ, ਨਵੀਂ ਗੱਲ ਕੱਢਣੀ ਹੁਣ ਮੇਰੇ ਹਿਸਾਬ ਨਾਲ ਉਚਿਤ ਨਹੀਂ ਜਾਪਦੀ, ਕਿਉਂਕਿ ਇਵੇਂ ਤਾਂ ਇਵੇਂ ਹੈ ਜਿਵੇਂ ਹੁਣ ਆਪਾਂ ਨਾਨਕ ਜਾਂ ਕੁਲਵੰਤ ਸਿੰਘ ਦੀਆਂ ਕਹਾਣੀਆਂ ਨੂੰ ਅੱਜ ਦੇ ਸੰਦਰਭ ਦੀ ਕਹਾਣੀ ਦੇ, ਅੱਜ ਜੋ ਆਲੋਚਨਾ ਦੀ ਪ੍ਰਣਾਲੀ ਦੇ ਹਿਸਾਬ ਨਾਲ ਬਾਤ ਕੇ ਉਹਦੀ ਆਲੋਚਨਾ ਕਰੀਏ। ਇਹ ਕਹਾਣੀ ਆਪਣੇ ਆਪ ਵਿੱਚ ਇੱਕ ਪੂਰਨ ਕਹਾਣੀ ਹੈ ਵਰਦੀ, ਤੇ ਪੰਜਾਬੀ ਚਰਚਿਤ ਮਿੰਨੀ ਕਹਾਣੀ ਹੈ। ਇੱਕ ਗੱਲ ਹੋਰ ਵੀ ਨੋਟਿਸ ਮੇਰੇ ਪੰਜਾਬੀ ਮਿੰਨੀ ਕਹਾਣੀ ਦਾ ਜਦੋਂ ਮੈਂ PhD ਦੇ ਦੌਰਾਨ ਅਧਿਐਨ ਕਰ ਰਿਹਾ ਸੀ, ਕਿ ਕੁਝ ਆਲੋਚਕਾਂ ਦਾ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਈ ਵਾਰ ਉਹ ਇੱਕ ਕਹਾਣੀ ਦੀ ਤਾਰੀਫ ਕਰ ਦਿੰਦੇ ਨੇ ਤੇ 5 ਸਾਲ ਬਾਅਦ ਆਪਣੀ ਆਲੋਚਨਾ ਦੇ ਵਿੱਚ ਲੇਖ 'ਚ ਫਿਰ ਉਸ ਕਹਾਣੀ ਦੀ ਉਹ ਮਤਲਬ ਕਿ ਆਲੋਚਨਾ ਕਰਦੇ ਨੇ, ਫਿਰ 5 ਸਾਲ ਬਾਅਦ ਫਿਰ ਕਹਾਣੀ ਪੜ੍ਹਦੇ ਨੇ, ਫਿਰ ਉਹਦੀ ਤਾਰੀਫ ਕਰਦੇ ਨੇ। ਕਿ ਆਲੋਚਕ ਵੀ ਆਪਣੇ ਮੈਂ ਨੋਟਸ 'ਚ ਆਇਆ ਕਿ ਬੈਲੈਂਸ ਨਹੀਂ ਹੈ, ਜਾਂ ਜਿਉਂ ਆਲੋਚਨਾ ਦੀ ਪ੍ਰਣਾਲੀਆਂ ਨਵੀਆਂ ਆਉਂਦੀਆਂ ਨੇ, ਇਹਨਾਂ ਦੇ ਆਲੋਚਕ ਆਪਣਾ ਦ੍ਰਿਸ਼ਟੀਕੋਣ ਬਣਾ ਲੈਂਦਾ। ਪਰ ਜਿਹੜੀਆਂ ਕਹਾਣੀਆਂ ਪੰਜਾਬੀ ਦੀਆਂ ਚਰਚਿਤ, ਉਹ ਇਕੱਲਾ ਮਿੰਨੀ ਕਹਾਣੀ ਉੱਤੇ ਲਾਗੂ ਨਹੀਂ ਹੁੰਦਾ, ਕਹਾਣੀ ਜਾਂ ਕਵਿਤਾ ਉੱਤੇ ਹੀ ਹੁੰਦਾ। ਉਹਨਾਂ ਨੂੰ ਹੁਣ ਫਿਰ ਨਵੇਂ ਲੌਜਿਕ ਦੇ ਤਹਿਤ ਆਲੋਚਨਾ ਕਰਨ ਤੋਂ ਮੇਰੇ ਹਿਸਾਬ ਨਾਲ ਆਲੋਚਕਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਬਾਕੀ ਦੂਜੀਆਂ ਕਹਾਣੀਆਂ ਨੇ ਜਿਹੜੀਆਂ, ਇਹਨਾਂ ਵਿੱਚੋਂ ਵਧੀਆ ਕਹਾਣੀਆਂ ਲੱਗੀਆਂ ਨੇ, ਤੇ ਜੋ ਡਾਕਟਰ ਕੁਲਦੀਪ ਜੀ ਨੇ ਗੱਲਾਂ ਕੀਤੀਆਂ ਨੇ, ਉਹ ਗੱਲਾਂ ਵਧੀਆ ਨੇ ਬਿਲਕੁਲ ਇਹਨਾਂ ਕਹਾਣੀਆਂ ਬਾਰੇ। ਜਿਵੇਂ ਹੁਣ ਸਾਧੂ ਰਾਮ ਲਗਿਆਣਿਆਂ ਦੀ ਕਹਾਣੀ ਆ ਪੁੱਠੀ ਚਪੇੜ, ਉਹ ਕਹਾਣੀ ਦੇ ਵਿੱਚ ਕੁਝ ਨਾ ਪੜ੍ਹਨ ਤੋਂ ਪਹਿਲਾਂ ਹੀ ਪਹਿਲੇ ਹੀ 2 ਬਰਤਾਂਤਾਂ ਤੋਂ ਪਤਾ ਲੱਗ ਗਿਆ ਸੀ ਕਿ ਲੇਖਕ ਕੀ ਕਹਿਣਾ ਚਾਹੁੰਦਾ ਕਹਾਣੀ ਨੇ। ਇਹ ਕਮਜ਼ੋਰੀ ਆ ਕਹਾਣੀ ਦੀ, ਜੇ ਲੇਖਕ ਪਹਿਲੇ ਹੀ ਪਾਠਕ ਨੂੰ ਉਸ ਕਹਾਣੀ ਦਾ ਜਿਹੜਾ ਅੰਤ ਤੋਂ ਪਹਿਲਾਂ ਹੀ ਪਤਾ ਲੱਗ ਜਾਏ ਕਿ ਲੇਖਕ ਨੇ ਕੀ ਕਹਿਣਾ ਲਾਸਟ। ਇਵੇਂ ਹੀ ਵਿਵੇਕ ਦੀ ਕਹਾਣੀ, ਮਿੰਨੀ ਕਹਾਣੀ ਜਿਹੜੀ ਸਾਂਝ ਹੈ, ਉਹ ਮੈਨੂੰ ਇਹ ਉਸ ਵਿੱਚ ਉਹ ਕਹਾਣੀ ਚਲੋ ਉਹ ਸੁਣ ਨਹੀਂ ਸਕੇ, ਵਿੱਚ ਡਿਸਟਰਬੈਂਸ ਵੀ ਰਹਿੰਦੀ ਹੈ, ਪੂਰੀ ਤਰ੍ਹਾਂ ਕਲੀਅਰ ਤੌਰ ਤੇ ਸੁਣੀ ਨਹੀਂ ਜਾ ਸਕੀ। ਪਰ ਜਿਵੇਂ ਉਹ ਕਹਿੰਦਾ ਕਿ ਉਹ ਵੀ ਜਿਹੜਾ ਮਜ਼੍ਹਬੀ ਸਿੱਖਾਂ ਦੇ ਨਾਲ ਉਹ ਕਰਦਾ, ਵਿਤਕਰਾ ਮਾਮ ਨਹੀਂ ਜਾਣ ਦਿੰਦੀ ਮੁੰਡੇ ਨੂੰ, ਪਰ ਉਹ ਆਪ ਵੀ ਦਿਹਾੜੀ ਦੱਪਾ ਕਰਨ ਵਾਲੇ ਪਾਤਰ ਨੇ। ਤੇ ਮੇਰੇ ਹਿਸਾਬ ਦੇ ਨਾਲ ਇਹ ਕੋਈ ਇਹ ਵਿੱਚ ਵੀ ਕੋਈ ਮਤਲਬ ਕਿ ਆਪਣਾ ਇੱਕ ਮਤਲਬ ਕਿ ਦਿਹਾੜੀ ਦੱਪਾ ਕਰਨ ਵਾਲਾ ਵਿੱਚ ਤੇ ਦੂਜੇ ਮਜ਼ਦੂਰ ਗਰੀਬ ਨਾਲ ਆਪਣਾ ਮਤਲਬ ਕਿ ਆ ਜਾਂਦਾ ਜੀ ਹੋਣਾ ਚਾਹੀਦਾ ਦੀ ਸਹਿਤ ਸੁਭਾਵਿਕਤਾ ਮੈਨੂੰ ਇੱਥੋਂ ਕਹਾਣੀ ਦੀ ਸਹਿਤ ਸੁਭਾਵਿਕਤਾ ਜਿਹੜੀ ਖਤਮ ਜੀ ਹੋ ਜਾਂਦੀ ਹੈ। ਬਾਕੀ ਕੁੱਲ ਮਿਲਾ ਕੇ ਜਿਹੜੀਆਂ ਅੱਜ ਦੀਆਂ ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਨੇ ਉਹ ਬਹੁਤ ਵਧੀਆ ਨੇ, ਤੇ ਜਿਹੜੀਆਂ ਪੁਸਤਕਾਂ ਜੋ ਰਿਲੀਜ਼ ਹੋਈਆਂ ਨੇ ਖੇਮਕਰਨੀ ਜੀ ਦੀ ਤੇ ਡਾਕਟਰ ਦੀਪਤੀ ਜੀ ਨੂੰ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ। ਹਾਂਜੀ, ਸ਼ੁਕਰੀਆ ਰਾਣਾ ਜੀ। ਇਸ ਤੋਂ ਬਾਅਦ ਡਾਕਟਰ ਨੈਬ ਸਿੰਘ ਮੰਡੇਰ ਜੀ। ਇਸ ਤੋਂ ਬਿਨਾਂ ਜਿੰਨੇ ਵੀ ਸਾਡੇ ਲੇਖਕ ਜੁੜੇ ਨੇ, ਕੁਝ ਸਾਡੇ ਨਾਲ ਵਿਦਿਆਰਥੀ ਵੀ ਨੇ ਜੋ ਖੋਜ ਦਾ ਕੰਮ ਕਰ ਰਹੇ ਨੇ, ਜੇਕਰ ਉਹਨਾਂ ਨੇ ਮਤਲਬ ਕੋਈ ਸਵਾਲ ਪੁੱਛਣਾ ਹੈ ਸਾਡੇ ਇਹਨਾਂ ਆਲੋਚਕਾਂ ਤੋਂ, ਸਾਡੇ ਕੋਲ 10 ਮਿੰਟ ਦਾ ਕੁੱਲ ਟਾਈਮ ਹੈ, ਇਸ ਤੋਂ ਬਾਅਦ ਇਹਨੇ ਬੰਦ ਹੋ ਜਾਣਾ ਹੈ ਤੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਵਧ ਰਹੇ ਹਾਂ। ਸੰਖੇਪ ਦੇ ਵਿੱਚ ਬੇਨਤੀ ਹੈ ਵੀ ਸੰਖੇਪ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ। ਡਾਕਟਰ ਨੈਬ ਸਿੰਘ ਮੰਡੇਰ ਜੀ।
ਬਹੁਤ ਬਹੁਤ ਧੰਨਵਾਦ ਕੁਲਰੀਆ ਸਾਹਿਬ। ਪੰਜਾਬੀ ਮਿੰਨੀ ਕਹਾਣੀ ਦੇ ਉੱਤੇ ਅੱਜ ਦੀ ਚਰਚਾ ਬਹੁਤ ਸਾਰਥਕ ਲੱਗੀ। ਦੋ ਵਿਦਵਾਨ ਸੱਜਣਾ ਡਾਕਟਰ ਭੀਮਿੰਦਰ ਸਿੰਘ ਔਰ ਡਾਕਟਰ ਕੁਲਦੀਪ ਸਿੰਘ ਦੀਪ ਹੋਰਾਂ ਨੇ ਪੰਜਾਬੀ ਮਿੰਨੀ ਕਹਾਣੀ ਦੇ ਸੰਦਰਭ ਦੇ ਵਿੱਚ ਤੇ 6 ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਦੇ ਸੰਦਰਭ ਦੇ ਵਿੱਚ ਬਹੁਤ ਹੀ ਮੁੱਲਵਾਨ ਟਿੱਪਣੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ 6 ਦੀਆਂ 6 ਮਿੰਨੀ ਕਹਾਣੀਆਂ ਵਿਸ਼ੇ ਪੱਖ ਤੋਂ, ਤਕਨੀਕ ਦੇ ਪੱਖ ਤੋਂ ਔਰ ਮਨੋਵਿਗਿਆਨਕ ਜਿਹੜੀਆਂ ਪਰਤਾਂ ਨੇ ਉਹਨਾਂ ਨੂੰ ਪੇਸ਼ ਕਰਨ ਦੇ ਪੱਖ ਤੋਂ ਸਫਲ ਵੀ ਨੇ, ਤੇ ਕੁਝ ਵਿੱਚ ਟਿੱਪਣੀਆਂ ਦੇ ਤੌਰ ਤੇ ਜੋ ਨੁਕਤੇ ਪੇਸ਼ ਕੀਤੇ ਨੇ ਡਾਕਟਰ ਕੁਲਦੀਪ ਸਿੰਘ ਦੀਪ ਹੋਰਾਂ ਨੇ ਉਹ ਵੀ ਵਾਜਬ ਨੇ। ਜਿੱਥੋਂ ਤੱਕ ਪੰਜਾਬੀ ਮਿੰਨੀ ਕਹਾਣੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਜੇ ਅਸੀਂ ਸਾਰੇ ਨੁਕਤਿਆਂ ਨੂੰ ਹੀ ਸ਼ਾਮਲ ਕਰਾਂਗੇ ਵੀ ਉਹ ਸਮਾਜਿਕ ਤੌਰ ਤੇ ਕਿਸ ਤਰ੍ਹਾਂ ਹੈ, ਪਾਤਰ ਤਿਰਸਕਾਰਿਆ ਹੋਇਆ ਕਿਸ ਤਰ੍ਹਾਂ ਹੈ, ਤੇ ਉਹ ਪਾਤਰ ਦੀਆਂ ਜੇ ਸਾਰੀਆਂ ਹੀ ਪਰਤਾਂ ਖੋਲਾਂਗੇ ਆਪਾਂ, ਕੀ ਉਸ ਦੇ ਵਿੱਚ ਵਿਸਥਾਰ ਪੈਦਾ ਨਹੀਂ ਹੋ ਜਾਏਗਾ? ਕੀ ਉਹ ਮਿੰਨੀ ਕਹਾਣੀ ਤੋਂ ਕਹਾਣੀ ਵੱਲ ਨਹੀਂ ਚਲੀ ਜਾਵੇਗੀ? ਹਾਂ, ਇੱਕ ਗੱਲ ਬਹੁਤ ਵੱਡੀ ਜਿਹੜੀ ਇਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਕਿ ਮਿੰਨੀ ਕਹਾਣੀ ਦੀ ਤੰਦ, ਉਹਦੀ ਬੁਣਤੀ ਤੇ ਉਸ ਦਾ ਭਰਮਾ ਹੋਣਾ ਤੇ ਉਹਦਾ ਸੰਘਣਾ ਹੋਣਾ, ਇਹ ਬਹੁਤ ਵੱਡਾ ਨੁਕਤਾ ਹੈ। ਜੇ ਉਸ ਨੂੰ ਸੰਘਣਾ ਰੱਖਣਾ ਹੈ, ਉਸ ਨੂੰ ਭਰਮਾ ਰੱਖਣਾ ਹੈ ਕਿ ਕਈ ਪਾਤਰਾਂ ਨੂੰ ਜਾਂ ਉਹਦੀ ਭੂਮਿਕਾ ਦੇ ਤੌਰ ਤੇ ਜਾਂ ਉਹਦਾ ਵਿਹਾਰਕ ਪੱਖ ਪੇਸ਼ ਕਰਨ ਤੇ ਉਹ ਮਿੰਨੀ ਕਹਾਣੀ ਤੋਂ ਕਹਾਣੀ ਵੱਲ ਨਾ ਚਲੀ ਜਾਵੇ, ਇਸ ਦੇ ਉੱਤੇ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਹਾਂ, ਇਹ ਗੱਲ ਵਾਜਬ ਹੈ। ਜੇ ਲੌਜਿਕ ਤੇ ਐਂਟੀ ਲੌਜਿਕ ਦੀ ਜਿਹੜੀ ਗੱਲ ਦੀਪ ਸਾਹਿਬ ਹੋਰਾਂ ਨੇ ਕੀਤੀ ਹੈ ਉਹ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਿਸੇ ਰਚਨਾ ਨੂੰ ਮਜ਼ਬੂਤੀ ਨਾਲ ਪੇਸ਼ ਕਰਨਾ ਹੈ ਜਾਂ ਵਿਧਾ ਦੇ ਵਿੱਚ ਇੱਕ ਪ੍ਰਮਾਣਿਕਤਾ ਵਾਲੀ ਗੱਲ ਪੇਸ਼ ਕਰਨੀ ਹੈ ਤਾਂ ਸਾਨੂੰ ਇਹ ਲੌਜਿਕ ਤੇ ਐਂਟੀ ਲੌਜਿਕ ਵਾਲੀ ਗੱਲ ਨੂੰ ਸਮਝਣਾ ਪਵੇਗਾ, ਨਵੇਂ ਨੁਕਤੇ ਪੇਸ਼ ਕਰਨੇ ਪੈਣਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਦੀਪਤੀ ਜੀ ਹੋਰਾਂ ਦੀ ਔਰ ਸਰਦਾਰ ਹਰਭਜਨ ਸਿੰਘ ਖੇਮਕਰਨੀ ਹੋਰਾਂ ਦੀਆਂ ਜਿਹੜੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਤੇ ਸਾਰੇ ਲੇਖਕਾਂ ਨੂੰ, ਪੰਜਾਬੀ ਮਿੰਨੀ ਕਹਾਣੀਕਾਰ ਜਿਹੜੇ 6 ਜਿਨ੍ਹਾਂ ਨੇ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਨੇ, ਸਫਲ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਬਾਦ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਡਾਕਟਰ ਮੰਡੇਰ ਨੇ ਵੀ ਸੰਭਾਲ ਜੋ ਭਾਰਿਆ ਹੈ ਵੀ ਜੇ ਸਾਰੀਆਂ ਗੱਲਾਂ ਆਪਾਂ ਕਵਰ ਕਰਾਂਗੇ ਕਿ ਮਿੰਨੀ ਕਹਾਣੀ ਵੱਲ ਤਾਂ ਨਹੀਂ ਚਲੀ ਜਾਏਗੀ, ਇੱਕ ਮਹੱਤਵ ਰੱਖਦਾ ਹੈ, ਵੱਡਾ ਇਸ਼ੂ ਹੈ। ਤੇ ਹੁਣ ਡਾਕਟਰ ਦੀਪਤੀ ਜੀ ਨੇ ਮਤਲਬ ਕੋਈ ਗੱਲਬਾਤ ਕਰਨੀ ਹੈ। ਡਾਕਟਰ ਦੀਪਤੀ ਜੀ, ਇਸ ਤੋਂ ਬਾਅਦ ਜੇਕਰ ਕੋਈ ਹੋਰ ਸਾਥੀ ਹੋਵੇ, ਸਾਡੇ ਕੋਲ 5 ਮਿੰਟ ਹੈ, ਉਹ ਆਪਾਂ ਗੱਲ ਕਰ ਸਕਦੇ ਹੈਗੇ ਆ। ਡਾਕਟਰ ਦੀਪਤੀ ਜੀ। ਸਾਥੀਓ, ਆਪਾਂ ਦੋ ਆਲੋਚਕਾਂ ਦੀ ਗੱਲ ਕੀਤੀ ਹੈ ਤੇ ਮੈਂ ਸ਼ੁਰੂ 'ਚ ਕਿਹਾ ਸੀਗਾ ਵੀ ਅਸੀਂ ਜਦੋਂ ਆਲੋਚਕ ਹੈ ਆਪ ਨਹੀਂ ਲਿਖਦਾ, ਉਹਦੀ ਜੇ ਅਸੀਂ ਗੱਲ ਸੁਣਦੇ ਆ ਤਾਂ ਉਸ ਦੀ ਵੱਖਰੀ ਤਰ੍ਹਾਂ ਦਾ ਵਜਨ ਹੁੰਦਾ ਹੈਗਾ। ਮੈਂ ਮਹਿਸੂਸ ਕੀਤਾ ਹੈ ਕਿ ਖਾਸ ਤੌਰ ਤੇ ਮੈਂ ਡਾਕਟਰ ਕੁਲਦੀਪ ਦੀਪ ਦੀ ਗੱਲ ਕਰਾਂ ਤਾਂ ਮੈਂ ਸਮਝਦਾ ਕਿ ਵਧੀਆ ਤਰੀਕੇ ਨਾਲ ਮਿੰਨੀ ਕਹਾਣੀ ਨੂੰ ਸਮਝਣ ਅਤੇ ਉਸ ਨੂੰ ਪੇਸ਼ ਕਰਨ ਦੇ ਵਾਸਤੇ ਨਵੇਂ ਮਤਲਬ ਕਿ ਜਿਹੜੇ ਨੁਕਤਿਆਂ ਤੋਂ ਉਹਨਾਂ ਨੇ ਗੱਲ ਪੜ੍ਹਨੀ ਸ਼ੁਰੂ ਕੀਤੀ ਹੈ ਜਾਂ ਸ਼ੁਰੂ ਤੋਂ ਪੜ੍ਹੀ ਹੈ। ਮੈਂ ਸ਼ੁਰੂ ਤੋਂ ਮਤਲਬ ਕਿ ਉਹਨਾਂ ਦੀ ਮਿੰਨੀ ਕਹਾਣੀ ਪ੍ਰਤੀ ਆਲੋਚਨਾ ਦਾ ਕਾਇਲ ਰਿਹਾ ਹਾਂ। ਮੈਂ ਸਮਝਦਾ ਕਿ ਡਾਕਟਰ ਅਨੂਪ ਸਿੰਘ ਨੇ ਇਹਨਾਂ ਨੂੰ ਸ਼ੁਰੂਆਤ ਕੀਤੀ ਸੀਗੀ ਜਦੋਂ ਉਹਨਾਂ ਨੇ ਕੁਝ ਗੱਲਾਂ ਪੜ੍ਹੀਆਂ ਸੀ, ਪਰ ਇਹਨਾਂ ਨੇ ਉਹਨੂੰ ਬਹੁਤ ਗਹਿਰਾਈ ਨਾਲ ਪੜ੍ਹਿਆ ਹੈਗਾ। ਜਿਹੜੀ ਗੱਲ ਹੈਗੀ ਹੈ ਵੀ ਆਪਣੇ ਡਾਕਟਰ ਰਾਣਾ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਵੀ ਇਹ ਜਿਹੜੀ ਕਹਾਣੀ ਵਰਤੀ ਹੈਗੀ ਹੈ ਉਹ ਬੜੀ ਕਲਾਸੀਕਲ ਹੈਗੀ ਹੈ ਤੇ ਇਸੇ ਗੱਲ ਨਹੀਂ ਹੋ ਸਕਦੀ। ਮੈਂ ਦੇਖੋ ਖੁਦ ਗੱਲ ਕਰਦਾ ਕਿ ਮੈਂ ਆਪਣੀ ਪੜ੍ਹੀ ਹੋਈ ਮਿੰਨੀ ਕਹਾਣੀ ਅੱਜ 20 ਸਾਲ ਬਾਅਦ ਇਹ ਪੜ੍ਹਦਾ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਅੱਜ ਸੁਧਾਰ ਕਰਨਾ ਚਾਹੀਦਾ, ਇਹਦੇ ਵਿੱਚ ਇੱਕ ਪਰਤ ਇਹ ਵੀ ਆਉਣੀ ਚਾਹੀਦੀ ਹੈ, 2 ਲਾਈਨਾਂ ਹੋਰ ਵੀ ਪੈ ਸਕਦੀਆਂ ਨੇ। ਤਾਂ ਮੈਂ ਮਹਿਸੂਸ ਕਰਦਾ ਤੇ ਮੈਂ ਚਾਹੁੰਦਾ ਕਿ ਮੈਂ ਇਹਨੂੰ ਜਦੋਂ ਹੁਣ ਦੁਬਾਰਾ ਛਾਪਾਂ, ਨਵੀਂ ਕਿਤਾਬ ਵਿੱਚ ਜਾਵੇ ਜਾਂ ਨਵਾਂ ਐਡੀਸ਼ਨ ਆਵੇ ਤਾਂ ਉਹਦੇ ਵਿੱਚ ਉਹਦਾ ਨਵਾਂ ਰੂਪ ਜਾਵੇ। ਮਤਲਬ ਕਿ ਇਹ ਕਈਆਂ ਨੇ ਪ੍ਰਯੋਗ ਕੀਤੇ ਨੇ ਤੇ ਮੈਂ ਵਧੀਆ ਗੱਲ ਹੈ, ਇਹ ਪ੍ਰਯੋਗ ਕਰਨੇ ਚਾਹੀਦੇ ਨੇ। ਸਾਨੂੰ ਇਹ ਨਹੀਂ ਕਿ ਵੀ ਉਹ ਹੁਣ ਹੈਗੇ ਆ ਉਹਦੇ ਤੇ ਆਪਾਂ ਗੱਲ ਹੀ ਨਹੀਂ ਕਰ ਸਕਦੇ। ਮੈਂ ਕਹਿੰਦਾ ਚਲੋ ਉਹ ਦੁਬਾਰਾ ਨਾ ਲਿਖਣ ਖੇਮਕਰਨੀ ਸਾਹਿਬ, ਉਹ ਜੋ ਲਿਖੀ ਗਈ ਹੈ ਉਹ ਲਿਖੀ ਰਹੇ, ਪਰ ਅਸੀਂ ਉਸ ਦੇ ਬਹਾਨੇ ਕੁਝ ਨਵੀਆਂ ਗੱਲਾਂ ਸਿੱਖ ਤਾਂ ਸਕਦੇ ਆ। ਜਿਹੜੀ ਮੈਂ ਸ਼ੁਰੂ 'ਚ ਗੱਲ ਕਹੀ ਸੀ ਕਿ ਅਸੀਂ ਇਸ ਜਿਹੜੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਅਸੀਂ ਮਤਲਬ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋ ਸਾਡੇ ਕੋਲ ਜਿਹੜੇ ਵਿਦਵਾਨ ਨੇ ਉਹ ਬਿਲਕੁਲ ਨਿਰਲੇਪ ਹੋ ਕੇ ਮਤਲਬ ਕਿ ਮਿੰਨੀ ਕਹਾਣੀ ਦੇ, ਜੇ ਮੈਂ ਕਹਿ ਸਕਦਾ ਵੀ ਰਾਣਾ ਤੇ ਮੰਡੇਰ ਦੋਨੋਂ ਖੁਦ ਆਪ ਲੇਖਕ ਨੇ,
ਦੋਨੋਂ ਆਪ ਹੀ ਆਲੋਚਕ ਨੇ, ਦੋਵਾਂ ਨੇ PhD ਕੀਤੀ ਹੈ, ਵਧੀਆ ਮਤਲਬ ਕਿ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ ਹੈਗਾ, ਔਰ ਵੱਖਰੀ ਗੱਲ ਹੈਗੀ। ਪਰ ਇਸ ਦੇ ਉੱਤੇ ਮਤਲਬ ਕਿ ਗੱਲ ਜਿਹੜੀ ਹੈਗੀ ਹੈ ਸਾਨੂੰ ਨਿੱਠ ਕੇ ਕਰਨੀ ਚਾਹੀਦੀ ਹੈ ਤੇ ਸਾਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਇਹ ਗੱਲ ਨਹੀਂ ਕਿ 5 ਸਾਲ ਬਾਅਦ ਰੱਦ ਕਰਤੀ, ਫਿਰ 5 ਸਾਲ ਬਾਅਦ ਮਤਲਬ ਕਿ ਇਹ ਨਹੀਂ ਹੋ ਸਕਦਾ ਕਿ ਜਿਹੜੀ ਗੱਲ ਨੂੰ ਅੱਜ ਰੱਦ ਕੀਤਾ 5 ਸਾਲ ਬਾਅਦ ਉਹ ਬੰਦਾ ਕਹੇ ਵੀ ਨਹੀਂ, ਵੀ ਫਿਰ ਹੋ ਸਕਦਾ ਕਿ ਉਹਦੇ ਨਵੇਂ ਰੂਪ ਦੇ ਉੱਤੇ ਕੋਈ ਗੱਲ ਹੋਈ ਹੋਵੇ, ਉਸ ਦਾ ਨਵਾਂ ਰੂਪ ਬਣ ਕੇ ਆਇਆ ਹੋਵੇ ਤੇ ਫਿਰ ਉਸ ਉੱਤੇ ਗੱਲ ਜਿਹੜੀ ਹੈਗੀ ਉਸ ਉੱਤੇ ਬੰਦਾ ਨਵੇਂ ਵਿਚਾਰ ਵੀ ਦੇ ਸਕਦਾ ਹੈਗਾ। ਜਿਹੜੀ ਗੱਲ ਹੈਗੀ ਹੈ ਵੀ ਆਪਣੇ ਡਾਕਟਰ ਬੰਡੇਰ ਕਹਿ ਰਹੇ ਨੇ ਵੀ ਜੇ ਅਸੀਂ ਜ਼ਿਆਦਾ ਨੁਕਤੇ ਪਾਵਾਂਗੇ ਤਾਂ ਉਹ ਕਹਾਣੀ ਵੱਲ ਨਾ ਚਲੀ ਜਾਵੇ। ਗੱਲ ਇਹੀ ਹੈਗੀ ਹੈ ਕਿ ਅਸੀਂ ਗਾਗਰ ਵਿੱਚ ਸਾਗਰ ਭਰਨ ਦੀ ਗੱਲ ਆਪਣੇ ਮੂੰਹੋਂ ਆਪ ਮਿੱਠੂ ਹੋਣ ਵਾਲੀ ਗੱਲ ਮੰਨਦਾ ਮੈਂ ਕਦੀ ਵੀ ਇਹ ਜਿਹੜਾ ਮੀਆਂ ਮਿੱਠੂ ਕਹਿੰਦੇ ਆ ਵੀ ਗਾਗਰ ਚ ਸਾਗਰ ਭਰਨੀ ਹੁੰਦੀ ਹੈ, ਹਰੇਕ ਕੋਈ ਮਿੰਨੀ ਕਹਾਣੀ ਨਹੀਂ ਲਿਖ ਸਕਦਾ, ਇਹ ਬੜਾ ਔਖਾ ਕੰਮ ਹੈਗਾ। ਫਿਰ ਅਸੀਂ ਕਿਤੇ ਪ੍ਰਯੋਗ ਤਾਂ ਕਰਦੇ ਨਹੀਂ, ਅਸੀਂ ਕੋਈ ਨਵੇਂ ਮਤਲਬ ਕਿ ਦੇਖੀਏ ਵੀ ਨਵੀਂ ਅਸੀਂ ਜ਼ਮੀਨ ਲੱਭੀਏ, ਕੋਈ ਨਵਾਂ ਵਿਸ਼ਾ ਲੱਭੀਏ ਤਾਂ ਉਹਦੇ ਵਾਸਤੇ ਨਵੀਂ ਜ਼ਮੀਨ ਵੀ ਲੱਭੀਏ। ਬਿਲਕੁਲ ਉਹਨਾਂ ਨੇ ਇਹ ਗੱਲ ਕੀਤੀ ਜੇ ਅਸੀਂ ਰਵਾਇਤੀ ਵਿਸ਼ਿਆਂ ਨੂੰ ਰਵਾਇਤੀ ਢੰਗ ਦੇ ਨਾਲ ਪੇਸ਼ ਕਰਦੇ ਰਹਾਂਗੇ, ਜਿਹੜਾ ਕਿ ਅਸੀਂ ਬਹੁ ਗਿਣਤੀ ਵਿੱਚ ਕਰ ਰਹੇ ਹੈਗੇ ਆ, ਫਿਰ ਅਸੀਂ ਮਤਲਬ ਕਿ ਡਾਕਟਰ ਭੀਮਿੰਦਰ ਸਿੰਘ ਤੋਂ ਇੱਕ ਯੂਨੀਵਰਸਿਟੀ ਪੱਧਰ ਦੀ ਖੋਜ ਕਰਾਉਣ ਦੇ ਵਾਸਤੇ ਅਸੀਂ ਉਹਨਾਂ ਨੂੰ ਜ਼ਿਆਦਾ ਉਹ ਨਹੀਂ ਕਰ ਸਕਾਂਗੇ, ਕੰਪੈਲ ਨਹੀਂ ਕਰ ਸਕਾਂਗੇ ਕਿ ਤੁਸੀਂ ਇਹਦੇ ਤੇ ਕੰਮ ਕਰਾ, ਕਿਉਂਕਿ ਜਦੋਂ ਉਹਨਾਂ ਨੇ ਜੋ ਜਿਨ੍ਹਾਂ ਗੱਲਾਂ ਦੇ ਉੱਤੇ ਉਹਨਾਂ ਨੇ ਸਾਡਾ ਖੋਜ ਕਰਵਾਉਣੀ ਹੈ ਉਹ ਉਹਦੇ ਵਿੱਚ ਸਾਡੇ ਕੋਲ ਕਹਿਣ ਨੂੰ ਕੋਈ ਜ਼ਮੀਨ ਹੋਣੀ ਚਾਹੀਦੀ ਹੈਗੀ ਹੈ। ਤਾਂ ਸਾਨੂੰ ਆਪਣੇ ਵੱਲ ਵੀ ਝਾਤੀ ਮਾਰਨੀ ਚਾਹੀਦੀ ਹੈ, ਸਿੱਖਣਾ ਚਾਹੀਦਾ ਹੈਗਾ। ਇਹ ਨਹੀਂ ਕਿ ਵੀ ਅਸੀਂ ਇਸ ਦੇ ਉੱਤੇ ਕੋਈ ਹੁਣ ਗੱਲ ਹੀ ਨਾ ਕਰੀਏ। ਤਾਂ ਇਹ ਮੈਂ ਸ਼ੁਰੂ ਚ ਇਸੇ ਕਰਕੇ ਕਿਹਾ ਸੀਗਾ ਵੀ ਜਦੋਂ ਵੀ ਕੋਈ ਲੇਖਕ ਖੁਦ ਆਲੋਚਕ ਬਣ ਕੇ ਗੱਲ ਕਰੂਗਾ, ਸ਼ੁਰੂਆਤੀ ਦੌਰ ਵਿੱਚ ਉਹਦੀ ਲੋੜ ਹੁੰਦੀ ਹੈ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੌਲੀ ਹੌਲੀ ਜਿਹੜਾ ਲੇਖਕ ਹੈਗਾ ਉਹ ਆਲੋਚਕ ਬਣਨ ਤੋਂ ਗੁਰੇਜ਼ ਕਰੇ ਤੇ ਆਲੋਚਕ ਜਿਹੜਾ ਹੈਗਾ ਨਿਰੋਲ ਉਹਦੇ ਵੱਲ ਜਾਵੇ। ਖਾਸ ਤੌਰ ਤੇ ਜੋ ਸੁਹਿਰਦ ਲੇਖਕ ਸੁਹਿਰਦ ਆਲੋਚਕ ਹੈਗਾ ਜੋ ਤੁਹਾਡੀ ਸਹੀ ਮਾਇਨਿਆਂ ਦੇ ਵਿੱਚ ਸਾਨੂੰ ਸੇਧ ਦੇ ਸਕਦਾ ਹੈਗਾ। ਆਲੋਚਕ ਦੀ ਲੋੜ ਹੁੰਦੀ ਹੈ, ਜਿਹੜੀ ਗੱਲ ਸਾਨੂੰ ਨਹੀਂ ਪਤਾ ਹੁੰਦੀ। ਮੈਂ ਬਿਲਕੁਲ ਕਹਾਂਗਾ ਕਿ ਜੋ ਡਾਕਟਰ ਕੁਲਦੀਪ ਜੀ ਉਹਨਾਂ ਨੇ ਗੱਲ ਕੀਤੀ ਹੈਗੀ ਹੈ, ਉਹ ਜਿਹੜੀਆਂ ਚੀਜ਼ਾਂ ਪੜ੍ਹੀਆਂ ਨੇ ਉਹ ਸਾਰੇ ਲੇਖਕਾਂ ਦੇ ਦਿਮਾਗ ਵਿੱਚ ਨਹੀਂ ਹੋਣੀਆਂ ਵੀ ਇਹ ਗੱਲ ਵੀ ਇਹਦੇ ਵਿੱਚ ਹੋਣੀ ਚਾਹੀਦੀ ਸੀਗੀ। ਵੀ ਡਾਕਟਰ ਭੀਮਿੰਦਰ ਨੇ ਕਿਹਾ ਕਿ ਸਾਨੂੰ 10, 15, 20 ਅੱਖਰਾਂ ਦੀ 5-4 ਲਾਈਨਾਂ ਦੀ ਜੇ ਲੋੜ ਪੈਂਦੀ ਹੈਗੀ ਹੈ ਮਿੰਨੀ ਕਹਾਣੀ ਦੇ ਵਿੱਚ ਆਪਣੀ ਉਸ ਗੱਲ ਨੂੰ ਜਿਹਦਾ ਜਿਗਰ ਕੁਲਦੀਪ ਜੀ ਨੇ ਐਂਟੀਲੋਜੀ ਦੇ ਤੌਰ ਤੇ ਕਿਹਾ ਹੈਗਾ, ਜੇ ਸਾਨੂੰ ਲੋੜ ਪੈਂਦੀ ਹੈ ਤਾਂ ਅਸੀਂ ਜ਼ਰੂਰ ਉਹਦੇ ਵਿੱਚ ਮਤਲਬ ਕਿ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਪੁੱਠੀ ਚਪੇੜ ਵਾਲੀ ਜੇ ਗੱਲ ਕਹਾਣੀ ਦੀ ਗੱਲ ਹੈਗੀ ਹੈ, ਉਹਦੇ ਵਿੱਚ ਜਿਹੜੀ ਉਹ ਹੈਗੀ ਹੈ ਲੱਛੀ, ਉਹ ਕਿਸੇ ਸੰਦਰਭ ਦੇ ਵਿੱਚ 5-4 ਲਾਈਨਾਂ ਨਾਲ ਉਹ ਗੱਲ ਸਪਸ਼ਟ ਕਰ ਸਕਦੀ ਹੈਗੀ ਹੈ ਵੀ ਉਹਦਾ ਘਰ ਵਾਲਾ ਇਹ ਨਹੀਂ ਸੋਚਦਾ, ਪਰ ਉਹਨੂੰ ਅੱਜ ਖਿਆਲ ਆਇਆ ਕਿ ਮੈਂ ਇਹਨੂੰ ਆਹ ਨੁਕਤਾ ਕਹਿ ਕੇ ਦੇਖਾਂ ਤਾਂ ਉਹਦੇ ਮਨ ਤੇ ਕੀ ਗੁਜ਼ਰੂਗੀ। ਤੇ ਇਸ ਤਰੀਕੇ ਦੇ ਨਾਲ ਅਸੀਂ ਜਿਵੇਂ ਖੇਮਕਰਨੀ ਸਾਹਿਬ ਦੀ ਕਹਾਣੀ ਹੈ ਜਾਂ ਹੋਰ ਸਾਰੇ ਦੁਬਾਰਾ ਸੋਚ ਸਕਦੇ ਨੇ। ਮਤਲਬ ਇਹੀ ਸੀਗਾ ਕਿ ਇੱਕ ਵਾਰੀ ਫਿਰ ਥੋੜਾ ਜਿਹਾ ਸੋਚੀਏ, ਅੱਜ ਇਹਨਾਂ ਮਿੰਨੀ ਕਹਾਣੀਆਂ ਨੂੰ ਨਾ ਸੋਚੀਏ, ਪਰ ਕੱਲ ਜਦੋਂ ਲਿਖਣ ਲੱਗੀਏ ਮੈਂ ਤਾਂ ਇਹ ਸੋਚਦਾ ਹੁੰਦਾ ਕਿ ਵੀ ਇਹਦਾ ਜਿਹੜੇ ਚਰਚਾਵਾਂ ਦਾ ਫਾਇਦਾ ਉਹਨੂੰ ਅਗਲੀ ਰਚਨਾ ਲਿਖਣ ਦੇ ਵਿੱਚ ਮਿਲਦਾ ਹੈ ਤਾਂ ਵੀ ਇਹ ਬਹੁਤ ਵੱਡੀ ਗੱਲ ਹੈਗੀ ਹੈ। ਤਾਂ ਇਹਨਾਂ ਗੱਲਾਂ ਦੇ ਨਾਲ ਇੱਕ ਵਾਰੀ ਫਿਰ ਸਾਡਾ ਸਾਰਿਆਂ ਦਾ ਧੰਨਵਾਦ ਤੇ ਖਾਸ ਤੌਰ ਤੇ ਡਾਕਟਰ ਜੀ ਫਤਿਹ ਭੀਮਿੰਦਰ ਵਾਲਾ ਜਿਨ੍ਹਾਂ ਨੇ ਨਵੇਂ ਨਜ਼ਰੀਏ ਤੋਂ ਨਵੇਂ ਨੁਕਤਿਆਂ ਨੂੰ ਸਾਨੂੰ ਇੱਕ ਅੱਜ ਇਹਨਾਂ ਤੋਂ ਜਾਣੂ ਕਰਾਇਆ ਤੇ ਸਾਨੂੰ ਲੱਗਦਾ ਹੈ ਕਿ ਅਗਲੀਆਂ ਜਿਹੜੀਆਂ ਮਿੰਨੀ ਕਹਾਣੀਆਂ ਕੋਈ ਵੀ ਲਿਖੂਗਾ ਉਹ ਇਹਨਾਂ ਨੁਕਤਿਆਂ ਨੂੰ ਜ਼ਰੂਰ ਆਪਣੇ ਧਿਆਨ 'ਚ ਰੱਖ ਕੇ ਲਿਖੇਗਾ। ਧੰਨਵਾਦ। ਸ਼ੁਕਰੀਆ ਡਾਕਟਰ ਸਾਹਿਬ। ਸਾਡੇ ਕੋਲ ਮਿੰਟ ਵੀ 21 ਬਚਿਆ ਹੈ ਕਿਉਂਕਿ ਪਤਾ ਨਹੀਂ ਕੀ ਹੁਣ ਇਹਨਾਂ ਨੇ ਅਲਟੀਮੇਟਮ ਦਿੱਤਾ ਵੀ 10 ਮਿੰਟ ਦੇ ਵਿੱਚ ਖਤਮ ਕਰੋ। ਆਪਣਾ ਅੱਜ ਦਾ ਪ੍ਰੋਗਰਾਮ ਕਾਫੀ ਵਧੀਆ ਰਿਹਾ, ਕਾਫੀ ਚਰਚਾ ਹੋਈ ਹੈ। ਮੈਂ ਹੁਣ ਬੇਨਤੀ ਕਰਾਂਗਾ ਮਹਿੰਦਰਪਾਲ ਮਿੰਦਾ ਜੀ ਨੂੰ ਧੰਨਵਾਦ ਕਰਨ। ਮਿੰਨੀ ਕਹਾਣੀ ਪਾਠ ਤੇ ਚਰਚਾ ਹਰਭਜਨ ਸਿੰਘ ਖੇਮਕਰਨੀ, ਡਾਕਟਰ ਸਾਧੂ ਰਾਮ ਲੰਗੇਆਣਾ, ਵਿਵੇਕ, ਡਾਕਟਰ ਇੰਦਰਪਾਲ ਕੌਰ, ਸੀਮਾ ਭਾਟੀਆ ਜੀ ਅਤੇ ਜਗਦੀਸ਼ ਰਾਏ ਕੁਲਰੀਆ ਜੀ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਮਿੰਨੀ ਕਹਾਣੀਆਂ ਦਾ ਪਾਠ ਕੀਤਾ ਅਤੇ ਇਹਨਾਂ ਉੱਪਰ ਸਾਡੇ ਵਿਦਵਾਨ ਡਾਕਟਰ ਭੀਮਿੰਦਰ ਸਿੰਘ ਜੀ, ਡਾਕਟਰ ਕੁਲਦੀਪ ਸਿੰਘ ਦੀਪ ਅਤੇ ਹੋਰ ਜੁੜੇ ਲੇਖਕਾਂ ਨੇ ਚਰਚਾ ਕੀਤੀ ਹੈ। ਮੈਂ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਸਾਰੇ ਹੀ ਸ਼ਾਮਲ ਹੋਏ ਲੇਖਕ ਵਿਦਵਾਨਾਂ ਦਾ, ਵਿਦਵਾਨ ਆਲੋਚਕਾਂ ਦਾ, ਪਾਠਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ।